ਪ੍ਰਾਈਮ ਏਸ਼ੀਆ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਫੋਕਸ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ ਹੈ। ਦੋਸਤੋ, ਰੋਜ਼ਾਨਾ ਲਗਭਗ ਗੱਲਾਂ ਅਸੀਂ ਦੁਨੀਆ ਦੀਆਂ ਕਰਦੇ ਹਾਂ, ਦੁਨੀਆ ਦੀ ਸਿਆਸਤ ਦੀਆਂ ਕਰਦੇ ਹਾਂ, ਪਰ ਬਹੁਤੀ ਵਾਰੀ ਭਾਰਤ ਅਤੇ ਪੰਜਾਬ ਦੀ ਸਿਆਸਤ ਦੇ ਉੱਤੇ ਸਾਡਾ ਫੋਕਸ ਰਹਿੰਦਾ ਹੈ, ਕਿਉਂਕਿ ਤੁਸੀਂ ਵੀ ਜੁੜੇ ਹੋਏ ਹੋ ਦੁਨੀਆ ਦੇ। ਭਾਵੇਂ ਅਸੀਂ ਕਿਸੇ ਵੀ ਹਿੱਸੇ ਵਿੱਚ, ਕਿਸੇ ਵੀ ਪਿੰਡ ਜਾਂ ਸ਼ਹਿਰ ਤੋਂ ਜਾ ਕੇ ਕਿਸੇ ਹੋਰ ਮੁਲਕ ਵਿੱਚ ਜਾ ਕੇ ਵਸੇਬਾ ਕਰ ਲਿਆ, ਪਰ ਅਸੀਂ ਇੱਕ ਚੀਜ਼ ਨਾਲ ਸਾਂਝ ਬਰਕਰਾਰ ਰੱਖੀ ਹੋਈ ਆ, ਉਹ ਆਪਣਾ ਸਾਡਾ ਪੰਜਾਬ ਹੈ, ਭਾਰਤ ਹੈ, ਸਾਡੀ ਬੋਲੀ ਹੈ, ਸਾਡਾ ਸੱਭਿਆਚਾਰ ਹੈ, ਖਾਸ ਕਰਕੇ ਸਾਡਾ ਪਿੰਡ ਹੈ। ਸੋ ਫਿਰ ਕਿਉਂ ਨਾ ਅੱਜ ਆਪਾਂ ਉਸੇ ਸਾਂਝ ਨੂੰ ਹੋਰ ਅੱਗੇ ਤੋਰੀਏ। ਅੱਜ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਤੁਹਾਡੇ ਪਿੰਡਾਂ ਦੇ ਚੱਕਰ ਲਵਾ ਦਿੱਤੇ ਜਾਣ। ਤੁਸੀਂ ਭਾਵੇਂ ਦੁਨੀਆ ਦੇ ਕਿਸੇ ਵੀ ਮੁਲਕ ਵਿੱਚ ਆ ਕੇ ਵਸ ਗਏ ਹੋ, ਜਾਂ ਤੁਸੀਂ ਆਪਣਾ ਪਿੰਡ ਛੱਡ ਕੇ ਨੌਕਰੀ ਤਲਾਸ਼ ਦੇ ਵਿੱਚ ਕਿਸੇ ਸ਼ਹਿਰ ਜਾਂ ਵੱਡੇ ਸ਼ਹਿਰ ਵਿੱਚ ਜਾ ਕੇ ਵਸ ਗਏ ਹੋ, ਪਰ ਇਹ ਯਕੀਨ ਨਾਲ ਮੈਂ ਆਖ ਸਕਦਾ, ਜਦੋਂ ਕਦੇ ਯਾਦ ਆਉਂਦੀ ਹੋਣੀ ਹੈ, ਜਦੋਂ ਕਦੇ ਆਪਣੇ ਬੱਚਿਆਂ ਦੇ ਨਾਲ ਬੈਠ ਕੇ ਗੱਲਾਂ ਬਾਤਾਂ ਕਰਦੇ ਹੋਵੋਗੇ, ਆਪਣੇ ਪਿੰਡ ਦੀਆਂ ਗੱਲਾਂ ਜ਼ਰੂਰ ਛੇੜਦੇ ਹੋਵੋਗੇ, ਪਿੰਡ ਦੇ ਕਿਸੇ ਬਜ਼ੁਰਗ ਦੀਆਂ ਗੱਲਾਂ ਜ਼ਰੂਰ ਕਰਦੇ ਹੋਵੋਗੇ, ਪਿੰਡ ਦੇ ਵਿੱਚ ਜਿਹੜੀਆਂ ਕੁਝ ਚੰਗੀਆਂ ਅਤੇ ਕੁਝ ਮੰਦੀਆਂ ਘਟਨਾਵਾਂ ਉਹ ਜ਼ਿੰਦਗੀ ਦੇ ਸਫ਼ਰ ਦੌਰਾਨ ਵਾਪਰੀਆਂ, ਉਹਦਾ ਜ਼ਿਕਰ ਜ਼ਰੂਰ ਕਰਦੇ ਹੋਵੋਗੇ। ਪਿੰਡ ਵਿੱਚ ਕੌਣ ਸੀ ਜਿਹਨੇ ਤੁਹਾਡੀ ਛੇੜ ਪਾਈ ਹੋਈ ਸੀ, ਉਹਦਾ ਜ਼ਿਕਰ ਜ਼ਰੂਰ ਕਰਦੇ ਹੋਵੋਗੇ। ਪਿੰਡ ਦੇ ਵਿੱਚ ਤਾਲੀਮ ਕਿੱਥੋਂ ਲਈ ਤੇ ਕਿਵੇਂ ਔਖੇ ਸੌਖੇ ਹੋ ਕੇ ਉਹਨਾਂ ਸਕੂਲਾਂ ਤੱਕ ਜਾਂਦੇ ਰਹੇ, ਉਹਦਾ ਜ਼ਿਕਰ ਜ਼ਰੂਰ ਕਰਦੇ ਹੋਵੋਗੇ। ਪਿੰਡ ਵਿੱਚ ਹੋ ਸਕਦਾ ਤੁਸੀਂ ਮੱਝਾਂ ਵੀ ਚਾਰੀਆਂ ਹੋਣ, ਪੱਠੇ ਵੀ ਵੱਡੇ ਹੋਣ, ਕੋਈ ਹੋਰ ਫਸਲ ਦੇ ਵਿੱਚ ਵੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਹੱਥ ਵਟਾਉਂਦੇ ਰਹੇ ਹੋਵੋ। ਇਹ ਸਾਰੀਆਂ ਗੱਲਾਂ ਜ਼ਿੰਦਗੀ ਭਰ ਤੁਹਾਡਾ ਗਹਿਣਾ ਨੇ। ਅਸਲ ਦੇ ਵਿੱਚ ਪੰਜਾਬ ਦੇ ਵਿੱਚ ਲਗਭਗ ਆਖੀਏ ਜਾਂ ਭਾਰਤ ਦੇ ਵਿੱਚ ਆਖੀਏ ਲਗਭਗ 70% ਵਸੋਂ ਹੈ ਜਿਹੜੀ ਪਿੰਡਾਂ ਵਿੱਚ ਰਹਿੰਦੀ ਹੈ। ਬਹੁਤੇ ਲੋਕ ਪਿੰਡਾਂ ਦੇ ਵਿੱਚੋਂ ਹੁਣ ਉੱਜੜ ਕੇ ਨੌਕਰੀਆਂ ਕਾਰਨ ਜਾਂ ਕਿਸੇ ਹੋਰ ਕਾਰਨ ਕਰਕੇ ਜਾਂ ਆਪਣੇ ਬੱਚਿਆਂ ਦੀ ਪੜ੍ਹਾਈ ਦੇ ਕਾਰਨ ਸ਼ਹਿਰਾਂ ਵੱਲ ਨੂੰ ਹੋ ਤੁਰੇ, ਅਤੇ ਬਹੁਤ ਸਾਰੇ ਲੋਕ ਪਿੰਡਾਂ ਵਿੱਚੋਂ ਪ੍ਰਵਾਸ ਕਰਕੇ ਬਾਕੀ ਮੁਲਕਾਂ ਵਿੱਚ ਆ ਵਸੇ ਨੇ। ਪਰ ਸਾਡੇ ਵਿੱਚੋਂ ਪਿੰਡ ਨਹੀਂ ਨਿਕਲਿਆ ਅਤੇ ਪਿੰਡ ਨੇ ਸਾਨੂੰ ਨਿਕਲਣ ਵੀ ਆਪਣੇ ਵਿੱਚੋਂ ਨਹੀਂ ਦੇਣਾ। ਸੋ ਆਓ ਅੱਜ ਇਸ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ। ਦਰਅਸਲ ਮਸਲਾ ਕਾਹਦਾ? ਸਾਡੀਆਂ ਯਾਦਾਂ ਨੇ। ਯਾਦਾਂ ਅੱਜ ਤਾਜ਼ਾ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਟਿੱਪਣੀਆਂ ਲਿਖਿਓ, ਕਿਹੜੇ ਪਿੰਡ ਤੋਂ, ਕਿਹੜੇ ਸ਼ਹਿਰ ਤੋਂ, ਅਤੇ ਪਿੰਡ ਤੁਹਾਨੂੰ ਕਿਉਂ ਹਮੇਸ਼ਾ ਚੰਗਾ ਲੱਗਦਾ ਅਤੇ ਕਿਉਂ ਚੇਤਿਆਂ ਵਿੱਚ ਹੈ। ਅਤੇ ਆਓ ਹੁਣ ਪਿੰਡ ਵਿੱਚ ਸ਼ਾਮਲ ਕਰਦੇ ਹਾਂ, ਸੱਦਾ ਦਿੰਦੇ ਆਪਣੇ ਪਿੰਡ ਤੋਂ ਪਰਮਵੀਰ ਬਾਠ ਸਾਹਿਬ ਨੂੰ। ਬਾਠ ਸਾਹਿਬ ਸਵਾਗਤ ਜੀ। ਆਮ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਬੈਨੀਪਾਲ ਸਾਹਿਬ, ਧੰਨਵਾਦ। ਤੁਸੀਂ ਗੱਲ ਕਰ ਰਹੇ ਸੀ ਨਾ, ਤਾਂ ਮੈਨੂੰ ਕਬੀਲੇ ਚੇਤੇ ਆ ਗਏ ਜੀ, ਜਿਹੜੇ ਪਿੰਡ ਨਾਲ ਹੀ ਗੱਡੀਆਂ 'ਤੇ ਚੱਕੀ ਫਿਰਦੇ ਆ। ਉਹਨਾਂ ਦਾ ਤਾਇਆ ਵੀ ਨਾਲ ਹੀ ਆ, ਚਾਚਾ ਵੀ ਨਾਲ ਹੀ ਆ, ਚਾਚੀ ਵੀ ਨਾਲ ਹੀ ਆ, ਮਾਸੀ ਵੀ ਨਾਲ ਹੀ ਆ, ਉਹ ਸਾਰੇ ਇਕੱਠੇ ਹੀ ਤੁਰੇ ਫਿਰਦੇ ਆ ਜੀ। ਜਿੱਥੇ ਜਾਂਦੇ ਆ ਨਿੱਕੇ ਨਿੱਕੇ ਘਰ ਬਣਾ ਕੇ 15-20 ਦਿਨਾਂ ਦੇ ਲਈ ਪਿੰਡ ਉੱਥੇ ਹੀ ਵਸਾ ਲੈਂਦੇ ਆ। ਮੈਂ ਸੋਚ ਰਿਹਾ ਸੀ ਕਿ ਰੋਟੀ ਤਾਂ ਉਹ ਵੀ ਖਾਈ ਜਾਂਦੇ ਆ, ਮੈਂ ਸੋਚ ਰਿਹਾ ਸੀ ਕਿ ਉਹ ਵੀ ਝੱਟ ਤਾਂ ਲੰਘਾਈ ਜਾਂਦੇ ਆ। ਮੈਨੂੰ ਲੱਗਦਾ ਜਿੰਨੇ ਕੁ ਸਾਲ ਅਸੀਂ ਜਿਉਣਾ ਉਹਦੇ ਤੋਂ 5-7 ਸਾਲ ਵੱਧ ਹੀ ਜੀਂਦੇ ਹੋਣੇ ਆ ਜੀ। ਸਾਧਨ ਘੱਟ ਹੋਣਗੇ ਜਾਂ ਵੱਧ ਹੋਣਗੇ, ਪਰ ਉਹ ਰਹਿੰਦੇ ਵੀ ਇਕੱਠੇ ਹੀ ਆ, ਲੜਦੇ ਵੀ ਇਕੱਠੇ ਹੀ ਆ, ਖੁਸ਼ੀ ਵੀ ਇਕੱਠੇ ਹੀ ਮਨਾਉਂਦੇ ਆ। ਉਹਨਾਂ ਦਾ ਮਰਨਾ ਪਰਨਾ, ਵਿਆਹ ਸ਼ਾਦੀਆਂ, ਉਹ ਵੀ ਸਾਰਿਆਂ ਦੀਆਂ ਇਕੱਠਿਆਂ ਦੀਆਂ ਹੁੰਦੀਆਂ, ਕੰਮ ਵੀ ਇਕੱਠੇ ਹੀ ਕਰਦੇ ਆ। ਭਾਵੇਂ ਉਹਨਾਂ ਨੇ ਪਿੰਡਾਂ ਦੇ ਵਿੱਚ ਹੋਕਾ ਦੇ ਕੇ ਉਹ ਕਿ ਭਾਈ ਤੁਸੀਂ ਆਪਣੇ ਭਾਂਡੇ ਟਿੰਡੇ ਸਿੱਧੇ ਪੁੱਠੇ ਜਾਂ ਕਰਾ ਲਓ, ਜਾਂ ਕੋਈ ਪੁਰਾਣੀਆਂ ਚੀਜ਼ਾਂ ਵੇਚ ਦਿਓ, ਜੋ ਵੀ ਉਹ ਕੰਮ ਕਰਦੇ ਗੱਡੀਆਂ ਵਾਲੇ, ਆਪਾਂ ਸਾਰਿਆਂ ਨੂੰ ਪਤਾ ਹੈ। ਮੈਨੂੰ ਲੱਗਦਾ ਸੀ ਕਿ ਇਸ ਸੰਤਾਪ ਤੋਂ ਜੇ ਕੋਈ ਬਚੇ ਹੋਆ ਤਾਂ ਉਹੀ ਬਚੇ ਆ, ਹੋਰ ਤਾਂ ਕੋਈ ਬਾਕੀ ਬਚਿਆ ਹੀ ਨਹੀਂ। ਹੁਣ ਬੈਨੀਪਾਲ ਸਾਹਿਬ, ਪਿੰਡ ਸਾਨੂੰ ਚੇਤੇ ਕਿਉਂ ਆਉਂਦਾ? ਪਿੰਡ 'ਚ ਕਿਹੜਾ ਸਾਡੇ ਮਹਿਲ ਸੀ ਜਾਂ ਤੁਹਾਡੇ ਮਹਿਲ ਸੀ? ਹੁਣ ਪਿੰਡ ਦੇ ਵਿੱਚੋਂ ਕਿਹੜਾ ਸਾਡੇ ਕੋਲੇ 100% ਦੀ ਸੁੱਖ ਸਹੂਲਤਾਂ ਸੀ? ਪਿੰਡ ਨੇ ਕਿਹੜਾ ਸਾਡੇ ਕਦੇ ਕੰਡਾ ਨਹੀਂ ਚੁੱਭਣ ਦਿੱਤਾ, 20 ਕੰਡੇ ਚੁੱਭੇ। ਪਿੰਡ ਦੇ ਵਿੱਚ ਬਹੁਤ ਸਾਰੀਆਂ ਕੌੜੀਆਂ ਕਸੈਲੀਆਂ ਯਾਦਾਂ, ਬੜੇ ਦੁੱਖ ਸਹਿਣ ਕੀਤੇ ਹੁੰਦੇ, ਕਿਉਂਕਿ ਤੁਰਸ਼ੀਆਂ ਬਹੁਤ ਸੀ, ਤੰਗੀਆਂ ਬਹੁਤ ਸੀ। ਪਰ ਫਿਰ ਵੀ ਬੰਦਾ ਪਿੰਡੋਂ ਨਿਕਲਿਆ ਆਉਂਦਾ, ਪਰ ਪਿੰਡ ਉਹਦੇ ਵਿੱਚੋਂ ਨਿਕਲਦਾ ਕਿਉਂ ਨਹੀਂ? ਪਿੰਡ 'ਚ ਐਸਾ ਕੀ ਆ? ਮੀਂਹ ਆਉਣਾ, ਘਰ ਚੋਣ ਲੱਗ ਪੈਣੇ, ਕਦੇ ਫਸਲਾਂ ਮਾਰੀਆਂ ਜਾਣੀਆਂ, ਕਦੇ ਲੀਡਰਾਂ ਦੀਆਂ ਦਗੇਬਾਜ਼ੀਆਂ ਦੀ ਗੱਲ, ਕਦੇ ਪਿੰਡਾਂ ਦੇ ਵਿੱਚ ਕਚਹਿਰੀਆਂ 'ਚ ਮੇਲੇ ਲੱਗਣ ਵਰਗੀ ਗੱਲ, ਕਦੇ ਕਿਸੇ ਦੇ ਵਿਆਹ ਦੇ ਵਿੱਚ ਰੌਲਾ ਪੈ ਗਿਆ। 20 ਚੀਜ਼ਾਂ ਹੁੰਦੀਆਂ ਸੀ, ਲੜਾਈਆਂ ਘੜਾਈਆਂ ਵੀ ਹੁੰਦੀਆਂ ਸੀ, ਪਰ ਪਿੰਡ ਬੰਦੇ ਦੇ ਵਿੱਚੋਂ ਨਿਕਲਦਾ ਕਿਉਂ ਨਹੀਂ? ਪਿੰਡ ਇੰਨਾ ਡੂੰਘਾ ਕਿਉਂ ਧਸ ਗਿਆ? ਜਿੱਦਾਂ ਸੰਤਰੇ ਦੀ ਫਾੜੀ ਦੇ ਵਿੱਚ ਬੀਜ ਹੁੰਦਾ ਨਾ, ਕਿ ਉਹਦੇ ਤੋਂ ਬਿਨਾਂ ਸੰਤਰੇ ਦਾ ਵਜੂਦ ਹੀ ਕੋਈ ਨਹੀਂ। ਜੇ ਉਸ ਬੀਜ ਨੂੰ ਆਪਾਂ ਸੰਤਰੇ ਦੇ ਵਿੱਚੋਂ ਕੱਢਣ ਲੱਗੀਏ ਤਾਂ ਸੰਤਰੇ ਨੂੰ ਛਲਣੀ ਕਰਨਾ ਪੈਂਦਾ, ਉਹਦਾ ਪੋਸਟਮਾਰਟਮ ਕਰਨਾ ਪੈਂਦਾ, ਉਹਨੂੰ ਵਿਚਾਲਿਓ ਪਾੜਨਾ ਪੈਂਦਾ। ਇੱਦਾਂ ਹੀ ਜੇ ਪੰਜਾਬੀ ਬੰਦੇ ਦੇ ਵਿੱਚੋਂ ਪਿੰਡ ਕੱਢਣ ਲੱਗ ਪਈਏ ਤਾਂ ਛਲਣੀ ਹੋ ਜੂ, ਉਹ ਦੋ ਹਿੱਸਿਆਂ 'ਚ ਹੋ ਜੂ, ਉਹਦੀਆਂ ਆਂਦਰਾਂ ਜਿਹੜੀਆਂ ਬਾਹਰ ਆ ਜਾਣਗੀਆਂ, ਇਸ ਕਰਕੇ ਨਿਕਲਦਾ ਨਹੀਂ ਪਿੰਡ। ਹੁਣ ਬੈਨੀਪਾਲ ਸਾਹਿਬ, ਮੈਨੂੰ ਚੇਤਾ ਆਉਂਦਾ ਕਿ ਜਦੋਂ ਘਰਦਿਆਂ ਨੇ ਕਦੇ ਕਹਿਣਾ ਕਿ ਭਾਈ ਫਲਾਨੇ ਆਪਣੇ ਤਾਏ ਬਚਨੇ ਨੂੰ ਬਾਜ ਮਾਰ ਕੇ ਲਿਆ, ਮੰਨ ਲਓ
ਹੁਣ ਤਾਏ ਬਚਨੇ ਨੂੰ ਬਾਜ ਮਾਰਨ ਜਾਣਾ, ਘਰੋਂ ਦੇਖਣ ਜਾਣਾ, ਤੇ ਮੂਹਰਿਓਂ ਮੰਨ ਲਓ ਕਿ ਤਾਈ ਬੈਠੀ ਹੈ। ਤਾਈ ਕੀ ਬੈਠੀ ਹੈ? ਤਾਈ ਨੇ ਦਾਣਿਆਂ ਦਾ ਢੇਰ ਇੱਧਰਲੇ ਪਾਸੇ ਲਾਇਆ ਤੇ ਨਾਲ ਦੀ ਨਾਲ ਫੜਿਆ ਛੱਜ, ਥੋੜੇ ਜਿਹਾ ਪਾ ਕੇ ਤੇ ਐਂ ਕਰੀ ਜਾਂਦੀ ਹੈ, ਵਿੱਚ ਵਿਚਾਲੇ ਫੂਕ ਵੀ ਮਾਰੀ ਜਾਂਦੀ ਹੈ, ਵਿੱਚੇ ਹੀ ਕਦੇ ਕਦੇ ਹਵਾਲ ਨੂੰ ਦੇਖ ਲੈਂਦੀ ਹੈ, ਵਿੱਚੇ ਹੀ ਚੁੰਨੀ ਦੇ ਨਾਲ ਦੁਪੱਟੇ ਦੇ ਨਾਲ ਮੁੜਕਾ ਪੂੰਝੀ ਜਾਂਦੀ ਹੈ। ਤੇ ਜਦੋਂ ਫਿਰ ਕੁੰਡਾ ਖੜਕਾਉਣ ਦਾ ਰਿਵਾਜ ਨਹੀਂ ਹੁੰਦਾ ਆਪਣੇ ਪਿੰਡਾਂ ਦੇ ਵਿੱਚ, ਹੁਣ ਭਾਵੇਂ ਮਾੜਾ ਮੋਟਾ ਆ ਗਿਆ ਹੋਵੇ, ਹੁਣ ਕੁੰਡਾ ਖੜਕਾਉਣ ਦਾ ਨਹੀਂ ਹੁੰਦਾ, ਉਦੋਂ ਤਾਂ ਹੁੰਦਾ ਕਿ ਭਾਈ ਇੱਕ ਹੱਥ ਨਾਲ ਖੋਲ ਕੇ ਤਾਂ ਨਾਲ ਲੱਗਦੇ ਅਗਲੇ ਸਕਿੰਟ ਪੈਰ ਜਿਹੜਾ ਉਹ ਅੰਦਰਲੇ ਪਾਸੇ ਜੀ। ਉੱਥੇ ਜਾ ਕੇ ਜੇ ਪੁੱਛਣਾ ਕਿ ਤਾਇਆ ਹੁੰਦਾ ਤੇ ਇਦਾਂ, ਨਾਲੇ ਆਲੇ ਦੁਆਲੇ ਦੇਖੀ ਜਾਣਾ ਕਿ 2 ਕੁ ਤਾਂ ਕਮਰੇ ਹੋਣੇ, ਦਰਵਾਜ਼ੇ ਨਹੀਂ ਸੀ ਲੱਗਦੇ ਉਦੋਂ, ਦਰਵਾਜ਼ੇ ਜੇ ਲੱਗੇ ਵੀ ਹੁੰਦੇ ਭੇੜ ਦਾ ਕੋਈ ਨਹੀਂ ਸੀ ਕਿ ਭਾਈ ਤਾਇਆ ਕਿਤੇ ਅੰਦਰ ਹੀ ਹੋਣਾ। ਨਾ, ਅੰਦਰ ਕਿੱਥੇ, ਤੂੰ ਐ ਕਰ, ਸਕਿੰਟ ਉਹਨੇ 3 ਲਾਉਣੇ, ਤੂੰ ਐ ਕਰ ਉਹ ਫਲਾਣੇ ਬੋਰਡ ਥੱਲੇ ਬੈਠਾ ਹੋਣਾ, ਆ ਪੱਠੇ ਲਿਆ ਕੇ ਰੋਟੀ ਖਾ ਕੇ ਲੱਸੀ ਪੀਂਦਾ ਸੀ, ਹੁਣੇ ਹੀ ਪਤਾ ਨਹੀਂ ਅੱਖ ਝਪਕਦੇ ਕਿੱਧਰਲੇ ਪਾਸੇ ਨੂੰ ਚਲੇ ਗਿਆ। ਬੋਰਡ ਥੱਲੇ ਪਰਲੇ ਪਾਸੇ ਨੂੰ ਜਾਣਾ ਕਿ ਭਾਈ ਮੁੜੀਏ ਜਾ ਕੇ ਬੋਰਡ ਥੱਲੇ ਦੇਖੀਏ, ਮਗਰੋਂ ਤਾਈ ਨੇ ਫਿਰ ਬਾਜ ਮਾਰਨੀ, ਉਹ ਦੇਖੀ ਜੇ ਬੋਰਡ ਥੱਲੇ ਨਾ ਹੋਇਆ, ਉਹ ਫਲਾਨਿਆਂ ਦੀ ਹੱਟੀ ਦੇ ਕੋਲੇ ਬੈਠਾ ਹੋਣਾ, ਕਦੇ ਕਦੇ ਉਧਰਲੇ ਪਾਸੇ ਵੀ ਚਲ ਜਾਂਦਾ। ਜਾਣੀ ਕਿ ਤੁਹਾਡੀ ਸਾਡੀ ਸਾਰਿਆਂ ਦੀ ਤਾਈ ਨੇ, ਚਾਚੀ ਨੇ, ਬਜ਼ੁਰਗ ਨੇ, ਜਿਹਦੇ ਵੀ ਅਸੀਂ ਘਰੇ ਗਏ ਆ, ਉਹਨੇ ਪਿੰਡ ਦੀਆਂ 3-4 ਥਾਵਾਂ ਗਿਣ ਦੇਣੀਆਂ ਕਿ ਭਾਈ ਇੱਥੇ ਨਹੀਂ ਤਾਂ ਉੱਥੇ ਹੋਊ, ਉੱਥੇ ਨਹੀਂ ਤਾਂ ਉੱਥੇ ਹੋਊ, ਉੱਥੇ ਨਹੀਂ ਤਾਂ ਉੱਥੇ ਹੋਊ, ਤੇ ਬੰਦਾ ਲੱਭ ਵੀ ਉੱਥੇ ਪੈਂਦਾ ਸੀ। ਉਦੋਂ ਬੰਦਾ ਪਿੰਡ 'ਚ ਗਵਾਚਦਾ ਨਹੀਂ ਸੀ, ਅੱਜ ਵੀ ਨਹੀਂ ਗਵਾਚਦਾ। ਪਰ ਬਾਕੀ ਦੁਨੀਆ ਬੜੀ ਵੱਡੀ ਹੋ ਗਈ ਹੈ, ਆਪਾਂ ਥਾਂ ਥਾਂ ਆ ਗਏ ਆ, ਕਾਰੋਬਾਰ ਜਿਹੜੇ ਵੱਡੇ ਹੋ ਗਏ ਆ, ਨਾਂ ਵੱਡੇ ਬਣ ਗਏ ਆ, ਕੋਈ ਵੱਡਾ ਕਾਰੋਬਾਰੀ ਬਣ ਗਿਆ, ਕੋਈ ਵੱਡਾ ਟਰਾਂਸਪੋਰਟਰ ਬਣ ਗਿਆ, ਕੋਈ ਵੱਡਾ ਪੱਤਰਕਾਰ ਬਣ ਗਿਆ, ਕੋਈ ਕੁਝ ਵੀ ਬਣ ਗਿਆ। ਪਰ ਉਹ ਜਿਹੜੀ ਉੱਥੇ ਇੱਕ ਹੋਂਦ ਹੁੰਦੀ ਸੀ ਨਾ ਪਿੰਡ ਦੇ ਵਿੱਚ, ਸੀਮਾ ਛੋਟੀ ਹੁੰਦੀ ਸੀ, ਬੰਦੇ ਨੂੰ ਲੱਭਣਾ ਔਖਾ ਨਹੀਂ ਸੀ ਹੁੰਦਾ। ਤੁਸੀਂ ਕਿਸੇ ਗਲੀ ਦੇ ਵਿੱਚ ਤੁਰੇ ਜਾਓ, ਤੁਹਾਨੂੰ ਐ ਪਤਾ ਹੁੰਦਾ ਸੀ ਕਿ ਇਧਰਲੇ ਪਾਸੇ ਬਚਨੇ ਆ ਚਾਚੇ ਦਾ ਘਰ ਆ, ਇਧਰਲੇ ਪਾਸੇ ਬਿਸ਼ਨੀ ਤਾਈ ਦਾ ਘਰ ਆ, ਇਧਰਲੇ ਪਾਸੇ ਫਲਾਨਿਆਂ ਦਾ, ਤੇ ਉਹ ਘਰ ਦਾ ਹੀ ਨਹੀਂ ਸੀ ਚੇਤਾ ਹੁੰਦਾ। 3-3 ਪੀੜ੍ਹੀਆਂ ਦਾ ਪਤਾ ਹੁੰਦਾ ਸੀ, ਉਹਨਾਂ ਦੇ ਨਿੱਕੇ ਨਿਆਣਿਆਂ ਦਾ ਪਤਾ ਹੁੰਦਾ ਸੀ, ਕਿਹੜਾ ਸਿੱਧਾ ਤੁਰਦਾ ਤੇ ਕਿਹੜਾ ਥੋੜ੍ਹਾ ਜਿਹਾ ਟੇਢਾ ਹੋ ਕੇ ਤੁਰਦਾ, ਉਹਦਾ ਵੀ ਪਤਾ ਹੁੰਦਾ ਸੀ। ਤਕਰੀਬਨ ਅੱਧੇ ਪਿੰਡ ਦਾ ਤਾਂ ਬੈਨੀਪਾਲ ਸਾਹਿਬ ਇਹ ਵੀ ਪਤਾ ਹੁੰਦਾ ਸੀ ਕਿ ਭਾਈ ਉਹ ਕਿਸ ਵੇਲੇ ਪੱਠੇ ਲੈਣ ਜਾਂਦਾ ਹੈ, ਕਿਹੜੇ ਸਾਈਕਲ ਤੇ ਜਾਂਦਾ ਹੈ, ਉਹਦੇ ਸਾਈਕਲ ਦਾ ਮੜਗਾਟ ਜਿਹੜਾ ਉਹ ਟੁੱਟਿਆ, ਮਰਗਾਟ ਹੁੰਦਾ ਸੀ ਉਦੋਂ, ਉਹ ਟੁੱਟਿਆ ਕਿ ਨਹੀਂ ਟੁੱਟਿਆ, ਕਿਹਦੇ ਸਾਈਕਲ ਦੇ ਉੱਤੇ ਆਮ ਤੌਰ ਤੇ ਘਰ ਦੇ ਵਿੱਚ ਬੈਠਿਆਂ ਸਾਈਕਲ ਦੀ ਘੰਟੀ ਵੱਜਣੀ, ਤਾਂ ਇਹ ਵੀ ਪਤਾ ਹੁੰਦਾ ਸੀ ਕਿ ਫਲਾਨਿਆਂ ਦੇ ਸਾਈਕਲ ਦੀ ਘੰਟੀ ਵੱਜਦੀ ਹੈ। ਤੇ ਉਹ ਜਿਹੜੀਆਂ 3-4 ਥਾਵਾਂ ਨੇ, ਅਸਲ ਦੇ ਵਿੱਚ ਉਹੀ ਪਿੰਡ ਹੈ। ਉਹ ਭਾਵੇਂ ਕੋਈ ਵੀ ਹੋਵੇ, ਕੁਝ ਵੀ ਨਾ ਹੋਵੇ, ਪਰ ਜੇ ਤੁਹਾਡੇ ਪਿੰਡ ਦੀਆਂ 3-4 ਸਾਂਝੀਆਂ ਥਾਵਾਂ ਹੈਗੀਆਂ, ਜੇ ਸੱਚੀ ਮੁੱਚੀ ਤੁਹਾਨੂੰ ਆਪਣੇ ਪਿੰਡ ਦੀ ਗਲੀ ਦਾ ਪਤਾ ਹੁੰਦਾ ਸੀ ਕਿ ਕਿੱਥੇ ਰੋੜਾ ਉੱਚਾ, ਕਿੱਥੇ ਰੋੜਾ ਨੀਵਾਂ, ਮੀਂਹ ਪੈਣ ਤੋਂ ਬਾਅਦ ਤੁਹਾਨੂੰ ਘਰੋਂ ਬਾਹਰ ਨਿਕਲ ਕੇ ਨਹੀਂ ਸੀ, ਗੂਗਲ ਨਹੀਂ ਸੀ ਦੱਸਦੀ ਕਿ ਮੀਂਹ ਜਿਹੜਾ ਉਹ ਕਿੱਥੇ ਪਿਆ। ਤਕਰੀਬਨ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਲੀਅਰ ਹੁੰਦੀਆਂ ਸੀ ਕਿ ਕਿਹੜੇ ਹਾਲਾਤ ਕਿੱਧਰ ਨੇ। ਸਾਡਾ ਪਿੰਡ ਤੇ ਕੰਟਰੋਲ ਹੁੰਦਾ ਸੀ, ਪਿੰਡ ਦਾ ਸਾਡੇ ਤੇ ਕੰਟਰੋਲ ਹੁੰਦਾ ਸੀ, ਉਸੇ ਪਿੰਡ ਨੂੰ ਅਸੀਂ ਲੱਭਦੇ ਹਾਂ। ਬਾਟ ਸਾਹਿਬ, ਆਪਾਂ ਆਮ ਤੌਰ ਤੇ ਆਪਣੀ ਪਹਿਚਾਣ ਭਾਰਤ ਦੇ ਵਿੱਚ ਰਹਿੰਦਿਆਂ, ਪੰਜਾਬ ਦੇ ਵਿੱਚ ਰਹਿੰਦਿਆਂ, ਜਦੋਂ ਆਪਾਂ ਸਕੂਲ ਦੇ ਵਿੱਚ ਦਾਖਲਾ ਲੈਣਾ, ਸਭ ਤੋਂ ਪਹਿਲਾਂ ਸਿਰਫ ਬਾਪ ਦਾ ਨਾਂ ਲਿਖਿਆ ਜਾਂਦਾ ਸੀ। ਹੌਲੀ ਹੌਲੀ ਸਮਾਂ ਤਬਦੀਲ ਹੋਇਆ, ਉਹਦੇ ਵਿੱਚ ਮਾਂ ਦਾ ਨਾਮ ਵੀ ਲਿਖਿਆ ਜਾਣ ਲੱਗ ਪਿਆ। ਭਾਵ ਸਾਡੀ ਜਿਹੜੀ ਪਹਿਚਾਣ ਸਭ ਤੋਂ ਪਹਿਲਾਂ ਸਾਡਾ ਮਾਂ-ਬਾਪ ਨੇ ਨਾਮਕਰਨ ਕੀਤਾ, ਪਰਮਵੀਰ ਸਿੰਘ ਰੱਖਿਆ, ਫਿਰ ਉਹਦੇ ਨਾਲ ਸਨ ਆਫ ਲਿਖਿਆ ਜਾਣ ਲੱਗਿਆ। ਆਪਣੇ ਵੇਲੇ ਸਨ ਆਫ ਹੀ ਲਿਖਦੇ ਸੀ, ਹੁਣ ਨਾਲ ਮਾਂ ਦਾ ਨਾਮ ਵੀ ਲਿਖਣ ਲੱਗ ਪਏ। ਪਰ ਜਿਹੜੀ ਦੂਸਰੀ ਸਭ ਤੋਂ ਵੱਡੀ ਪਹਿਚਾਣ ਕਿਸੇ ਵੀ ਵਿਅਕਤੀ ਦੀ, ਖਾਸ ਕਰਕੇ ਉਦੋਂ ਸਾਡਾ ਦਾਇਰਾ ਛੋਟਾ ਹੁੰਦਾ ਸੀ। ਕਿਹੜੇ ਪਿੰਡੋਂ ਆ ਕਾਕਾ ਤੂੰ? ਸਭ ਤੋਂ ਪਹਿਲਾਂ ਪਿੰਡ ਪਹਿਚਾਣ ਬਣਨਾ, ਆਪਣਾ ਪਿੰਡ ਦੀ ਜੂਹ ਛੱਡ ਕੇ ਜਦੋਂ ਦੂਸਰੇ ਪਿੰਡ ਚਲੇ ਜਾਣਾ, ਦੂਸਰੇ ਨੰਬਰ ਤੇ ਪੁੱਛਦੇ ਭਾਈ ਤੂੰ ਕਾਕਾ ਕਿਹਦਾ, ਤੂੰ ਬੀਬੀ ਕਿਹਦੀ ਹੈ। ਇਹਦਾ ਮਤਲਬ ਪਿੰਡ ਦੇ ਨਾਲ ਸਾਡੀ ਪਹਿਚਾਣ, ਪਿੰਡ ਨੇ ਸਾਨੂੰ ਉਹ ਜਨ ਜੀਵਨ ਦਿੱਤਾ ਹੈ ਜਿਹਦੀ ਤਲਾਸ਼ ਦੇ ਵਿੱਚ ਅੱਜ ਵੱਡੇ ਵੱਡੇ ਵਿਗਿਆਨੀ ਤੁਰੇ ਫਿਰਦੇ ਆ ਕਿ ਯਾਰ ਸਾਫ਼ ਹਵਾ, ਆਬੋ ਹਵਾ ਕਿੱਥੇ ਮਿਲੇ। ਤੇ ਦੂਸਰੀ ਗੱਲ, ਜਿਹੜੇ ਭਾਈਚਾਰਕ ਸਾਂਝਾਂ ਦੀ ਅਸੀਂ ਗੱਲ ਕਰਦੇ ਹਾਂ, ਜਿੰਨੀ ਭਾਈਚਾਰਕ ਸਾਂਝ ਜਾਂ ਉਸ ਦਾ ਨਮੂਨਾ ਕਿਸੇ ਵਿਅਕਤੀ ਨੇ ਅੱਜ ਵੀ ਦੇਖਣਾ ਹੋਵੇ, ਬਹੁਤ ਸਾਰੇ ਪਿੰਡਾਂ ਦੇ ਵਿੱਚ ਅੱਜ ਵੀ ਉਹ ਮੌਜੂਦ ਹੈ। ਪਰ ਆਹ ਥੋੜਾ ਬਹੁਤਾ ਗ੍ਰਹਿਣ ਪਿੰਡ ਦੀਆਂ ਪੰਚਾਇਤੀ ਚੋਣਾਂ ਨੇ ਜ਼ਰੂਰ ਲਾਇਆ ਪਿੰਡ ਨੂੰ, ਧੜੇ ਬਣਾਤੇ, ਇਹ ਤੋਂ ਮੁਨਕਰ ਨਹੀਂ ਹੋ ਸਕਦੇ। ਪਰ ਫਿਰ ਵੀ ਸ਼ਹਿਰਾਂ ਦੇ ਮੁਕਾਬਲੇ ਜੇਕਰ ਜ਼ਿੰਦਗੀ ਵੇਖੀਏ, ਆਮ ਲੋਕਾਂ ਦੀ ਸਾਦੀ ਜ਼ਿੰਦਗੀ, ਇੱਕ ਦੂਸਰੇ ਦੇ ਨੇੜੇ ਦੀ ਜ਼ਿੰਦਗੀ, ਸੁੱਖ ਹੋਵੇ ਦੁੱਖ ਹੋਵੇ, ਪਿੰਡ ਦੇ ਵਿੱਚ ਤੁਸੀਂ ਆਪ ਦੱਸਿਓ, ਕਿਸੇ ਧੀ ਧਿਆਣੀ ਦਾ ਵਿਆਹ ਹੋਵੇ ਜਾਂ ਕਿਸੇ ਨੌਜਵਾਨ ਦਾ, ਕਿਸੇ ਗੱਭਰੂ ਦਾ ਵਿਆਹ ਹੋਵੇ, ਅੱਧਾ ਪਿੰਡ ਤਾਂ ਤੁਹਾਡੇ ਘਰ ਗੰਢੇ ਕੱਟ ਰਿਹਾ ਹੁੰਦਾ, ਅੱਧਾ ਪਿੰਡ ਲੱਡੂ ਵਟ ਰਿਹਾ ਹੁੰਦਾ, ਅੱਧੇ ਪਿੰਡ ਦੇ ਮੰਜੇ ਬਿਸਤਰੇ ਇਕੱਠੇ ਕਰਦੇ ਤੁਰੇ ਫਿਰਦੇ ਹੁੰਦੇ ਨੇ। ਪਰ ਹੁਣ ਥੋੜਾ ਬਹੁਤਾ ਭਾਵੇਂ ਸਮਾਂ ਤਬਦੀਲ ਹੋ ਗਿਆ, ਪਰ ਸਮੇਂ ਦੀ ਤਬਦੀਲੀ ਦੇ ਨਾਲ ਵੀ ਹਾਲੇ ਵੀ ਲੋਕਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਕਿ ਪਿੰਡ ਦੇ ਵਿੱਚ ਕਿਹੜਾ ਵਿਅਕਤੀ ਲੋੜਵੰਦ ਹੈ, ਉਹਦੀ ਕਦੋਂ ਤੇ ਕਿਸ ਤਰੀਕੇ ਨਾਲ ਮਦਦ ਕੀਤੀ ਜਾ ਸਕਦੀ ਹੈ। ਕਿਉਂਕਿ ਪਿੰਡ ਦੀ ਆਬਾਦੀ 500 ਤੋਂ ਲੈ ਕੇ 700 ਤੋਂ ਲੈ ਕੇ 10,000, 15,000, 20,000 ਤੱਕ ਵੱਡੇ ਪਿੰਡਾਂ ਤੱਕ ਹੋ ਸਕਦੀ ਹੈ। ਪਰ ਵੱਡੇ ਪਿੰਡਾਂ ਦੇ ਵਿੱਚ ਇਹ ਖੂਬਸੂਰਤੀ ਹੈ ਕਿ ਉਹਨਾਂ ਦੀਆਂ ਪੱਤੀਆਂ ਨੇ,
ਉਹ ਵੀ ਇੱਕੋ 500-700 ਪਿੰਡ ਵਰਗੀਆਂ ਉਡੀਆਂ ਪੱਤੀਆਂ ਨੇ। ਉਹ ਆਪਣੀ ਆਪਣੀ ਪੱਤੀ ਦੇ ਵਿੱਚ ਲਗਭਗ ਸਾਰਿਆਂ ਨੂੰ ਇੱਕ ਦੂਸਰੇ ਨੂੰ ਜਾਣਦੇ ਨੇ, ਵਿੱਤੀ ਵਿਵਸਥਾ ਵੀ ਜਾਣਦੇ ਨੇ। ਇੱਥੋਂ ਤੱਕ ਪਤਾ ਹੁੰਦਾ ਕਿ ਜਿਹੜੀ ਨਵੀਂ ਬਹੂ ਲਿਆਂਦੀ ਹੈ ਉਹਨਾਂ ਨੇ ਵਿਆਹ ਕੇ, ਉਹਦੇ ਨਾਲ ਇਹਨਾਂ ਦੀ ਬਣਦੀ ਨਹੀਂ। ਕਈ ਵਾਰੀ ਇਹ ਵੀ ਪਤਾ ਹੁੰਦਾ ਹੈ ਕਿ ਰਿਸ਼ਤਾ ਜਿਹੜਾ ਕਰਾਇਆ ਹੈ ਅਸਲ ਦੇ ਵਿੱਚ ਤਾਂ ਰਿਸ਼ਤਾ ਇਹ ਕਿਸੇ ਹੋਰ ਪਿੰਡ ਹੁੰਦਾ ਸੀ। ਇਹਨਾਂ ਨੇ ਵਿੱਚ ਦਬ ਦਬਾ ਪਾ ਕੇ ਇਹਨਾਂ ਨੂੰ ਕੁੜੀ ਚੰਗੀ ਲੱਗੀ, ਉੱਥੋਂ ਜ਼ਮੀਨ ਵੀ ਆਉਂਦੀ ਸੀ, ਘਰ-ਬਾਰ ਚੰਗਾ ਸੀ, ਉਹ ਭਾਈ ਦੂਰੋਂ ਨੇੜਿਓਂ ਕਰਕੇ ਇਹਨਾਂ ਨੇ ਸਾਕ ਕਰਾ ਲਿਆ। ਹੁਣ ਜਿਹੜੇ ਪਿੰਡਾਂ ਦੀ ਜਿਹੜੀ ਆਪਣੀ ਇੱਕ ਖੂਬਸੂਰਤੀ ਇਹ ਕਿ ਪਹਿਲਾਂ ਤਾਂ ਪਿੰਡਾਂ ਦੇ ਵਿੱਚ ਗਲੀਆਂ ਵੀ ਕੱਚੀਆਂ, ਨਾਲੀਆਂ ਵੀ ਕੱਚੀਆਂ। ਹੁਣ ਇਹ ਖੂਬਸੂਰਤੀ ਦਾ ਮੈਂ ਜ਼ਿਕਰ ਕਰਨ ਲੱਗਿਆ। 70 ਸਾਲ ਤੋਂ ਵੱਧ ਪੂਰੇ ਭਾਰਤ ਨੂੰ ਆਜ਼ਾਦ ਹੋਇਆਂ ਹੋ ਗਏ। ਪੰਜਾਬ ਨੇ ਬਾਕੀ ਸੂਬਿਆਂ ਦੀ ਨਿਸਬਤਨ ਤਰੱਕੀ ਵੀ ਕੀਤੀ ਹੈ, ਲੋਕ ਮਿਹਨਤੀ ਹੈ। ਹਾਲੇ ਵੀ ਕੇਂਦਰ ਦੀ ਸਰਕਾਰ ਨੂੰ ਵੀ ਤੇ ਪੰਜਾਬ ਦੀ ਸਰਕਾਰ ਨੂੰ ਵੀ ਇਹਨਾਂ ਨੇ ਜਿਉਂਦਾ ਰੱਖਿਆ ਹੋਇਆ ਪੈਸੇ ਖਾਣ ਵਾਸਤੇ। ਕਿਉਂਕਿ ਪਿੰਡਾਂ ਦੀਆਂ ਗਲੀਆਂ ਨਾਲੀਆਂ ਦੇ ਨਾਂ ਤੇ ਪਿੰਡਾਂ ਦੀਆਂ ਪੰਚਾਇਤਾਂ ਵੀ, ਪੰਜਾਬ ਸਰਕਾਰ ਵੀ ਤੇ ਭਾਰਤ ਸਰਕਾਰ ਵੀ ਗ੍ਰਾਂਟਾਂ ਦਾ ਕੰਮ ਹਲੇ ਵੀ ਕਰੀ ਜਾਂਦੀ ਹੈ। ਬਿਲਕੁਲ ਬੈਨੀਪਾਲ ਸਾਹਿਬ, ਮੈਂ ਨਾ ਜਦੋਂ ਪਿੰਡ ਦਾ ਚੇਤਾ ਆਉਂਦਾ, ਹਾਲਾਂਕਿ ਮੈਨੂੰ ਤਾਂ ਸਮਾਂ ਹੀ ਨਹੀਂ ਹੋਇਆ, ਪਰ ਫਿਰ ਵੀ ਚੇਤਾ ਤਾਂ ਆਉਂਦਾ ਹੀ ਆ ਨਾ। ਪਿੰਡ ਦਾ ਚੇਤਾ ਕੀ ਆਉਂਦਾ, ਛੋਟੇ ਹੁੰਦਿਆਂ ਨੇ ਸ਼ਾਇਦ ਤੁਹਾਨੂੰ ਵੀ ਇਹ, ਜੇ ਤੁਹਾਡੇ ਨਾਲ ਵੀ ਇਹ ਗੱਲ ਬੀਤੀ ਹੈ, ਤੁਹਾਨੂੰ ਪਤਾ ਹੁੰਦਾ ਸੀ ਕਿ ਭਾਈ ਆ ਇਸ ਗਲੀ ਦੇ ਵਿੱਚ ਤੁਰੇ ਜਾਂਦੇ ਆ, ਗਲੀਆਂ ਛੋਟੀਆਂ ਹੀ, ਕਈ ਵਾਰੀ ਕੰਧ ਦੇ ਨਾਲ ਇਹਦਾ ਉਂਗਲੀ ਲਾ ਲਾ ਕੇ ਤੁਰਨਾ, ਉਹਦੇ ਨਾਲ ਕਈ ਵਾਰੀ ਰੋੜਾ ਫੜ ਕੇ ਉਹਦੇ ਨਾਲ ਲੀਕਾਂ ਜੀਆਂ ਪਾਉਂਦਿਆਂ ਤੁਰਨਾ। ਕਿਸੇ ਦਾ ਰੰਗ ਕਰਾਇਆ, ਕਲੀ ਕਰਾਈ ਹੁੰਦੀ ਸੀ, ਕਲੀ ਕਰਾਈ ਸੂਤ ਕਰ ਦੇਣੀ ਉਹ ਨਾ, ਵਿੱਚ ਡਿਜ਼ਾਈਨ ਪਾ ਦੇਣਾ। ਪਤਾ ਹੁੰਦਾ ਸੀ ਕਿ ਭਾਈ ਆ ਹੁਣ ਨਾ 2 ਫੁੱਟ ਬਾਅਦ ਇਹ ਪਲਸਤਰ ਵਾਲੀ ਕੰਧ ਮੁੱਕ ਜਾਣੀ ਹੈ, ਟੀਪ ਵਾਲੀ ਆ ਜਾਣੀ ਆ। ਕਈਆਂ ਤਾਂ ਟੀਪ ਵੀ ਨਹੀਂ ਸੀ ਹੁੰਦੀ। ਉਹਦੇ ਵਿੱਚ ਫਿਰ ਇਹ ਵੀ ਹੁੰਦਾ ਸੀ ਕਿ ਕਈ ਵਾਰੀ ਉਹ ਤੋਂ ਕੱਖ ਕਣ ਚੱਕ ਕੇ ਜਿੱਥੇ ਟੀਪ ਨਹੀਂ ਹੁੰਦੀ ਉਹਦੇ ਵਿੱਚ ਫਸਾਈ ਜਾਣਾ, ਉਹਦੀ ਰੋੜਾ ਫੜ ਕੇ ਤਾਂ ਕੋਈ ਡੀਖਾ ਜਿਹਾ ਫੜ ਕੇ ਉਹਦੇ ਵਿੱਚ ਠੋਕੀ ਜਾਣਾ। ਘੜੀਆਂ ਦੇ ਸੈੱਲ ਬਹੁਤ ਫਸਾਉਂਦੇ ਹੁੰਦੇ ਸੀ। ਘੜੀ ਦਾ ਸੈੱਲ ਛੋਟਾ ਜਿਹਾ ਹੋਣਾ, ਉਦੋਂ ਘੜੀ ਵੀ ਕਿਹੜਾ ਹੁੰਦੀ ਸੀ। ਜੇ ਕਿਸੇ ਨੇ ਉਹ ਖਤਮ ਹੋਇਆ ਸੈੱਲ ਸਿੱਟ ਦੇਣਾ, ਪਹਿਲਾਂ ਤੁਹਾਨੂੰ 5-7 ਦਿਨ ਜੇਬ 'ਚ ਪਾਈ ਫਿਰਨਾ, ਫਿਰ ਦੂਜਿਆਂ ਨੂੰ ਦਿਖਾਉਂਦੇ ਫਿਰਨਾ, ਆਹ ਦੇ ਸੈੱਲ ਇਦਾਂ ਦਾ ਹੁੰਦਾ, ਆਹ ਹੁੰਦਾ ਘੜੀ ਦਾ ਚਾਚਾ ਮੇਰਾ ਲਿਆਏ ਬਾਹਰੋਂ। ਹੁਣ ਉਹਦੇ ਤੋਂ ਬਾਅਦ ਉਹਨੂੰ ਲੁਕਾਉਣਾ, ਉਹ ਕਈ ਵਾਰੀ ਚੇਤਾ ਭੁੱਲ ਜਾਣਾ, ਮੁੜ ਕੇ ਇੱਥੇ ਦਿੱਤਾ ਸੀ, ਵਿੱਚ ਇੱਥੇ ਦਿੱਤਾ ਸੀ। ਬੈਨੀਪਾਲ ਸਾਹਿਬ, ਇੱਕ ਪਿੰਡ ਦੀ ਜਿਹੜੀ ਖੂਬਸੂਰਤੀ ਸੀ ਨਾ ਜੀ, ਮੈਂ ਕੰਪੇਅਰ ਨਹੀਂ ਕਰਦਾ। ਅੱਜ ਬੜੀਆਂ ਤਰੱਕੀਆਂ ਹੋ ਗਈਆਂ, ਦੇਖੋ ਕਿੱਡੇ ਕਿੱਡੇ ਵੱਡੇ ਕਾਰੋਬਾਰ ਹੋ ਗਏ, ਪਰ ਜਦੋਂ ਹੁੰਦਾ ਨਾ ਕਿ ਭਾਈ ਇੱਥੇ ਨਟ ਵੀ ਆਪ ਹੀ ਖੋਲ੍ਹਣਾ ਹੈ। ਹੁਣ ਤਾਂ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਵੀ ਇਦਾਂ ਹੀ ਹੈ ਕਿ ਤੁਸੀਂ ਨਟ ਵੀ ਆਪ ਹੀ ਖੋਲ੍ਹਣਾ ਹੈ, ਤੁਸੀਂ ਰੰਗ ਵੀ ਆਪ ਹੀ ਕਰਨਾ ਹੈ, ਸਾਰਾ ਕੁਝ ਆਪਣੇ ਹੱਥੀਂ ਕਰਨਾ ਹੈ। ਪਰ ਉੱਥੇ ਜਿਵੇਂ ਬੈਨੀਪਾਲ ਸਾਹਿਬ ਨੇ ਦੱਸਿਆ ਕਿ ਪਤਾ ਹੀ ਨਹੀਂ ਹੁੰਦਾ ਕਿ ਗੰਢੇ ਕੌਣ ਕੱਟੀ ਜਾਂਦਾ ਵਿਆਹ 'ਚ, ਆਹ ਕੌਣ ਕਰੀ ਜਾਂਦਾ। ਹਾਲਾਂਕਿ ਕਈ ਸਮਾਗਮਾਂ ਦੇ ਵਿੱਚ ਵਿਦੇਸ਼ਾਂ 'ਚ ਵੀ ਇੱਦਾਂ ਹੀ ਹੁੰਦਾ, ਗੁਰੂ ਘਰਾਂ ਦੇ ਵਿੱਚ ਵੀ ਅਜੇ ਕੋਈ ਭਾਵੇਂ ਨਿੱਜੀ ਤੌਰ 'ਤੇ ਸਮਾਗਮ ਹੋਵੇ, ਉੱਥੇ ਵੀ ਲੋਕ ਇਕੱਠੇ ਹੁੰਦੇ ਆ। ਪਰ ਉਦੋਂ ਖਾਸ ਤੌਰ 'ਤੇ ਬੈਨੀਪਾਲ ਸਾਹਿਬ ਜਦੋਂ ਮਰਨਾ ਪਰਨਾ ਹੁੰਦਾ ਸੀ ਨਾ, ਉਸ ਮੌਕੇ ਦੀ ਗੱਲ ਕਿ ਕਿਸੇ ਦੇ ਘਰ ਦੇ ਵਿੱਚ ਕੋਈ ਮੌਤ ਹੋ ਗਈ, ਦੇਖੋ ਉਹ ਪਲੈਨਡ ਤਾਂ ਹੈ ਨਹੀਂ, ਪਰ ਇਹ ਨਹੀਂ ਹੁੰਦਾ ਸੀ ਕਿਉਂਕਿ ਘਰਦਿਆਂ ਨੂੰ ਲੰਗਰ ਪਾਣੀ ਪ੍ਰਸ਼ਾਦਾ ਹੀ ਨਹੀਂ ਸੀ ਪਤਾ ਹੁੰਦਾ ਕਿ ਕਿਹੜਾ ਗੁਆਂਢੀ ਪਕਾ ਕੇ ਲੈ ਆਇਆ। ਇਹ ਨਹੀਂ ਸੀ ਪਤਾ ਹੁੰਦਾ ਕਿ ਕਿਹੜੇ ਬੰਦੇ ਨੇ ਉਸ ਲਈ ਦੇਖਣਾ ਨਹੀਂ, ਕਿਸੇ ਨਾ ਕਿਸੇ ਗੁਆਂਢੀ ਨੇ ਆ ਜਾਣਾ, ਉਹ ਚਲੋ ਵੀ ਲਿਆਓ ਮੁੰਡਿਓ, ਚਲੋ ਉੱਠੋ, ਤੂੰ ਕਾਕੇ ਗੁਰਦੁਆਰਿਓਂ ਦਰੀ ਲੈ ਕੇ ਆ, ਫਿਰ ਨਾਲ ਹੀ ਆ 50 ਗਲਾਸ ਵੀ ਲੈ ਆਈ, ਥਾਲ ਵੀ ਲੈ ਆਈ, ਤੇ ਤੂੰ ਤੁਹਾਡੇ ਬਾਲਣ ਪਿਆ, ਮੈਨੂੰ ਪਤਾ ਸੀ ਉੱਥੇ ਬਾਲਣ ਦਾ ਪ੍ਰਬੰਧ ਕਰਨਾ, ਮੈਨੂੰ ਪਤਾ ਕਿ ਟਰਾਲੀ ਤੁਹਾਡੀ ਦੇ ਵਿੱਚ ਦਾਣੇ ਪਏ ਆ, ਤੂੰ ਕਾਕਾ ਆਪਣੇ ਚਾਚੇ ਨੂੰ ਕਹਿ ਮੇਰਾ ਨਾਂ ਲੈ ਦੇਈਂ, ਉਹਨੂੰ ਕਹਿ ਟਰਾਲੀ ਦੇ ਵਿੱਚ ਉੱਥੇ ਬਾਲਣ ਛੱਡ ਕੇ ਆਉਣਾ ਹੈ, ਤੇ ਨਾਲ ਦੀ ਨਾਲ ਜਦੋਂ ਮੁੜ ਕੇ ਨਾ ਉੱਥੇ ਸੰਸਕਾਰ ਤੋਂ ਬਾਅਦ ਗੁਰਦੁਆਰੇ ਆਉਣਾ ਹੈ, ਉੱਥੇ ਪਾਣੀ ਦਾ ਪ੍ਰਬੰਧ ਵੀ ਚਾਹੀਦਾ, ਉੱਥੇ ਲੋਕ ਦੂਰੋਂ ਆਏ ਹੁੰਦੇ ਆ, ਪਾਣੀ ਦਾ ਵੀ ਪ੍ਰਬੰਧ ਵੀ ਚਾਹੀਦਾ, ਮਾੜਾ ਮੋਟਾ ਰੋਟੀ ਪਾਣੀ ਦਾ ਪ੍ਰਬੰਧ ਵੀ ਆਪਾਂ ਕਰਨਾ ਹੈ। ਇਸ ਕਰਕੇ ਕੋਈ ਬੰਦਾ ਭੁੱਖਾ ਨਾ ਜਾਵੇ, ਇਹ ਪਿੰਡ ਦੀ ਗੱਲ ਹੈ। ਟੱਬਰ ਵਾਲਿਆਂ ਨੂੰ ਕੋਈ ਨਹੀਂ ਪੁੱਛਣਾ, ਇਹ ਵੀ ਕਹਿਣਾ ਕਿ ਤੁਸੀਂ ਭਾਈ ਇਹਨਾਂ ਨੂੰ ਬਸ 5-4 ਬੰਦੇ ਦੀ ਡਿਊਟੀ ਲਾ ਦੇਣੀ ਕਿ ਤੁਸੀਂ ਘਰ ਵਾਲਿਆਂ ਨੂੰ ਸਾਂਭਣਾ, ਤੁਸੀਂ ਬਸ ਉਹਨਾਂ ਨੂੰ ਸਾਂਭੋ, ਅਸੀਂ ਦੇਖ ਲੈਨੇ, ਕੋਈ ਫਿਕਰ ਥੋੜੀ ਹੁੰਦਾ ਸੀ। ਉਹ ਅਸਲ ਦੇ ਵਿੱਚ ਪਿੰਡ ਸੀ। ਬੈਨੀਪਾਲ ਸਾਹਿਬ, ਜਦੋਂ ਲੜਾਈਆਂ ਘੜਾਈਆਂ ਦੀਆਂ ਗੱਲਾਂ ਹੁੰਦੀਆਂ ਕਿ ਭਰਾ ਨੇ ਭਰਾ ਨੂੰ ਐ ਕਰਤਾ, ਪਿੰਡਾਂ ਝਗੜੇ ਹੋ ਗਏ, ਪਰ ਮੈਂ ਸੋਚਦਾ ਸੀ ਕਿ ਦੇਖੋ ਕਿੰਨੀ ਅਪਣੱਤ ਸੀ। ਤੁਸੀਂ ਗਲੀ ਦੇ ਵਿੱਚ ਤੁਰੇ ਜਾਓ, ਕੋਈ ਨਾ ਕੋਈ ਬੇਬੇ ਘਰ ਦਾ ਬਾਰ ਖੋਲ ਕੇ ਥੋੜਾ ਜਿਹਾ ਅੰਦਰਲੇ ਪਾਸੇ ਨੂੰ ਮੰਜੀ ਢਾ ਕੇ ਬੈਠੀ ਹੁੰਦੀ ਸੀ। ਮਜਾਲ ਆ ਕਿ ਤੁਸੀਂ ਲੰਘ ਜਾਓ ਤਾਂ ਮਗਰੋਂ ਹਾਕਣਾ, ਵੇ ਕਿਹੜਾ ਹੈ? ਉਹੀ ਸੀਸੀਟੀਵੀ ਕੈਮਰੇ ਹੁੰਦੇ, ਸੀਸੀਟੀਵੀ ਕੈਮਰੇ ਹੁੰਦੇ, ਕਿਹਨਾਂ ਦਾ? ਇੱਧਰ ਆ, ਉੱਥੇ 2 ਮਿੰਟ ਬਿਠਾ ਵੀ ਲੈਣਾ, ਦਾਦੀ ਤੇਰੀ ਠੀਕ ਆ, ਤੈਨੂੰ ਨਹੀਂ ਪਤਾ ਪੁੱਤ ਅਸੀਂ ਬੜਾ ਚਰਖਾ ਕੱਤਿਆ ਇਕੱਠੀਆਂ ਨੇ, ਤੁਹਾਨੂੰ ਕੀ ਪਤਾ ਇੱਕ ਵਾਰੀ ਤੇਰੇ ਨਾ ਭਾਪੇ ਨੇ ਸੱਟ ਲਵਾ ਲਈ, ਉਸ ਵੇਲੇ ਦੇਸੀ ਘਿਓ ਵੀ ਤੱਤਾ ਕਰਕੇ ਲਾਉਣਾ ਹੁੰਦਾ, ਸਾਡੇ ਮੈਂ ਕੋਈ ਨਾ, ਉਹਨਾਂ ਨੇ ਇੰਨਾ ਘਿਓ 5 ਮਿੰਟ ਹੀ ਭੇਜ ਦਿੱਤਾ ਤੇ ਰੋਜ਼ ਖਬਰ ਲੈ ਕੇ ਆਉਣਾ, ਪੁੱਤ ਬੜੇ ਚੰਗੇ ਦਿਨ ਹੁੰਦੇ ਸੀ ਉਦੋਂ ਸਾਡੇ। ਆ ਹੋ ਗਿਆ, ਜਾਣੀ ਕਿ 5-7 ਮਿੰਟਾਂ 'ਚ ਤੁਹਾਨੂੰ ਬਿਠਾ ਕੇ ਧੱਕੇ ਨਾ ਕਿ ਤੂੰ ਤੁਰਿਆ ਜਾਂਦਾ, ਸੁੱਕਾ ਨਹੀਂ ਲੰਘ ਸਕਦਾ। ਅਪਣੱਤ ਸੀ ਉਹ, ਨਾ ਬੈਠਣ ਵਾਲੇ ਕੋ ਵੀ ਸਮਾਂ ਹੁੰਦਾ ਸੀ ਤੇ ਗੱਲਾਂ ਸੁਣਾਉਣ ਵਾਲੇ ਕੋ ਵੀ ਸਮਾਂ ਹੁੰਦਾ ਸੀ। ਤੇ ਬੈਨੀਪਾਲ ਸਾਹਿਬ, ਉਹ ਅਸਲ ਦੇ ਵਿੱਚ ਅਪਣੱਤ ਸੀ। ਉਦੋਂ ਕੋਈ ਨਾ ਕੋਈ ਚੀਜ਼ ਵੀ ਬੇਬੀਆਂ ਨੇ ਕੱਢ ਕੇ ਦੇ ਦੇਣੀ ਕਿ ਆ ਤੂੰ ਖਾ, ਆ ਕੁੜੇ ਲੱਸੀ ਪਿਲਾ, ਮੁੰਡਾ ਆਇਆ ਦੁਪਹਿਰੇ, ਤੈਨੂੰ ਕਿੰਨੀ ਵਾਰੀ ਕਿਹਾ ਸੂਰਜ ਸਿਰ ਤੇ ਆਇਆ ਤੇ ਤੂੰ ਘੁੰਮਦਾ ਫਿਰਦਾ ਬਾਹਰ, ਚੱਲ ਹੁਣ ਘਰ ਨੂੰ ਮੁੜ ਜਾ, ਦਬਕਾ ਵੀ ਮਾਰ ਦੇਣਾ। ਦੇਖੋ, ਆਪਾਂ ਜਿਹੜੀਆਂ ਸਰਕਾਰਾਂ ਅੱਜ ਸਵਦੇਸ਼ੀ ਦੀ ਗੱਲ ਕਰਦੀਆਂ ਨੇ ਨਾ, ਆਪਣੇ ਤੋਂ ਪਹਿਲਾਂ ਜਿਹੜੇ ਲੋਕ ਹੋਣਗੇ ਉਹਨਾਂ ਨੂੰ ਪਤਾ ਹੋਊਗਾ, ਜਿਹੜੇ ਵਡੇਰੀ ਉਮਰ ਦੇ ਨੇ, ਕੋਈ 50 ਦਾ ਹੋਣਾ, ਕੋਈ 60 ਦਾ ਹੋਣਾ, ਕੋਈ 40 ਦਾ ਹੋਣਾ, ਲਗਭਗ ਉਹ ਇਸ ਗੱਲ ਨੂੰ ਜਾਣਦੇ ਹੋਣਗੇ ਜੀ
ਕਿ ਪਿੰਡ ਦਾ ਪਿੰਡ 'ਚ ਹੀ ਗੁਜ਼ਾਰਾ ਸੀ। ਸਬਜ਼ੀ ਵੀ ਘਰ 'ਚ, ਲਸਣ ਵੀ ਘਰ ਦੇ ਵਿੱਚ, ਪਿਆਜ਼ ਵੀ ਘਰ ਦੇ ਵਿੱਚ, ਤੇ ਇਹਦੇ ਨਾਲ ਨਾਲ ਜਿਹੜੀ ਸਭ ਤੋਂ ਖੂਬਸੂਰਤ ਗੱਲ ਸੀ, ਇੱਕ ਦੂਸਰੇ ਨੂੰ ਵਾਟ ਸਿਸਟਮ ਬਹੁਤ ਵਧੀਆ ਸੀ ਜੀ। ਜਿਹੜੀ ਚੀਜ਼ ਮੇਰੇ ਨਹੀਂ ਉਹ ਤੁਹਾਡੇ, ਜਿਹੜੀ ਤੁਹਾਡੇ ਨਹੀਂ ਉਹ ਮੇਰੇ ਹੈ। ਇੱਕ ਦੂਸਰੇ ਨਾਲ ਵਟਾਂਦਰਾ ਕਰ ਲੈਣਾ, ਜਿਵੇਂ ਆਪਾਂ ਵਿਚਾਰਾਂ ਦਾ ਵਟਾਂਦਰਾ ਕਰਨੇ ਨਾ, ਉਸ ਵਕਤ ਵਸਤਾਂ ਦਾ ਵਟਾਂਦਰਾ ਕਰਕੇ ਉਹਨਾਂ ਨੇ ਪਿੰਡ ਦਾ ਪਿੰਡ 'ਚ ਸਾਰਨਾ। ਖੇਸ ਵੀ ਹੱਥੀਂ ਬੁਣਨੇ ਨੇ, ਸਵੈਟਰ ਵੀ ਹੱਥੀਂ ਬੁਣਨੇ ਨੇ। ਹੁਣ ਤਾਂ ਮੈਨੂੰ ਲੱਗਦਾ ਅਟੇਰਨਾ ਜੇ ਪੁੱਛ ਲਿਆ ਕਿਸੇ ਨੂੰ ਪਤਾ ਹੀ ਨਹੀਂ ਹੋਣਾ, ਪਤਾ ਹੋਣਾ, ਕਿਉਂਕਿ ਉਹ ਬਜ਼ੁਰਗ ਮਾਵਾਂ ਜਿਹੜੀਆਂ ਦਾਦੀਆਂ ਸੀ ਉਹ ਅਟੇਰਨਾ ਬੈਠੀਆਂ ਬੁਣਦੀਆਂ ਰਹਿੰਦੀਆਂ, ਉਧੇੜੀ ਜਾਂਦੀਆਂ, ਕਿਸੇ ਨੇ ਨਾਲੇ ਬੁਣੀ ਜਾਣੇ। ਉਹਨਾਂ ਵੇਲਿਆਂ ਦੇ ਵਿੱਚ ਜਿਹੜੀ ਸਭ ਤੋਂ ਚੰਗੀ ਗੱਲ ਸੀ ਕਿ ਜੇਕਰ ਕੋਈ ਪ੍ਰਾਹੁਣਾ ਵੇਲੇ ਇੱਕ ਵੇਲੇ ਵੀ ਆ ਗਿਆ, ਆਮ ਤੌਰ ਤੇ ਲੋਕ ਜਿਸ ਨੂੰ ਕਈ ਵਾਰੀ ਜਵਾਰ ਦੀ ਰੋਟੀ ਕਹਿੰਦੇ, ਮੱਕੀ ਦੀ ਰੋਟੀ ਜ਼ਿਆਦਾ ਖਾਂਦੇ ਸੀ, ਕਿਉਂਕਿ ਮੱਕੀ ਜ਼ਿਆਦਾ ਹੁੰਦੀ ਸੀ, ਕਣਕ ਬਾਅਦ 'ਚ ਆਈ ਜੀ। ਕਣਕ ਦਾ ਆਟਾ ਕਿਸੇ ਕਿਸੇ ਘਰ ਹੁੰਦਾ। ਉਹਨਾਂ ਨੇ ਕਹਿਣਾ ਵੀ ਹੁਣ ਪ੍ਰਾਹੁਣਾ ਆ ਗਿਆ, ਹੁਣ ਪ੍ਰਾਹੁਣੇ ਨੇ ਕਿਹੜਾ ਉਦੋਂ ਫੋਨ ਕਰਕੇ ਆਉਣਾ ਸੀ ਜਾਂ ਤਾਰ ਭੇਜਣੀ ਸੀ ਤਾਂ ਰੋਟੀ ਕਣਕ ਦੀ ਜਾਂ ਲਾਉਣੀ, SMS, ਉਹਨੂੰ ਕਣਕ ਦੀ ਰੋਟੀ ਖਵਾਉਣੀ ਆ। ਹੁਣ ਹੱਥਾਂ ਪੈਰਾਂ ਦੀਆਂ ਪੈ ਜਾਣੀਆਂ ਵੀ ਕਣਕ ਦਾ ਤਾਂ ਆਟਾ ਹੈ ਨਹੀਂ, ਮੁੱਕਿਆ ਹੋਇਆ ਸੀ, ਕਿਉਂਕਿ ਬਹੁਤਾ ਆਟਾ ਉਹ ਕਹਿੰਦੇ ਸੁਸਰੀ ਪੈ ਜੂਗੀ, ਕਿਉਂਕਿ ਪ੍ਰਬੰਧ ਕਿੰਨੇ ਕੁ ਹੁੰਦੇ ਸੀ, ਕੱਚੇ ਘਰ ਹੁੰਦੇ ਸੀ। ਉਹਨਾਂ ਕਹਿਣਾ ਇਦਾਂ ਕਰ, ਫਲਾਣੀ ਬੇਬੇ ਕੇ ਜਾ, ਉਹਨੂੰ ਦੱਸਣਾ ਸਾਡੇ ਫੁੱਫੜ ਜੀ ਆ ਗਏ, ਇੰਨਾ ਹੀ ਦੱਸਣ ਦੀ ਲੋੜ ਆ, ਉਹਨੇ ਆਟਾ ਤੈਨੂੰ ਪਾ ਕੇ ਦੇ ਦੇਣਾ। ਤੁਸੀਂ ਦੇਖੋ ਵੀ ਅੰਡਰਸਟੈਂਡਿੰਗ ਦੇਖੋ, ਆਪ ਹੀ ਜਗਾੜ ਲੱਗ ਜਾਣਾ, ਬਸ ਇੰਨਾ ਦੱਸਣ ਦੀ ਲੋੜ ਆ ਕਿ ਫੁੱਫੜ ਜੀ ਆ ਗਏ। ਉਹਨਾਂ ਨੂੰ ਇਹ ਪਤਾ ਲੱਗ ਜਾਣਾ ਜਿਹੜੇ ਇਸ ਵੇਲੇ ਆਏ ਨੇ, ਇੱਕ ਤਾਂ ਇਹਨਾਂ ਨੂੰ ਆਟਾ ਚਾਹੀਦਾ, ਉਹ ਇੱਕ ਭਾਈ ਦਾਲ ਸਬਜ਼ੀ, ਦਾਲ ਭਾਜੀ ਕਹਿੰਦੇ ਸੀ, ਭਾਜੀ ਸਬਜ਼ੀ ਵੀ ਨਹੀਂ ਬਣੀ ਹੋਣੀ। ਉਹਨੇ ਕਹਿਣਾ ਦੇਖ ਪੁੱਤ ਮੈਂ ਆਹ ਸਬਜ਼ੀ ਬਣਾਈ ਸੀ, ਆ ਲੈ ਜਾ, ਅਚਾਰ ਵਗੈਰਾ ਲੈ ਕੇ ਜਾਣਾ, ਇਹ ਵੀ ਲੈ ਜਾ, ਪਰ ਇਹ ਜ਼ਰੂਰੀ ਨਹੀਂ ਕਿ ਤੁਸੀਂ ਸਾਨੂੰ ਕਣਕ ਦਾ ਹੀ ਦੇਣਾ, ਤੁਸੀਂ ਭਾਵੇਂ ਸਾਨੂੰ ਮੱਕੀ ਦੇ ਦਿਓ। ਸੋ ਅੱਜ ਇਹ ਜ਼ਮਾਨਾ, ਕਿਉਂਕਿ ਸਮੇਂ ਨੇ ਇੱਕ ਦੂਸਰੇ ਦੇ ਨਾਲ ਸਾਡੀਆਂ ਜਿਹੜੀਆਂ ਆਪਾਂ ਕਹਿੰਦੇ ਕਿ ਸਾਂਝਾਂ ਨਹੀਂ, ਕਿਉਂਕਿ ਮੈਨੂੰ ਲੱਗਦਾ ਸਾਨੂੰ ਇੱਕ ਦੂਸਰੇ ਦੀ ਉਨੀ ਹੁਣ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਜੀ। ਹੁਣ ਇਹੋ ਹੀ ਸਮਾਂ ਆ ਜੇ, ਵੇਲੇ ਕੁ ਵੇਲੇ ਪ੍ਰਾਹੁਣਾ ਬਿਨਾਂ ਦੱਸੇ ਆ ਜੇ, ਅਸੀਂ ਮਾਰਨੀ ਮੋਟਰਸਾਈਕਲ ਦੀ ਕਿੱਕ, ਚਲੋ ਥੈਲੀ ਆਟੇ ਦੀ। ਅਸੀਂ ਕਿਸੇ ਨੂੰ ਫੋਨ ਕਰਨਾ, ਹੁਣ ਤਾਂ ਲੋਕ ਫੋਨ ਤੇ ਡਿਲੀਵਰੀਆਂ ਹੋਣ ਲੱਗ ਪਈਆਂ, ਕਿਉਂਕਿ ਮੈਨੂੰ ਲੱਗਦਾ ਪਿੰਡ ਦੀ ਮਹੱਤਤਾ ਤਾਂ ਨਹੀਂ ਨਿਕਲੀ, ਨਾ ਸਾਡੇ ਚੋਂ ਪਿੰਡ ਨੇ ਨਿਕਲਣਾ। ਮੈਨੂੰ ਯਾਦ ਹੈ ਜਦੋਂ ਪਹਿਲਾਂ ਗੀਤ ਲਿਖਣ ਲੱਗੇ, ਮੈਂ ਪਿੰਡ ਦੇ ਵਿੱਚ ਦੀਵਾ ਲਿਖਣਾ, ਉਹ ਕਹਿੰਦੇ ਯਾਰ ਇਹ ਕੀ ਹੈ, ਮੈਂ ਕਿਹਾ ਯਾਰ ਇਹ ਮੇਰਾ ਵਜੂਦ ਹੈ, ਇਹ ਮੇਰਾ ਪਿੰਡ ਹੈ, ਮੇਰੇ ਨਾਲ ਰਹਿਣਾ ਹਮੇਸ਼ਾ। ਕਈ ਫਿਰ ਉਹਦੇ ਤੋਂ ਬਾਅਦ ਦੇ ਵਿੱਚ ਮੈਂ ਵੇਖਿਆ ਕਿ ਬਹੁਤ ਸਾਰੇ ਲੋਕ ਹੁਣ ਦੇਵ ਨੂੰ ਥਰੀਕੇ ਕਰਕੇ ਲੋਕ ਜਾਣਦੇ ਨੇ, ਬਾਬੂ ਸਿੰਘ ਨੂੰ ਮਾਨ ਮਰਾੜਾਂ ਵਾਲੇ ਕਰਕੇ ਜਾਣਦੇ ਨੇ, ਕਿੰਨੇ ਨੇ ਇੰਦਰਜੀਤ ਹਸਨਪੁਰੀ ਕਰਕੇ ਜਾਣਦੇ ਆ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆਪਣੇ ਪਿੰਡ ਨੂੰ ਆਪਣੇ ਨਾਂ ਨਾਲੋਂ ਵੀ ਅੱਗੇ ਰੱਖਿਆ, ਪਰ ਹੁਣ ਪਿੰਡ ਦੇ ਵਿੱਚੋਂ ਸਾਂਝਾਂ ਨਹੀਂ ਟੁੱਟ ਸਕੀਆਂ। ਮੈਂ ਇੱਕ ਹਰਜਿੰਦਰ ਕੰਗ, ਬਹੁਤ ਖੂਬਸੂਰਤ ਗਜ਼ਲਗੋ ਵੀ ਨੇ, ਗੀਤਕਾਰ ਵੀ ਨੇ, ਜਿਨ੍ਹਾਂ ਦਾ ਤੁਸੀਂ ਗੀਤ ਸੁਣਿਆ ਹੈ, ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ। ਇੱਕ ਉਹਨਾਂ ਨੇ ਪਿੰਡ ਦੇ ਉੱਤੇ ਕਵਿਤਾ ਲਿਖੀ ਹੋਈ ਆ, ਉਹਦਾ ਇੰਤਜ਼ਾਰ ਕਰਿਓ, ਅੱਗੇ ਚੱਲ ਕੇ ਮੈਂ ਸੁਣਾਉਣੀ ਆ, ਤੁਹਾਨੂੰ ਲੱਗੂ ਕਿ ਨਹੀਂ ਇਹ ਸਾਡੀ ਸਾਰਿਆਂ ਦੀ ਗੱਲ। ਜੀ ਬਿਲਕੁਲ ਬੈਨੀਪਾਲ ਸਾਹਿਬ, ਦੇਖੋ ਇਹ ਜਿਹੜਾ ਪਿੰਡ ਆ ਨਾ, ਉਹਦੇ ਵਿੱਚ ਇੱਕ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਸੀ। ਮੈਂ ਫਿਰ ਉੱਥੇ ਦੁਬਾਰਾ ਆਉਣਾ ਦਰੀ ਵਾਲੇ ਮੋੜ ਦੇ ਉੱਤੇ, ਕਿਉਂਕਿ ਉਹ ਔਖਾ ਸਮਾਂ ਹੁੰਦਾ ਸੀ, ਕਿਉਂਕਿ ਵਿਆਹ ਤਾਂ ਪਲਾਨਡ ਹੈ ਕਿ 3 ਮਹੀਨੇ ਬਾਅਦ 4 ਮਹੀਨੇ ਬਾਅਦ ਹੋਣਾ। ਕਹਿ ਦਿੰਦੇ ਸੀ ਭਾਈ ਇਸ ਮਹੀਨੇ ਦਾ ਮੱਘਰ ਦਾ ਵਿਆਹ ਲੈਣਾ। ਹੁਣ ਜਦੋਂ ਬਾਅਦ ਵਿੱਚ ਮਕਾਨਾਂ ਆਉਂਦੀਆਂ ਸੀ, ਕਿਉਂਕਿ ਹੁਣ ਤਾਂ ਹੈਗਾ ਨਾ ਕਿ ਐਤਵਾਰ ਨੂੰ ਭਾਈ ਆਇਓ, ਉਦੋਂ ਹੁੰਦਾ ਸੀ ਕਿ ਹਫ਼ਤਾ 10 ਦਿਨ ਲਗਾਤਾਰ ਭੋਗ ਤੱਕ ਕੰਮ ਚੱਲਦਾ ਸੀ। ਉਦੋਂ ਪਿੰਡ ਦੀਆਂ ਬੀਬੀਆਂ ਨੇ ਵੀ ਤੇ ਪਿੰਡ ਦੇ 2-4-5 ਬੰਦਿਆਂ ਨੇ ਵੀ ਵਾਰੀ ਸਿਰ ਆਪੇ ਹੀ ਆ ਕੇ ਉੱਥੇ ਬਹਿ ਜਾਣਾ, ਆਪੇ ਹੀ ਆ ਕੇ ਦਰੀਆਂ ਸਵੇਰੇ ਝਾੜਨੀਆਂ। ਉਹ ਘਰ ਵਾਲੇ ਕੋਈ ਨਹੀਂ, ਤੁਸੀਂ ਕੰਮ ਕਰ ਲਓ, ਕੋਈ ਗੱਲ ਨਹੀਂ, ਅਸੀਂ ਬੈਠੇ ਹਾਂ। ਤੇ ਜਦੋਂ ਕਿਸੇ ਨੇ ਅਫਸੋਸ ਕਰਨ ਵੀ ਆਉਣਾ, ਉਹਨਾਂ ਨੇ ਆਪ ਹੀ ਦੱਸੀ ਜਾਣਾ, ਬੰਦਾ ਬੜਾ ਵਧੀਆ ਸੀ, ਅਸੀਂ ਤਾਂ ਇਕੱਠੇ ਹੀ ਰਹੇ। ਮੈਂ ਤਾਂ ਇਹਨਾਂ ਨੂੰ ਕਹਿੰਦਾ ਹੁੰਦਾ, ਹੁਣ ਕੋਈ ਭਾਈ ਤੁਸੀਂ ਸਬਰ ਰੱਖਿਓ, ਨਹੀਂ ਤਾਂ ਅੱਜ ਬੰਦਾ ਕਹਿੰਦਾ ਕਿ ਚੱਲ ਯਾਰ ਮੂੰਹ ਦਿਖਾਈਏ। ਉਦੋਂ ਮੂੰਹ ਕਹਿੰਦੇ ਵੀ ਇਦਾਂ ਨੇ, ਹੁਣ ਮੂੰਹ ਦਿਖਾਉਣ ਨਹੀਂ ਸੀਗਾ ਉਦੋਂ ਬੰਦਾ ਦੁੱਖ ਦੇ ਵਿੱਚ ਜਿਹੜਾ ਆਪ ਸ਼ਰੀਕ ਹੁੰਦਾ ਸੀ। ਉਦੋਂ ਘਰ ਵਾਲਿਆਂ ਨੂੰ ਇਹ ਥੋੜੀ ਸੀ, ਹੁਣ ਤਾਂ ਹੈਗਾ ਕਿ ਤੁਸੀਂ A to Z ਸਾਰੇ ਦੇ ਸਾਰੇ ਕੰਮ ਆਪ ਹੀ ਕਰਨੇ ਆ। ਕਈ ਪਿੰਡਾਂ ਦੇ ਵਿੱਚ ਅਜੇ ਤੱਕ ਮਿਲਵਰਤਨ ਹੈਗਾ, ਪਰ ਪਹਿਲਾਂ ਜਿਹੜੀਆਂ ਗੱਲਾਂ ਸੀ ਉਹ ਵੱਖਰੀਆਂ ਹੀ ਸੀ। ਹੁਣ ਬੈਨੀਪਾਲ ਸਾਹਿਬ ਦੇਖੋ, ਤੁਸੀਂ ਜਦੋਂ ਵਿਆਹ ਸ਼ਾਦੀ ਦੀ ਵੀ ਗੱਲ ਆਉਂਦੀ ਹੈ, ਇਹ ਗੱਲ ਬਿਲਕੁਲ ਠੀਕ ਸੀ ਕਿ ਉਦੋਂ ਜਦੋਂ ਆਰਥਿਕ ਤੌਰ ਤੇ ਕਮਜ਼ੋਰ ਬੰਦੇ ਦੇ ਘਰੇ ਵਿਆਹ ਹੋਣਾ ਨਾ, ਉਦੋਂ ਆਮ ਤੌਰ ਤੇ ਘਰਾਂ ਦੇ ਵਿੱਚ ਗੱਲਾਂ ਚੱਲ ਪਣੀਆਂ, ਫਲਾਨਿਆਂ ਦੇ ਵਿਆਹ ਹੈਗਾ ਆ, ਉਹ ਕਾਰਡ ਤਾਂ ਚਲੋ ਦੇਣ ਨਾ ਦੇਣ, ਚਲੋ ਆਪਾਂ ਉੱਥੇ ਨਾ ਇਦਾਂ ਕਰਦੇ ਆ, ਇੰਨੀ ਕਾਹ ਚੀਜ਼ ਦੇ ਦਈਏ, ਇੰਨੀ ਕਾਹ ਚੀਜ਼ ਦੇ ਦਈਏ। ਜ਼ਰੂਰੀ ਨਹੀਂ ਸੀ, ਕਾਨੂੰਨ ਨਹੀਂ ਸੀ, ਨਾ ਕਦੇ ਉਹਨਾਂ ਤੋਂ ਵਾਪਸ ਆਉਣੀ ਹੈ, ਪਰ ਉਹ ਇੱਕ ਭਾਈਚਾਰਾ ਸੀ। ਬੰਦਾ ਸਮਝਦਾ ਸੀ ਕਿ ਭਾਈ ਉਹ ਕਮਜ਼ੋਰ ਹੈ, ਅਸੀਂ ਤਾਕਤਵਰ ਹਾਂ ਤੇ ਅਸੀਂ ਕੁਝ ਨਾ ਕੁਝ ਸਹਾਇਤਾ ਜਿਹੜੀ ਉਹਦੀ ਕਰ ਦਈਏ। ਹੁਣ ਬੈਨੀਪਾਲ ਸਾਹਿਬ, ਪਿੰਡ ਦੀਆਂ ਕੁਝ ਸਾਂਝੀਆਂ ਥਾਵਾਂ ਜਿਹੜੀਆਂ, ਉਹ ਸਾਂਝੀਆਂ ਥਾਵਾਂ ਦੇ ਵਿੱਚੋਂ ਇੱਕ ਥਾਂ ਬੜੀ ਇੰਪੋਰਟੈਂਟ ਹੁੰਦੀ ਸੀ, ਕਿਉਂਕਿ ਹਰ ਸਾਂਝੀ ਥਾਂ ਦਾ ਆਪਣਾ ਸੱਭਿਆਚਾਰ ਹੁੰਦਾ ਸੀ, ਆਪਣਾ ਮਾਹੌਲ ਹੁੰਦਾ ਸੀ, ਆਪਣਾ ਵਾਤਾਵਰਣ ਹੁੰਦਾ ਸੀ। ਉਹਦੇ ਵਿੱਚ ਇੱਕ ਜਿਹੜਾ ਲੋਹੇ ਦਾ ਕੰਮ, ਜਿੱਥੇ ਦੰਦੇ ਦੁੰਦੇ ਕੱਢ ਹੋਣੇ, ਲੋਹਾਰ ਜਿਹੜਾ ਕਾਰਖਾਨਾ ਹੁੰਦਾ ਸੀ, ਉਹ ਕਾਰਖਾਨੇ ਦਾ ਆਪਣਾ ਸੱਭਿਆਚਾਰ ਹੁੰਦਾ। ਆਮ ਤੌਰ ਤੇ ਪਤਾ ਹੀ ਹੁੰਦਾ ਸੀ ਕਿ ਭਾਈ ਆ ਲੱਕੜ ਦਾ ਦਰਵਾਜ਼ਾ ਜਿਹਾ ਲੱਗਾ ਹੋਣਾ ਇੱਥੇ, ਉਹ ਆਮ ਤੌਰ ਤੇ ਖੁੱਲਾ ਹੋਣਾ, ਜੇ ਬੰਦ ਵੀ ਹੋਣਾ ਤੇ ਉਹ ਬਹੁਤ ਟੇਢਾ ਜਿਹਾ ਕਰਕੇ ਇਦਾਂ ਵਿੱਚ ਉਹਦੇ ਕੁਛ ਨਾ ਕੁਛ ਵਸਾਇਆ ਹੋਣਾ। ਇਹ ਵੀ ਪਤਾ ਹੁੰਦਾ ਸੀ ਕਿ ਸੰਗਲੀ ਵਾਲਾ ਹੁੰਦਾ ਸੀ। ਇਹ ਵੀ ਪਤਾ ਹੁੰਦਾ ਸੀ ਕਿ ਜੇ ਬਾਬਾ ਕਿਤੇ ਗਿਆ ਵੀ ਆ ਨਾ, ਤਾਂ 10-15 ਮਿੰਟ ਹੀ ਉਹਨੇ ਆ ਜਾਣਾ। ਤੇ ਤੁਹਾਨੂੰ ਇੰਨੀ ਅੰਡਰਸਟੈਂਡਿੰਗ ਹੁੰਦੀ ਸੀ, ਤੁਹਾਨੂੰ ਪਤਾ ਹੀ ਹੁੰਦਾ ਸੀ ਕਿ ਤੁਸੀਂ ਅੰਦਰ ਵੜਨਾ ਹੈ,
ਇਧਰਲੇ ਪਾਸੇ ਆ ਲੋਹਾ ਜਿਹਾ ਪਿਆ ਹੋਊਗਾ, ਇਧਰਲੇ ਪਾਸੇ ਲੱਕੜ ਪਈ ਹੋਊਗੀ, ਇਧਰਲੇ ਪਾਸੇ ਕੋਲਾ ਪਿਆ ਹੋਊ, ਤੇ ਤੁਹਾਨੂੰ ਉਹਨੇ ਇਹ ਵੀ ਕਹਿਣਾ ਕਿ ਭਾਈ ਉਹ ਚੱਕਾ ਗੇੜਨਾ ਵੀ ਹੈ। ਜੇ ਤੁਸੀਂ ਉੱਥੇ ਕੁਝ ਕਰਾਉਣਾ ਹੈ, ਜੇ ਤੁਸੀਂ ਗੰਡਾਸੇ ਵਗੈਰਾ ਚੰਡਾਉਣੇ ਆ ਨਾ, ਇਹ ਤੇ ਉਹ ਨਿੱਕੇ ਨਿਆਣੇ ਤੋਂ ਉਹੀ ਬਹੁਤ ਹੁੰਦਾ, ਚੱਲ ਵੀ ਫੇਰ ਦੇ। ਉਹਨੇ ਕਹਿਣਾ ਹੌਲੀ, ਬਹੁਤਾ ਹੀ ਹੌਲੀ ਕਰ ਦੇਣਾ ਜਾਣ ਬੁੱਝ ਕੇ। ਉਹਨੇ ਕਹਿਣਾ ਤੇਜ਼, ਚੱਕ ਦੇਣੇ ਫਿਰ ਫੱਟੇ। ਉਹਨੇ ਫਿਰ ਕਈ ਵਾਰੀ ਮਾਰਨਾ ਕੁਛ ਛੱਡਵਾ ਕਿ ਤੈਨੂੰ ਪਤਾ ਨਹੀਂ ਲੱਗਦਾ ਕੀ ਕਰਦਾ, ਪਰ ਉਹ ਸ਼ਰਾਰਤਾਂ ਵੀ ਆਪਣੇ ਆਪ 'ਚ ਵੱਡੀਆਂ ਹੁੰਦੀਆਂ ਸੀ। ਉਹ ਜਿਹੜੇ ਕਾਰਖਾਨੇ ਦਾ ਮੈਨੂੰ ਸਾਡੇ ਪਿੰਡ ਬਾਬਾ ਜੀ ਦੇ ਥਾਂ ਲੱਗਦੇ ਸੀ ਸਾਡੇ ਜੀ, ਸੁੱਚਾ ਮਿਸਤਰੀ, ਉਹਨਾਂ ਨੂੰ ਨਾ ਜਦੋਂ ਵੀ ਜਾਣਾ ਉਹ ਕਾਰਖਾਨੇ ਦੇ ਵਿੱਚ ਜਿੱਥੋਂ ਇਸ ਤਰ੍ਹਾਂ ਦੇ ਉਹਨਾਂ ਦੇ ਨਾਲ ਕੰਮ ਕਰਨੇ, ਤੇ ਨਾਲ ਜਿਹੜੇ ਪਿੰਡ ਦੇ ਇੰਜਣ ਹੋਣੇ, ਲਿਸਟਰ ਇੰਜਣ ਬਾਅਦ ਦੇ ਵਿੱਚ ਆਏ ਹੋਏ ਸੀ ਆਪਣੀ ਸੁਰਤ 'ਚ, ਉਹ ਹੁੰਦਾ ਵੀ ਇਹ ਜੀ ਹੁਣ ਠੀਕ ਨਹੀਂ, ਇਹਦੀ ਹੁਣ ਰਿਪੇਅਰ ਕਰਾਉਣੀ ਹੈ ਜੀ। ਉੱਥੇ ਇੰਜਣ ਰੱਖਿਆ ਹੋਣਾ, ਘਰ ਦੇ ਨੇ ਕਹਿਣਾ ਪੁੱਛ ਕੇ ਆਓ ਵੀ ਉਹਨਾਂ ਨੇ ਠੀਕ ਕਰ ਦਿੱਤਾ, ਤਾਂ ਕਿ ਆਪਾਂ ਉਹਨੂੰ ਚੁੱਕ ਲਿਆਈਏ, ਟਰੈਕਟਰ ਲੈ ਜਾਈਏ ਤੇ ਫਿਰ ਲੈ ਕੇ ਉਹਨੂੰ ਆਪਾਂ ਮੋਟਰ ਤੇ ਜਿੱਥੇ ਲੈ ਕੇ ਜਾਣਾ ਉਹਨੂੰ ਲੈ ਕੇ ਜਾਈਏ। ਉੱਥੇ ਬਾਬਾ ਜੀ ਸਾਡਾ ਇੰਜਣ ਠੀਕ ਕਰਤਾ ਤੁਸੀਂ। ਉਹਨਾਂ ਨੂੰ ਆਸ ਸੀ, ਉਹਨਾਂ ਨੇ ਕਹਿਣਾ ਉਹਨੇ ਬਾਅਦ ਜਿਵੇਂ ਕਹਿੰਦੇ ਬਾਅਦ 'ਚ ਉਹਨੇ ਕਹਿਣਾ ਬਾਅਦ ਮੈਂ ਕਰਦੇ ਆ ਤੇਰੇ ਨਾਲ ਗੱਲ, ਮੈਨੂੰ ਆ ਤਾਂ ਕਰ ਲੈਣ ਦੇ। ਉਹਨਾਂ ਨੇ ਫਿਰ ਕਹਿਣਾ ਬਾਬਾ ਜੀ ਬਾਪੂ ਜੀ ਉਹਨਾਂ ਨੇ ਪੁੱਛਿਆ ਸੀ ਵੀ ਇੰਜਨ ਠੀਕ ਕਰਤਾ ਸਾਡਾ, ਝਿਜਕਦਿਆਂ ਨੇ, ਕਿਉਂਕਿ ਵੱਡਿਆਂ ਨਾਲ ਗੱਲ ਕਰਨ ਦਾ ਆਦਬ ਹੋਰ ਸੀ, ਸਤਿਕਾਰ ਮਾਣ ਸੀ। ਉਹਨਾਂ ਨੇ ਕਹਿਣਾ ਇੱਦਾਂ ਕਰ, ਤੂੰ ਫਲਾਣੇ ਦਾ ਮੁੰਡਾ ਹੈ? ਹਾਂਜੀ ਬਾਬਾ ਜੀ। ਤੇ ਚਾਹ ਲੈ ਕੇ ਆ, ਪਹਿਲਾਂ ਚਾਹ ਲੈ ਕੇ ਆ। ਉਹਨਾਂ ਦਾ ਇਹ ਮਤਲਬ ਹੁੰਦਾ ਸੀ ਇਹ ਚਾਹ ਲੈਣ ਗਿਆ 1-2 ਘੰਟੇ ਲਾ ਆਉਣਾ, ਤੇ ਜਦ ਤੱਕ ਕੰਮ ਹੋ ਜੂ, ਜਦ ਤੱਕ ਜਿਹੜਾ ਮਾੜਾ ਮੋਟਾ ਆਹ ਕੰਮ ਕਰਨਾ ਜਾਂ ਤਾਂ ਇਹ ਪੂਰਾ ਹੋ ਜੂ ਜਾਂ ਇਹਨਾਂ ਵਾਲੇ ਦਾ ਇੰਨਾ ਕੁ ਕੰਮ ਰਹਿੰਦਾ ਜੀ। ਤੇ ਫਿਰ ਉੱਥੋਂ ਪਤੀਖਣਾ ਪਾ ਦੇਣੀਆਂ, ਭੱਜਣਾ ਘਰ ਨੂੰ। ਉਹਨਾਂ ਨੇ ਕਹਿਣਾ ਵੀ ਹੋ ਗਿਆ, ਨਹੀਂ ਉਹ ਕੰਮ ਤੂੰ ਘਰ ਨੂੰ ਕੋਲ ਬੈਠੀ ਦਾ ਹੁੰਦਾ, ਤਾਂ ਕੰਮ ਕਰਦੇ ਉਦਾਂ ਥੋੜ੍ਹਾ ਹੋਣਾ, ਜਿਹੜਾ ਤੇਰੇ ਤੋਂ ਬਾਅਦ ਆਇਆ ਨਹੀਂ ਤਾਂ ਉਹਦਾ ਕਰਨ ਲੱਗ ਪੈਣਾ। ਫਿਰ ਸਾਡੇ ਪਿੰਡ ਉਹ ਦੰਦੇ ਕਢਾਉਣ ਵਾਲਾ ਕੰਮ ਸਾਡੇ ਨਾਲ ਦੇ ਪਿੰਡ ਜਾਣਾ ਪੈਂਦਾ ਸੀ ਜੀ। ਮੈਨੂੰ ਯਾਦ ਆ ਮੈਂ ਚੌਥੀ 'ਚ ਪੜ੍ਹਾਂ, ਮੈਨੂੰ ਭੇਜ ਦਿੱਤਾ, ਕਹਿੰਦੇ ਵੀ ਜਾਓ ਆਹ ਨਾਲ ਦੇ ਪਿੰਡ ਦੇ ਵਿੱਚ ਆ ਦੰਦਿਆਂ ਵਾਲੀ ਗੱਲ ਤੋਂ ਮੈਨੂੰ ਯਾਦ ਆ ਗਈ ਕਢਾਉਣ ਨੂੰ, ਉਹ ਗੇੜਨ ਵਾਲਾ ਕੰਮ ਜੀ। ਤੇ ਕਹਿੰਦੇ ਦਾਤੀਆਂ ਨੂੰ ਦੰਦੇ ਕਢਾਉਣੇ ਆ। ਮੈਂ ਚਲਾ ਗਿਆ, ਉੱਥੇ ਇੱਕ ਬਜ਼ੁਰਗ ਬੈਠੇ, ਉਹ ਕਿਤੇ ਉਹ ਲਹਿੰਦੇ ਪੰਜਾਬ ਵਾਲੇ ਪਾਸਿਓਂ ਆਏ ਹੋਏ ਸੀ। ਉਹ ਮੈਨੂੰ ਕਹਿੰਦੇ ਵੀ ਕਿਹਦਾ ਮੁੰਡਾ? ਉਹਨਾਂ ਨੇ ਆਪ ਹੀ ਦੱਸ ਦਿੱਤਾ ਕਿ ਫਲਾਣੇ ਦਾ ਮੁੰਡਾ। ਕਹਿੰਦੇ ਕਾਕਾ ਚੌਥੀ 'ਚ ਪੜ੍ਹਦਾ? ਮੈਂ ਕਿਹਾ ਹਾਂਜੀ। ਉਹ ਮੈਨੂੰ ਸਮਝ ਆਵੇ, ਉਹਨਾਂ ਨੇ ਫੇਰ ਕਿਹਾ, ਕਹਿੰਦੇ ਕਾਕਾ ਚੌਥੀ 'ਚ ਪੜ੍ਹਦਾ? ਮੈਂ ਕਿਹਾ ਹਾਂਜੀ। ਮੈਨੂੰ ਇਹ ਲੱਗੀ ਜਾਵੇ ਚੌਥੀ 'ਚ ਕਹਿੰਦੇ ਨੇ, ਮੈਨੂੰ ਇਹ ਲੱਗੀ ਜਾਵੇ ਨਾਲੇ ਤਾਂ ਇਹਨਾਂ ਨੂੰ ਪਤਾ, ਨਾਲੇ ਮੈਨੂੰ ਪੁੱਛੀ ਜਾਂਦੇ ਨੇ। ਫਿਰ ਉਹ ਜਿਹੜੇ ਲੋਹਾਰ ਸੀ ਉਹਨਾਂ ਨੇ ਮੈਨੂੰ ਕਿਹਾ ਵੀ ਇਹ ਤੈਨੂੰ ਇਹ ਪੁੱਛਦੇ ਨੇ ਤੂੰ ਕਿਹੜੀ ਜਮਾਤ 'ਚ ਪੜ੍ਹਦਾ ਹੈ? ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਚੌਥੀ 'ਚ ਪੜ੍ਹਦਾ। ਫਿਰ ਮੈਂ ਘਰੇ ਆ ਕੇ ਸਭ ਤੋਂ ਪਹਿਲਾਂ ਇਸੇ ਚੀਜ਼ ਦੀ ਤਫਤੀਸ਼ ਕੀਤੀ, ਚੌਥੀ ਤੇ ਚੌਥੀ ਫਰਕ ਕੀ ਵੀ ਚੌਥੀ ਤੇ ਚੌਥੀ ਦਾ ਫਰਕ ਕੀ ਹੈ। ਦੇਖੋ ਬਜ਼ੁਰਗ ਸਿੱਧੇ ਸਾਧੇ ਹੁੰਦੇ ਸੀ, ਪਰ ਉਹ ਤੁਹਾਡੇ ਤੇ ਆਪਣਾ ਹੱਕ ਸਮਝਦੇ ਸੀ। ਪਿੰਡ ਦੇ ਬਜ਼ੁਰਗ ਨੇ ਤੁਹਾਨੂੰ ਐਨ ਝੜਕ ਮਾਰ ਦੇਣੀ, ਉਹ ਤੇਰੇ ਸਕੂਲ ਦਾ ਟਾਈਮ ਹੋਗਾ, ਤੂੰ ਕਿੱਧਰ ਛਾਲਾਂ ਮਾਰਦਾ ਫਿਰਦਾ। ਸੋ ਘਰ ਆ ਕੇ ਕਦੇ ਉਸ ਚੀਜ਼ ਦਾ ਕਿਸੇ ਵੀ ਜਵਾਕ ਨੇ ਉਲਾਂਭਾ ਨਹੀਂ ਦਿੱਤਾ ਕਿ ਸਾਨੂੰ ਫਲਾਣੇ ਨੇ, ਚਾਚੇ ਨੇ, ਤਾਏ ਨੇ ਜਾਂ ਬਾਬੇ ਨੇ ਜਾਂ ਜੋ ਵੀ ਆਪਣੇ ਉਸ ਥਾਂ ਲੱਗਦਾ ਸੀ ਕਿ ਉਹਨੇ ਮੈਨੂੰ ਅੱਜ ਜਾਂਦੇ ਨੂੰ ਕਿਹੜਾ ਸਿਖਰ ਦੁਪਹਿਰਾ ਪੈਰਾਂ 'ਚ ਤੇਰੇ ਚੱਪਲਾਂ ਨਹੀਂ, ਤੈਨੂੰ ਪਤਾ ਨਹੀਂ ਤੈਨੂੰ ਬੁਖਾਰ ਹੋ ਜਾਊਗਾ। ਸੋ ਇਹ ਇੱਕ ਪਿੰਡਾਂ ਦੀ ਆਪਸੀ ਸਾਂਝ ਹਲੇ ਵੀ ਬਹੁਤ ਸਾਰੇ ਪਿੰਡਾਂ 'ਚ ਬਰਕਰਾਰ ਹੈ। ਹਲੇ ਵੀ ਲੋਕ ਮੈਂ ਦੇਖਿਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਉਹ ਆਉਂਦੇ ਨੇ, ਸਾਈਕਲ ਤਾਂ ਚਲੋ ਹੁਣ ਮੇਰੇ ਖਿਆਲ ਬੀਤੇ ਸਮੇਂ ਦੀ ਗੱਲ ਹੋ ਗਈ, ਉਹਨਾਂ ਨੇ ਦੇਖਣਾ ਕਿ ਟਰੈਕਟਰ ਖੜਾ ਹੈ ਜੀ, ਸੈਲਫ ਮਾਰਨੀ ਲੈਣਾ, ਜਾਂ ਇਹ ਨਹੀਂ ਕਹਿਣਾ ਮੈਨੂੰ ਚਾਹੀਦਾ ਆ ਟਰੈਕਟਰ ਦੀ ਚਾਬੀ ਕਿੱਥੇ ਹੈ, ਹੱਕ ਨਾਲ ਉਹ ਘਰ ਦੇ ਵਿੱਚ ਜੇਕਰ ਔਰਤਾਂ ਹੀ ਨੇ ਉਹਨਾਂ ਨੇ ਇਹ ਨਹੀਂ ਪੁੱਛਣਾ ਕਿ ਵੀਰ ਜੀ ਤੁਸੀਂ ਟਰੈਕਟਰ ਕਾਹਦੇ ਲੈ ਕੇ ਜਾਣਾ, ਸਾਨੂੰ ਚਾਹੀਦਾ। ਕਿਉਂਕਿ ਜਦੋਂ ਇਹ ਸਾਂਝ ਹੈ, ਜਦ ਤੁਸੀਂ ਵੀ ਉਹਨਾਂ ਦਾ ਇਸੇ ਤਰੀਕੇ ਹੱਕ ਲਿਆਉਂਦੇ ਹੋ, ਮੈਨੂੰ ਲੱਗਦਾ ਕਿ ਇਹ ਚੀਜ਼ਾਂ ਹਾਲੇ ਬਰਕਰਾਰ ਰਹਿਣੀਆਂ ਬਹੁਤ ਲਾਜ਼ਮੀ ਨੇ। ਬੈਨੀਪਾਲ ਸਾਹਿਬ ਜਿਹੜੇ ਸਾਡੇ ਪਿੰਡ ਦੇ ਵਿੱਚ ਕੰਮ ਕਰਦੇ ਸੀ, ਬੜੇ ਸਿਆਣੇ ਬਜ਼ੁਰਗ ਸੀ, ਸਤਿਕਾਰਤ, ਅੱਜ ਉਹ ਦੁਨੀਆ 'ਚ ਹੈ ਨਹੀਂ ਜੀ। ਉਹ ਜੇ ਕਦੇ ਨਾ ਕਈ ਵਾਰੀ ਸੁਭਾਅ ਇਦਾਂ ਦਾ ਹੋ ਜਾਂਦਾ, ਉਹਨਾਂ ਦੇ ਕੋਲੇ ਕੋਈ ਚੀਜ਼ ਲੈ ਕੇ ਜਾਣਾ ਕਿ ਆ ਬਣ ਜੂ, ਉਹ ਪਹਿਲਾਂ ਆਇਆ ਦੇਖ ਕੇ ਉਹ ਮਾਰਨੀ ਚੱਕ ਦਰਵਾਜ਼ੇ, ਇਹ ਨਹੀਂ ਬਣਨੀ, ਉਹ ਜਿਹੜਾ ਬਣਨੀ ਨਹੀਂ, ਜਦੋਂ ਚੱਕ ਜਾਣਾ ਲਿਆ ਉਹਰਾ ਨਾਲ ਹੀ ਉਹ ਫੜ ਕੇ ਉਹਨੂੰ ਬਣਾ ਕੇ ਵੀ ਦੇ ਦੇਣੀ। ਜਾਣੀ ਕਿ ਉਹ ਇੱਕ ਵਾਰੀ ਸੁਭਾਅ ਜਿਹਾ ਹੁੰਦਾ, ਇੱਕ ਢੰਗ ਤਰੀਕਾ ਇਦਾਂ ਦਾ ਹੋ ਜਾਂਦਾ। ਤੇ ਸਭ ਤੋਂ ਵੱਡੀ ਗੱਲ, ਉੱਥੇ 2-4 ਬੰਦੇ ਬੈਠੇ ਰਹਿੰਦੇ ਹੁੰਦੇ, ਕਿਸੇ ਨੇ ਵੱਡਾ ਸਾਰਾ ਇੱਕ ਅੱਧਾ ਪੱਥਰ ਪਿਆ ਹੋਣਾ ਉਹ 'ਤੇ ਬਹਿ ਜਾਣਾ, ਇੱਕ ਅੱਧਾ ਕੋਈ ਡਾਹਣਾ ਜਿਹੜਾ ਵੱਡਾ ਸਾਰਾ ਮੁੱਢ ਜਿਹਾ ਪਿਆ ਹੋਣਾ ਉਹ 'ਤੇ ਬਹਿ ਜਾਣਾ, ਤੇ ਉੱਥੇ ਰੌਣਕ ਮੇਲਾ ਲੱਗਾ ਹੀ ਰਹਿਣਾ। ਜੇ ਕਿਸੇ ਨਿੱਕੇ ਨੇ ਜਾਣਾ ਵੀ ਸਾਰਿਆਂ ਨੇ ਵਾਰੀ ਤਫਤੀਸ਼ ਕਰਨੀ। ਪੜ੍ਹਦਾ ਹੁੰਨਾ? ਲੱਗਦਾ ਨਹੀਂ ਪੜ੍ਹਦਾ ਹੁੰਨਾ। ਪਰਸੋਂ ਤਾਂ ਮੈਂ ਦੇਖਿਆ ਤੂੰ ਖੇਡੀ ਜਾਂਦਾ ਸੀ, ਮਾਸਟਰ ਵੀ ਮਿਲਦੇ ਰਹਿੰਦੇ ਆ, ਕੋਈ ਗੱਲ ਨਹੀਂ ਆਉਣਾ ਕਿਸੇ ਦਿਨ। ਜਾਣੀ ਕਿ ਤੁਹਾਡੀ ਉਹਨਾਂ ਨੇ ਸਕਰੀਨਿੰਗ, ਥਰਮਲ ਸਕਰੀਨਿੰਗ ਉਸੇ ਵੇਲੇ ਕਰ ਦੇਣੀ ਕਿ ਭਾਈ ਤੂੰ ਕੀ ਕਰਦਾ ਹੈ। ਆਲੇ ਦੁਆਲੇ ਦਾ ਵੀ ਪੁੱਛਣਾ, ਮਾਮਾ ਆਇਆ, ਮਾਮਿਆਂ ਦੇ ਕਦੋਂ ਗਿਆ ਸੀ, ਹੁਣ ਤਾਂ ਫਿਰ ਗਰਮੀਆਂ ਦੀਆਂ ਛੁੱਟੀਆਂ ਹੋਣ ਵਾਲੀਆਂ। ਪਰ ਉਹ ਇੱਕ ਵੱਖਰੇ ਤਰ੍ਹਾਂ ਦਾ ਮਾਹੌਲ ਸੀ। ਆਮ ਤੌਰ ਤੇ ਬੰਦਿਆਂ ਨੇ, ਕਿਉਂਕਿ ਹੁਣ ਤਾਂ ਨੌਕਰੀ ਪੇਸ਼ੇ ਵਾਲੇ ਹੋ ਗਏ ਨਾ ਬਹੁਤੇ ਲੋਕ, ਉਦੋਂ ਪੱਠਾ ਦੱਥਾ ਕਰਕੇ ਆਪਣਾ ਕੰਮ ਕਰਨ ਵੇੜ ਕੇ, ਖਾਸ ਤੌਰ ਤੇ ਗਰਮੀਆਂ ਨੂੰ ਉੱਥੇ ਜਾ ਕੇ ਦੁਪਹਿਰਾਂ ਤਾਂ ਬਹੁਤੇ ਲੋਕ ਉੱਥੇ ਹੀ ਕੱਟਦੇ ਹੁੰਦੇ ਸੀ, ਨਾਲੇ ਗੱਲਾਂ ਬਾਤਾਂ ਕਰੀ ਜਾਣੀ। ਇਹ ਵੀ ਹੁੰਦਾ ਸੀ, ਉਹ ਕਈ ਵਾਰੀ ਮਿਸਤਰੀ ਸਾਹਿਬ ਨੇ ਜਾਣਾ ਵੀ ਹੁੰਦਾ ਬਹੁਤ ਸਾਰੇ ਪਿੰਡਾਂ 'ਚ, ਉਹ ਵੀ ਕਹਿੰਦੇ ਕੋਈ ਗੱਲ ਨਹੀਂ ਤੂੰ ਜਾ ਬਾਈ ਘਰ, ਕਾਰਖਾਨਾ ਖੁੱਲ੍ਹੇ ਰਹਿੰਦਾ ਸੀ। ਤੇ ਉੱਥੇ ਫਿਰ ਜਾਣ ਵਾਲੇ ਨੂੰ ਵੀ ਉਹਨਾਂ ਨੇ, ਉਹ ਗਿਆ 1 ਘੰਟੇ ਕੁ ਤਾਂ ਹੀ ਆਊਗਾ, ਅਜੇ ਘੜੀ ਕੁ ਕਈ ਵਾਰੀ ਹੁੰਦਾ ਸੀ ਕਿ ਉਹਦੇ ਆਉਣ ਦੇ ਬੜੇ ਅਜੇ ਨਹੀਂ, ਉਹਨੇ 2 ਘੰਟੇ ਆਉਣਾ, ਤੁਰ ਜਾ ਆਪਣਾ ਕੰਮ ਕਰਾਉਣਾ। ਬਾਠ ਸਾਹਿਬ, ਜਿਸ ਤਰ੍ਹਾਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ, ਇੱਕ ਪਿੰਡ ਵਿੱਚ ਕਿਸੇ ਵਿਅਕਤੀ ਦੀ ਮੌਤ ਹੋ ਜਾਣੀ, ਕਿਉਂਕਿ ਇਹ ਅਟੱਲ ਸੱਚਾਈ ਹੈ ਜੀ। ਪਰਿਵਾਰ ਦੇ ਨਾਲ ਇੰਨੀ ਕੁ ਹਮਦਰਦੀ ਰੱਖਦੇ, ਅੱਜ ਵੀ ਦੇਖੋ ਜਿਹੜਾ ਜੰਮਿਆ ਉਹਨੇ ਵਿੰਸਣਾ, ਉਹਨੇ ਮਰਨਾ,
ਅੱਜ ਵੀ ਮੌਤਾਂ ਹੁੰਦੀਆਂ ਨੇ। ਅੱਜ ਚਾਹੇ ਕਿਸੇ ਅਮੀਰ ਪਰਿਵਾਰ ਦੇ ਘਰ ਮੌਤ ਹੋ ਜੇ, ਭਾਵੇਂ ਗਰੀਬ ਪਰਿਵਾਰ ਦੇ ਘਰ ਮੌਤ ਹੋ ਜੇ, ਕਿਉਂਕਿ ਦਰਖਤ ਅਸੀਂ ਵੱਢ ਮੁਕਾ ਛੱਡਿਆ। ਸਾਨੂੰ ਨੇੜੇ ਦੇ ਕਿਸੇ ਪਿੰਡ, ਸ਼ਹਿਰ ਜਾਂ ਕਸਬੇ ਦੇ ਵਿੱਚੋਂ ਲੱਕੜ ਮੁੱਲ ਲਿਆਉਣੀ ਪੈਂਦੀ ਹੈ। ਉਹਨਾਂ ਵੇਲਿਆਂ ਦੇ ਵਿੱਚ ਇਹ ਹੁੰਦਾ ਸੀ, ਜਿਹਦੇ ਘਰ ਵੀ ਪਏ ਨੇ ਲੱਕੜਾਂ ਪਈਆਂ ਨੇ, ਉਹਨਾਂ ਨੇ ਕੀ ਕਰਨਾ, ਇੱਦਾਂ ਕਰੋ ਵੀ ਲੱਕੜ ਘੱਟ ਹੈ, ਸਾਡੇ ਪਈ ਹੈ, ਲਗਭਗ ਉਹ ਚਿਖਾ ਆਪਣੇ ਆਪ ਜਾ ਕੇ ਤਿਆਰ ਕਰ ਦੇਣੀ। ਉਹਦੇ ਤੋਂ ਬਾਅਦ ਜਿਹੜੀ ਰੋਟੀ ਪਾਣੀ ਦੇ ਪ੍ਰਬੰਧ ਦੀ ਤੁਸੀਂ ਗੱਲ ਕੀਤੀ ਆ, ਉਹ ਵੀ ਆਪ ਤਿਆਰ ਕਰ ਦੇਣਾ। ਸੋ ਭੋਗ ਤੱਕ ਉਸ ਪਰਿਵਾਰ ਨੂੰ, ਕਿਉਂਕਿ ਕਹਿੰਦਾ ਜਿਹੜਾ ਦੁੱਖ ਹੈ ਨਾ, ਇਹ ਵੰਡਾਇਆ ਘਟ ਜਾਂਦਾ, ਤਾਂ ਕਿ ਉਹਨਾਂ ਦੀਆਂ ਗੱਲਾਂ ਬਾਤਾਂ ਹੋਰ, ਉਹਨਾਂ ਦਾ ਧਿਆਨ ਨਾ ਉੱਧਰ ਜਾਵੇ। ਆਮ ਤੌਰ 'ਤੇ ਜਦੋਂ ਆਪਾਂ ਇਕੱਲੇ ਬਹਿਨੇ, ਇਸੇ ਕਰਕੇ ਕਹਿੰਦੇ ਨੇ ਅੱਜ ਵੀ ਕੋਈ ਡਿਪਰੈਸ਼ਨ ਦਾ ਮਰੀਜ਼ ਹੈ, ਉਹਨੂੰ ਇਕੱਲੇ ਨੂੰ ਨਾ ਛੱਡੋ, ਕਿਉਂਕਿ ਉਹਨੇ ਚਿੰਤਾ 'ਚ ਰਹਿਣਾ। ਉਹਨੇ ਵਾਰ-ਵਾਰ ਇੱਕੋ ਹੀ ਗੱਲ ਸੋਚੀ ਜਾਣੀ, ਜਿੱਥੇ ਉਹਦੀ ਸੂਈ ਫਸ ਗਈ ਉਹਨੇ ਉੱਥੋਂ ਇੱਧਰ ਉੱਧਰ ਨਹੀਂ ਜਾਣਾ। ਪਰ ਪਿੰਡਾਂ ਦਾ ਇਹ ਮਾਹੌਲ, ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਸਾਂਝੀ ਕਾਰਖਾਨੇ ਦੀ ਗੱਲ ਕੀਤੀ ਹੈ, ਲਗਭਗ ਮੈਨੂੰ ਲੱਗਦਾ ਸ਼ਾਇਦ ਹੀ ਪੰਜਾਬ ਦਾ ਕੋਈ ਇਸ ਤਰ੍ਹਾਂ ਦਾ ਪਿੰਡ ਹੋਵੇ ਜਿਹੜੇ ਪਿੰਡ ਵਿੱਚ ਦਰਵਾਜ਼ਾ ਨਹੀਂ ਜੀ, ਦਰਵਾਜ਼ੇ ਦੇ ਆਲੇ ਦੁਆਲੇ ਚੌਂਤਰੇ ਜੇ ਚੌਂਕੜੀਆਂ ਜਾਂ ਬਣਾਈਆਂ ਹੁੰਦੀਆਂ, ਉੱਥੇ ਵੀ ਆਮ ਤੌਰ ਤੇ ਢਾਣੀਆਂ ਜੁੜਦੀਆਂ, ਤੇ ਜਾਂ ਫਿਰ ਪਿੰਡ ਦੇ ਵਿੱਚ ਇੱਕ ਸੱਥ, ਥਾਈ ਵੀ ਕਹਿੰਦੇ ਸੀ, ਧਰਮਸ਼ਾਲਾ ਵੀ ਕਹਿ ਦਿੰਦੇ ਸੀ। ਸੋ ਇਹ ਸਾਰੇ ਉਹ ਮੈਨੂੰ ਲੱਗਦਾ ਸਾਂਝ ਦੇ ਕੇਂਦਰ ਸੀ, ਜਿੱਥੇ ਰੋਜ਼ਾਨਾ ਲੋਕਾਂ ਨੇ ਜੁੜਨਾ। ਉੱਥੇ ਆਮ ਤੌਰ ਤੇ ਪਿੱਪਲ ਜਾਂ ਬਰੋਟੇ, ਬੋਹੜ, ਵੱਡੇ ਵੱਡੇ ਦਰਖਤ ਵੀ ਲਾਏ ਹੁੰਦੇ ਸੀ। ਆਮ ਤੌਰ ਤੇ ਗਰਮੀਆਂ ਬਹੁਤੇ ਲੋਕਾਂ ਦੀਆਂ ਇਹਨਾਂ ਥਾਵਾਂ 'ਤੇ ਨਿਕਲਦੀਆਂ ਸੀ। ਬੈਨੀਪਾਲ ਸਾਹਿਬ, ਜਿਹੜਾ ਦਰਖਤ ਹੁੰਦਾ ਸੀ ਨਾ, ਉਹਦੇ ਉੱਤੇ ਕਈ ਵਾਰੀ ਹੁੰਦਾ ਕਿ ਸੰਘਣਾ ਦਰਖਤ ਹੋਣਾ, ਥੱਲੇ ਛਾਂ ਹੋਣੀ, ਤਾਂ ਉੱਪਰ ਕਈ ਵਾਰੀ ਪੰਛੀਆਂ ਨੇ ਬਹਿ ਕੇ ਬਿੱਠਾਂ ਕਰਨੀਆਂ। ਫਿਰ ਢੰਗ ਤਰੀਕਾ ਵਰਤਣਾ ਕਿ ਪੀਪਾ ਟੰਗ ਦਿਓ, ਪੀਪੇ ਦੇ ਨਾਲ ਥੱਲੇ ਨੂੰ ਰੱਸਾ ਬੰਨ੍ਹ ਦਿਓ, ਤੇ 5 ਮਿੰਟ ਆਪ ਉਹਨਾਂ ਨੇ ਤਾਸ਼ ਖੇਡੀ ਜਾਣੀ, ਆਪ ਬਾਰਾਂਡਾ ਨਹੀਂ ਉਹ ਕਾਕਾ ਉਹ ਜਮਾਲੇ ਖੜਕਾ ਕੇ ਆਈ, ਉਹ 5 ਮਿੰਟ ਹੀ ਕਾਕਾ ਸਾਹਿਬ ਨੂੰ ਖੜਕਾਉਣੀ ਤੁਰੇ ਰਹਿਣਾ। ਪਰ ਉੱਥੇ ਕਈ ਵਾਰੀ ਕਹਿਣ ਦੀ ਵੀ ਨਹੀਂ ਸੀ ਲੋੜ ਪੈਂਦੀ, ਮੈਂ ਬਾਬਾ ਜੀ ਖੜਕਾਇਆ ਵਾ, ਖੜਕਾਈ ਹੋ ਜਾਣਾ, ਤੂੰ ਖੜਕਾ ਬੰਦ ਕਰ। ਨਹੀਂ ਹੁਣ ਐਸਲੇ ਥੋੜ੍ਹਾ ਗਾਉਂਦਾ, ਉਹ ਜਾਣੀ ਪੈਣਾ ਦਬਕਾ ਹੀ ਆ, ਚਾਹੇ ਵੀ ਖੜਕਾਓ ਚਾਹੇ ਨਾ ਖੜਾਓ, ਅਗਲੇ ਨੇ ਖੜਕਾ ਦੇਣਾ। ਉੱਥੇ ਬੈਨੀਪਾਲ ਸਾਹਿਬ ਕਈ ਢੰਗ ਤਰੀਕੇ ਹੁੰਦੇ, ਕਈਆਂ ਨੂੰ ਤਾਂ ਗੱਲਾਂ ਸੁਣਨ ਦਾ ਬੜਾ ਚਸਕਾ ਹੁੰਦਾ ਜੀ। ਹੁਣ ਕਈ ਵਾਰੀ ਉਹਨਾਂ ਨੇ ਇਦਾਂ ਦੀ ਕੋਈ ਅਗਲੇ ਪਿਛਲੀ ਗੱਲ ਸੁਣਾਉਣੀ ਹੈ, ਤਾਂ ਨਿਆਣੇ ਨੂੰ ਕਹਿਣਾ ਉਹ ਦੇਖੀ ਉਹ ਕਿਤੇ ਉਹ ਪਸ਼ੂ ਲੱਗਦੇ ਮੈਨੂੰ ਅਵਾਰਾ ਕਿਤੇ ਆਏ, ਉਹਨਾਂ ਦੇ ਗਾਇਆਂ ਤੇ ਗੱਲ ਸੁਣਾ ਦੇਣੀ। ਤੇ ਕਈ ਇਦਾਂ ਦੇ ਵੀ ਹੁੰਦੇ ਆ, ਅਗਲੇ ਦੇ ਨਿਆਣੇ ਨੂੰ ਗਾਲਾਂ ਕੱਢਣੀਆਂ ਸਿਖਾਈ ਜਾਣੀਆਂ, ਕੋਈ ਕੱਢ ਗਾਲ ਫੇ, ਕੋਈ ਕੱਢ ਗਾਲ ਕੇ ਕੱਢੀ, ਘਰ ਜਾ ਕੇ ਚਾਚੇ ਨੂੰ ਕੱਢਣੀ ਹੈ। ਤੇ ਜਦੋਂ ਫਿਰ ਮੁੜ ਕੇ ਘੇਰਾ ਲਾਂਬਾ ਵੀ ਆ ਜਾਣਾ। ਕਈ ਤਾਂ ਫਿਰ ਬੀਬੀਆਂ ਵੀ ਕੱਬੀਆਂ ਹੁੰਦੀਆਂ ਨਾ ਪਿੰਡ 'ਚ, ਉਹਨਾਂ ਨੇ ਨਿਆਣਾ ਫਿਰ ਕਾਲਰ ਤੋਂ ਫੜਿਆ ਹੋਣਾ, ਦੱਸ ਵੇ ਤੈਨੂੰ ਕੌਣ ਸਿਖਾਉਂਦਾ ਸੀ ਗਾਲਾਂ, ਨਾਲੇ ਐ ਮੂੰਹ ਪਰਲੇ ਪਾਸੇ ਨੂੰ ਕਰੀ ਜਾਣਾ, ਥੋੜੀ ਜਿਹੀ ਚੁੰਨੀ ਐ ਨੂੰ ਕਰੀ ਜਾਣੀ। ਨਾ ਫਿਰ ਨਿਆਣੇ ਨੂੰ ਹੁਣ ਗਾਲਾਂ ਸਿਖਾਉਣੀਆਂ ਆ, ਨਾ ਨਿਆਣਿਆਂ ਨੂੰ ਤੁਸੀਂ ਸਿਆਣੇ ਬਿਆਣੇ ਬੰਦੇ ਹੋ, ਨਾ ਫਿਰ ਹੁਣ ਤੁਸੀਂ ਅਕਲ ਦੇਣੀ ਆ, ਨਾ ਕਿ ਹੁਣ ਤੁਸੀਂ ਗਾਲਾਂ ਸਿਖਾਉਣੀਆਂ ਆ। ਇਹ ਗੱਲ ਮੈਂ ਦੱਸ ਦਿੱਤੀ ਆ, ਜੇ ਬੰਦਿਆਂ ਤੱਕ ਗੱਲ ਪਹੁੰਚ ਗਈ ਗੱਲ ਬੜੀ ਦੂਰ ਤੇ ਹੀ ਜਾਊ। ਵੈਸੇ ਪਰਦਾ ਕਰੀ ਜਾਣਾ, ਬਸ ਗੱਲ 'ਚ ਪਰਦਾ ਕੋਈ ਨਹੀਂ ਰੱਖਣਾ, ਗੱਲ 'ਚ ਪਰਦਾ ਕੋਈ ਨਹੀਂ ਰੱਖਣਾ। ਗੱਲ ਤਾਂ ਸੱਚੀ ਹੈ ਨਾ, ਇਹ ਵੈਸੇ ਪਰਦਾ ਕਰਨਾ ਹੈ, ਪਰ ਵੈਸੇ ਪਰਦਾ ਕੋਈ ਨਹੀਂ ਰੱਖਿਆ। ਇਹ ਗੱਲ ਤੁਹਾਡੀ ਮੰਨਣ ਵਾਲੀ ਹੈ। ਕਈ ਵਾਰੀ ਨਾ ਪਿੰਡਾਂ ਦੇ ਵਿੱਚ ਪਾਤਰ ਬੜੇ ਅਜੀਬ ਹੁੰਦੇ ਆ ਜੀ। ਅਸਲ ਦੇ ਵਿੱਚ ਜਿਹੜੀਆਂ ਇਕਾਂਗੀਆਂ ਲਿਖੀ ਗਈਆਂ, ਨਾਵਲ ਲਿਖੇ ਗਏ, ਜਾਂ ਅੱਜ ਕੱਲ੍ਹ ਫਿਲਮਾਂ ਬਣਦੀਆਂ ਨੇ, ਡਰਾਮੇ ਬਣਦੇ ਨੇ, ਇਹ ਥੋੜ੍ਹੀ ਹੈ ਕਿ ਕੋਈ ਰਾਕਟ ਸਾਇੰਸ ਹੈ ਵੀ ਉਹਦੇ ਮੁਤਾਬਕ ਹੀ ਇਹ ਹੁੰਦੇ ਨੇ। ਇਹ ਅਸਲ ਦੇ ਵਿੱਚ ਪਿੰਡਾਂ ਦੇ ਪਾਤਰਾਂ ਦੀਆਂ ਗੱਲਾਂ ਨੇ। ਇਹਨਾਂ ਨੂੰ ਥੋੜ੍ਹਾ ਬਹੁਤਾ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ, ਤੇ ਹਾਂ ਉਹ ਸਾਨੂੰ ਕਈ ਵਾਰੀ ਚੰਗੀਆਂ ਲੱਗਦੀਆਂ ਨੇ। ਹੁਣ ਪਿੰਡ ਦੇ ਵਿੱਚ ਇਹ ਵੀ ਰਿਵਾਜ ਹੁੰਦਾ ਸੀ ਪਹਿਲੇ ਵੇਲਿਆਂ ਦੇ ਵਿੱਚ, ਕੈਂਠਾ ਜਿਹੜਾ ਅੱਜ ਕੱਲ੍ਹ ਸਿਰਫ ਅਸੀਂ ਭੰਗੜੇ ਵਾਲਿਆਂ ਦੇ ਪਾਇਆ ਦੇਖਦੇ ਹਾਂ, ਉਹ ਹੁੰਦਾ ਹੁਣ ਹਰੇਕ ਵਿਅਕਤੀ ਕੋਲ ਕੈਂਠਾ ਨਹੀਂ ਸੀ ਹੁੰਦਾ। ਉਹਨਾਂ ਨੇ ਕਰਨਾ ਵੀ ਦੇਖੋ ਵੀ ਮੈਂ ਜਾਣਾ ਸਹੁਰਿਆਂ ਨੂੰ, ਵਿਆਹ ਵੇਲੇ ਤਾਂ ਅਸੀਂ ਲੈ ਲਿਆ ਸੀ ਕਿਸੇ ਦਾ, ਚਾਚੇ ਦੇ ਮੁੰਡੇ ਦਾ, ਹੁਣ ਰੋਜ਼ ਥੋੜ੍ਹੀ ਮੰਗਦੇ ਚੰਗੇ ਲੱਗਦੇ ਆ, ਕੈਂਠਾ ਦੇ ਮੈਂ ਪਾ ਕੇ ਜਾਣਾ, ਕਹਿੰਦਾ ਦੇਖ ਕੈਂਠਾ ਤੈਨੂੰ ਦੇ ਦੂੰ। ਪਰ ਸਵਾਲ ਇਹ ਹੈ ਕਿ ਜਾਂ ਤਾਂ ਇਹਨੂੰ ਪਾਉਣਾ ਨਹੀਂ, ਉਹ ਕਹਿੰਦਾ ਦੇਖ ਭਰਾਵਾ ਮੈਂ ਪਾਉਣਾ ਪੂਣਾ ਤਾਂ ਮੈਂ ਵੀ ਨਹੀਂ, ਮੈਂ ਸਹੁਰਿਆਂ ਦੇ ਨੇੜੇ ਜਾ ਕੇ ਪਾ ਲੂੰ। ਉਹ ਕਹਿੰਦੇ ਫਿਰ ਇੱਕ ਚੀਜ਼ ਕਰੀ, ਇਹਨੂੰ ਮੈਲ ਨਾ ਲੱਗ ਜੇ। ਹਾਂ ਬਹੁਤ ਜ਼ਰੂਰੀ ਆ। ਹਾਂ ਇਹਦੇ ਪਿੱਛੇ ਨਾ ਕੋਈ ਰੁਮਾਲ 'ਚ ਕੋਈ ਕੱਪੜਾ ਪਾ ਲਈ। ਉਹਨੇ ਵੀ ਇਹੀ ਕਰਨਾ, ਫਿਰ ਉਹਨੇ ਪਹਿਲਾਂ ਖੀਸੇ 'ਚ ਪਾ ਕੇ ਲੈ ਜਾਣਾ, ਫਿਰ ਐਂ ਸਹੁਰਿਆਂ ਦੇ ਪਿੰਡ ਦੇ ਨੇੜੇ ਜਾ ਕੇ ਜਦ ਦੇਖਣ ਲੱਗ ਗਿਆ ਕਿ ਉਹ ਬਨੇਰਾ ਦੇਖਣ ਲੱਗ ਗਿਆ, ਸਹੁਰਿਆਂ ਦੇ ਘਰ ਆ ਗਿਆ, ਸਹੁਰਿਆਂ ਦਾ ਪਿੰਡ ਆ ਗਿਆ, ਨਾਲੇ ਚੌੜਾ ਹੋਈ ਜਾਣਾ। ਹਾਂ ਫਿਰ ਉਹਨੇ ਉਹ ਪਾ ਲੈਣਾ ਕੈਂਠਾ ਉੱਤੇ ਦੀ, ਹੈ ਮੰਗਮਾ, ਨਾਲ ਉੱਤੇ ਦੀ ਲੀਰ ਪਾਉਣੀ ਤਾਂ ਕਿ ਅਗਲੇ ਦੇ ਕੈਂਠੇ ਨੂੰ ਮੈਲ ਨਾ ਲੱਗ ਜੇ, ਮੁੜ ਕੇ ਵੀ ਮੰਗਣਾ। ਮੈਨੂੰ ਇਸੇ ਤਰ੍ਹਾਂ ਦੀ ਇੱਕ ਗੱਲ ਹੋਰ ਯਾਦ ਆ ਗਈ। ਸਾਡੇ ਪਿੰਡ ਦੇ ਵਿੱਚ ਇੱਕ ਵਿਅਕਤੀ ਸੀ, ਬਾਪੂ ਜੀ ਹੁਣੀ ਸੁਣਾਉਂਦੇ, ਕਹਿੰਦੇ ਵੀ ਸਾਈਕਲ ਆਪਾਂ ਲੈ ਲਿਆ, ਉਹ ਕਹਿੰਦਾ ਵੀ ਮੈਂ ਜਾਣਾ ਸਹੁਰੀ, ਮੈਨੂੰ ਸਾਈਕਲ ਦੇ ਦਿਓ। ਉਹ ਕਹਿੰਦੇ ਯਾਰ ਤੈਨੂੰ ਤਾਂ ਸਾਈਕਲ ਆਉਂਦਾ ਨਹੀਂ, ਤੂੰ ਕੀ ਕਰੇਗਾ? ਉਹ ਕਹਿੰਦਾ ਮੈਨੂੰ ਵੀ ਪਤਾ ਸਾਈਕਲ ਨਹੀਂ ਆਉਂਦਾ, ਪਰ ਮੈਂ ਟੌਰ ਟੱਪਾ ਜਿਹਾ ਬਣਾਉਣਾ, ਚਾਹੇ ਤੋਰ ਕੇ ਲੈ ਜਾਵਾਂ 18-20 ਕਿਲੋਮੀਟਰ ਉਹਦੇ ਸਹੁਰੇ ਦੂਰ ਸੀ। ਉਹ ਕਹਿੰਦੇ ਇਹ ਤਾਂ ਠੀਕ ਹੈ, ਪਰ ਹੁਣ ਉੱਥੋਂ ਉੱਧਰੋਂ ਮੁੜਦੇ ਹੋਏ ਕਿਵੇਂ ਕਰੇਗਾ ਤੂੰ? ਉਹ ਕਹਿੰਦਾ ਉਹਦਾ ਮੇਰਾ ਪ੍ਰਬੰਧ ਹੈਗਾ। ਦੇਖੋ ਹੁਣ ਪ੍ਰਬੰਧ ਦੇਖੋ, ਜੁਗਾੜ ਸਕੀਮ। ਹੁਣ ਮੇਰਾ ਖਿਆਲ ਇਹ ਰਿਵਾਜ ਬੰਦ ਹੀ ਹੋ ਗਿਆ, ਕਿਉਂਕਿ ਹੁਣ ਤੱਕ ਘਰ ਦੇ ਅੰਦਰੋਂ ਹੀ ਕੁੜੀ ਕਾਰ 'ਚ ਬਹਿੰਦੀ ਹੈ, ਪ੍ਰਾਹੁਣਾ ਕਾਰ ਨੂੰ ਅੰਦਰੋਂ ਹੀ ਸ਼ੈਲਫ ਮਾਰਦਾ, ਹੋ ਗਿਆ। ਉਦੋਂ ਆਪਣੇ ਪਿੰਡ ਦੇ ਵਸੀਵੇਂ ਤੱਕ ਜਾਂ ਬੰਨੇ ਤੱਕ ਬੀਬੀ ਨੂੰ ਛੱਡਣ ਵਾਲਾ ਪਿੰਡ ਦੀਆਂ ਨੇ, ਘਰ ਦੀਆਂ ਨੇ, ਨਾਲ ਹੋਰ ਸਹੇਲੀਆਂ ਨੇ,
ਉਹ ਪ੍ਰਾਹੁਣੇ ਨੇ ਦੂਰ ਦੂਰ ਸਾਈਕਲ ਤੇ ਜਾਈ ਜਾਣਾ, ਉਹਨੇ ਦੇਖਿਆ ਪਿੱਛੇ ਸਾਰੀਆਂ ਦੂਰ ਚਲਾ ਗਿਆ, ਫਿਰ ਉਹਨਾਂ ਨੇ ਕਹਿਣਾ ਜਾ ਭਾਈ ਹੁਣ ਅੱਧਾ ਕਿਲੋਮੀਟਰ ਤੱਕ ਪਿੰਡ ਤੋਂ ਬਾਹਰ ਤੱਕ ਛੱਡ ਕੇ ਜਾਣਾ। ਉਹ ਕਹਿੰਦਾ ਆਪਾਂ ਸਿਗਾੜ ਲਾ ਲਿਆ। ਸਾਨੂੰ ਵੀ ਉਹ ਗੱਲਾਂ ਸੁਣਾਉਂਦੇ ਤੇ ਸੀ, ਕਹਿੰਦਾ ਤਾਜ ਜੀ ਉਹ ਦੱਸੋ ਜਿਹੜਾ ਸਾਈਕਲ ਤੁਸੀਂ ਵਾਪੀ ਉਹਨਾਂ ਦਾ ਲੈ ਕੇ ਗਏ ਸੀ ਕਿਵੇਂ ਕੀਤਾ ਸੀ? ਉਹ ਕਹਿੰਦੇ ਮੈਂ ਇੱਧਰੋਂ ਤਾਂ ਰੋੜ ਕੇ ਲੈ ਕੇ ਗਿਆ, ਉਧਰੋਂ ਮੈਨੂੰ ਪਤਾ ਸੀ ਮੈਨੂੰ ਆਉਂਦਾ ਨਹੀਂ, ਇਹਦੇ ਤੇ ਮੈਂ ਬਿਠਾਉਣਾ ਘਰ ਵਾਲੀ ਨੂੰ ਕਿਵੇਂ ਆ? ਕਹਿੰਦੇ ਉਹ ਥੋੜਾ ਨੇੜੇ ਆ ਕਰ, ਮੈਂ ਡੰਗ ਹੋਰ ਵੱਡੀ ਪਟ ਲਿਆ ਕਰ। ਕਹਿੰਦੇ ਜਦ ਉਹਨਾਂ ਨੇ ਅੱਧਾ ਕਿਲੋਮੀਟਰ ਜਾਂ ਕਿਲੋਮੀਟਰ ਉਹ ਆ ਗਈਆਂ, ਉਹ ਕਹਿੰਦੀਆਂ ਭਾਈ ਪ੍ਰਾਹੁਣਾ ਤਾਂ ਰੁਕਦਾ ਹੀ ਨਹੀਂ, ਤੂੰ ਜਾ, ਦੂਜਾ ਪਿੰਡ ਆਉਣ ਵਾਲਾ ਹੈ ਤੇ ਤੂੰ ਉਹਨੂੰ ਹਾਕ ਹੂਕ ਮਾਰ ਲੈ, ਤੂੰ ਥੋੜੀ ਜਿਹੀ ਵੱਡੀ ਡੰਗ ਪਰ ਤੂੰ ਚਲੇ ਜਾ। ਉਹ ਕਹਿੰਦਾ ਮੇਰੇ ਕੋਲ ਆ ਗਈ, ਪਤਾ ਉਹਨੂੰ ਨਹੀਂ ਸੀ, ਨਵਾਂ ਵਿਆਹ ਹੋਇਆ ਸੀ ਜੀ। ਉਹ ਕਹਿੰਦੀ ਜੀ ਬੈਠੀਏ ਸਾਈਕਲ ਤੇ, ਕਹਿੰਦਾ ਭੈਣੇ ਬੈਠਣਾ ਨਹੀਂ। ਕਹਿੰਦਾ ਮਨ ਕੇ ਬੈਠਣਾ ਨਹੀਂ, ਇਹ ਤਾਂ ਮੈਂ ਤੈਨੂੰ ਟੌਰ ਵਾਸਤੇ ਲਿਆਂਦਾ ਸੀ, ਤੇਰੀ ਪਿੰਡ 'ਚ ਬੱਲੇ ਬੱਲੇ ਹੋ ਗਈ, ਤੇਰੀ ਪਿੰਡ 'ਚ ਬੱਲੇ ਬੱਲੇ। ਕਹਿੰਦੀ ਉਹ ਵੀ ਚੌੜੀ ਹੋ ਗਈ, ਆਹ ਕੰਮ ਚਾਹੇ ਤੈਨੂੰ ਚਲਾਉਣਾ ਨਹੀਂ ਸੌਂਦਾ ਤਾਂ ਪਿੰਡ 'ਚ ਦੱਸਦਾ ਸਾਡੇ ਪਿੰਡ ਦੇ ਵਿੱਚ ਸਾਡੇ ਘਰਾਂ 'ਚ ਕਿਸੇ ਪ੍ਰਾਹੁਣੇ ਕੋਲ ਸਾਈਕਲ ਨਹੀਂ ਸੀ। ਤੇ ਹੁਣ ਬੱਲੇ ਬੱਲੇ ਹੋ ਗਈ, ਬੱਲੇ ਬੱਲੇ ਹੋ ਗਈ। ਉਹ ਕਹਿੰਦਾ ਤੁਸੀਂ ਦੇਖੋ ਪਤਾ ਹੈ ਨਹੀਂ ਸੀ, ਮੈਂ ਵੀ ਧਿਆਨ ਨਹੀਂ ਕੀਤਾ, ਅੱਗੇ ਪ੍ਰਾਹੁਣਿਆਂ ਨੂੰ ਮਖੌਲ ਬਹੁਤ ਕਰਦੇ ਸੀ ਪਿੰਡਾਂ 'ਚ। ਕਹਿੰਦਾ ਉਹਨਾਂ ਨੇ ਕਿਤੇ ਹਵਾ ਕੱਢਤੀ ਸਾਈਕਲ ਦੀ। ਨਹੀਂ ਦੇਖਣੀ ਤਾਂ ਸੀ, ਇਹ ਚੜ੍ਹਨਾ ਹੁੰਦਾ। ਹਾਂ ਕਹਿੰਦਾ ਉਹ ਮੈਂ ਸੋਚਾਂ ਵੀ ਜਦ ਮੈਂ ਲੈ ਕੇ ਗਿਆ ਸੀ ਜਾਂਦਾ ਹੋਇਆ ਸਹੁਰਿਆਂ ਨੂੰ ਪਤਾ ਨਹੀਂ, ਕਹਿੰਦਾ ਮੈਂ ਸੋਚਾਂ ਵੀ ਚਾਅ ਸੀ ਆਪਣੇ ਚੱਲ ਚ ਵੀ ਉਦੋਂ ਬੜਾ ਰੁੜਿਆ ਜਾਂਦਾ ਸੀ ਇਹ, ਹੁਣ ਧੂਣਾ ਪੈਂਦਾ, ਹੁਣ ਧੂਣਾ ਪੈਂਦਾ। ਉਹ ਦੇਖੋ ਧੂਗੇ ਲੈ ਕੇ ਗਏ, ਧੂਗੇ ਲੈ ਕੇ ਆਏ, ਪਰ ਇਹ ਪਿੰਡਾਂ ਦੇ ਸਾਦਗੀ ਦੀਆਂ ਗੱਲਾਂ ਨੇ ਕਿ ਉਦੋਂ ਇੱਕ ਦੂਸਰੇ ਦੇ ਨਾਲ ਇਸ ਤਰ੍ਹਾਂ ਕੈਂਠਾ ਸੋਨੇ ਦਾ ਦੇ ਦੇਣਾ। ਸਾਈਕਲ ਮੇਰਾ ਖਿਆਲ ਆ ਉਦੋਂ ਅੱਜ ਦੀ ਮਰਸੀਡੀ ਕਾਰ ਵਰਗਾ ਹੋਊਗਾ। ਬਿਲਕੁਲ ਬੈਨੀਪਾਲ ਸਾਹਿਬ, ਮੈਨੂੰ ਇਹ ਲੱਗਦਾ ਕਿ ਇਹ ਇਕੱਲੀ ਤੁਹਾਡੇ ਪਿੰਡ ਨਾਲ ਜਾਂ ਸਾਡੇ ਪਿੰਡ ਨਾਲ ਨਹੀਂ, ਸਾਰਿਆਂ ਦੇ ਪਿੰਡਾਂ 'ਚ ਵਾਪਰੀ ਹੋਣੀ ਹੈ। ਜੇ ਤੁਹਾਡੇ ਪਿੰਡ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਕੋਈ ਇੱਦਾਂ ਦਾ ਪਾਤਰ ਜਿਹੜਾ ਵਿਸ਼ੇਸ਼ ਹੋਵੇ, ਸਤਿਕਾਰ ਸਹਿਤ ਉਹਦੇ ਬਾਰੇ ਵੀ ਟਿੱਪਣੀਆਂ ਕਰ ਦਿਓ। ਜੇ ਕਦੇ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਬੈਨੀਪਾਲ ਸਾਹਿਬ ਨੇ ਸੁਣਾਈਆਂ ਟਿੱਪਣੀ, ਉਹਦੇ ਬਾਰੇ ਵੀ ਅਸੀਂ ਤੁਹਾਡੇ ਤੋਂ ਚਾਹਾਂਗੇ। ਖਾਸ ਤੌਰ ਦੇ ਉੱਤੇ ਮਰਨੇ ਪਰਨੇ ਤੇ ਵਿਆਹਾਂ ਸ਼ਾਦੀਆਂ ਤੇ ਕੀ ਸੱਚੀ ਮੁੱਚੀ ਅੱਜ ਵੀ ਪੰਜਾਬ ਦੇ ਪਿੰਡਾਂ 'ਚ ਸਹਿਯੋਗ ਹੈਗਾ ਕਿ ਇੱਕ ਦੂਜੇ ਦੇ ਨਾਲ ਮਿਲਦੇ ਗਿਲਦੇ ਆਪਾਂ ਉਸ ਢੰਗ ਤਰੀਕੇ ਦੇ ਨਾਲ ਦੂਸਰੇ ਦੇ ਦੁੱਖ ਨੂੰ ਆਪਣਾ ਦੁੱਖ ਤੇ ਦੂਸਰੇ ਦੇ ਸੁੱਖ ਨੂੰ ਖੁਸ਼ੀ ਨੂੰ ਆਪਣੀ ਖੁਸ਼ੀ ਮੰਨਦੇ ਆ? ਤੇ ਸਭ ਤੋਂ ਵੱਡੀ ਗੱਲ ਕਿ ਪੁਰਾਣੇ ਆਪਣੇ ਪਿੰਡ ਦਾ ਚੇਤਾ ਤੁਹਾਨੂੰ ਕਿੰਨਾ ਕੁ ਆਉਂਦਾ ਹੈ? ਪਿੰਡ ਦੀ ਸੱਥ ਦਾ, ਪਿੰਡ ਦੇ ਉਸ ਮਿਸਤਰੀ ਭਾਈ ਦਾ, ਪਿੰਡ ਦੀ ਉਸ ਆਟੇ ਦੀ ਚੱਕੀ ਦਾ, ਪਿੰਡ ਦੇ ਉਸ ਬੋਹੜ ਦੇ ਦਰਖਤ ਦਾ, ਪਿੰਡ ਦੇ ਉਸ ਗੇਟ ਦਾ, ਗੇਟ ਦੇ ਆਲੇ ਦੁਆਲੇ ਬੈਠੇ ਹੋਏ ਲੋਕਾਂ ਦਾ। ਕਿੰਨੇ ਕੁ ਪੁਰਾਣੇ ਚਿਹਰੇ ਨੇ ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਆਏ ਸੀ, ਬਜ਼ੁਰਗਾਂ ਦੇ ਚਿਹਰੇ, ਝੁਰੜੀਆਂ ਪਈਆਂ ਹੋਈਆਂ, ਉਦੋਂ ਬਹੁਤਾ ਸਾਜ ਸਜਾ ਤਾਂ ਹੁੰਦਾ ਨਹੀਂ ਸੀ, ਪਰ ਬਹੁਤ ਸਾਰੇ ਚਿਹਰੇ ਹੋਣਗੇ ਜਦੋਂ ਚੇਤੇ ਆਉਂਦੇ ਹੋਣਗੇ ਤੇ ਉਹ ਦੁਨੀਆ ਤੋਂ ਰੁਖਸਤ ਹੋ ਚੁੱਕੇ ਹੋਣੇ ਆ। ਪਰ ਜੇ ਇਦਾਂ ਦੇ ਚਿਹਰਿਆਂ ਦਾ ਕੁਝ ਚੇਤਾ, ਜੇ ਕੋਈ ਯਾਦ ਹੈਗੀ ਹੈ ਤਾਂ ਤੁਸੀਂ ਟਿੱਪਣੀਆਂ ਲਿਖ ਕੇ ਸਾਡੇ ਨਾਲ ਸਾਂਝੀਆਂ ਜ਼ਰੂਰ ਕਰੋ, ਸਾਨੂੰ ਚੰਗਾ ਲੱਗੂਗਾ। ਪਰ ਪਿੰਡ ਜਿਹੜਾ ਆਪਣੇ ਚੋਂ ਨਿਕਲਣਾ ਨਹੀਂ। ਬੈਨੀਪਾਲ ਸਾਹਿਬ ਕੈਂਠੇ ਦੀ ਗੱਲ ਕੀਤੀ ਸੀ ਨਾ ਜੀ ਜੀ, ਉਹ ਜਿਹੜਾ ਬੰਦਾ ਕੈਂਠਾ ਮੰਗ ਕੇ ਲੈ ਜਾਂਦਾ ਹੁੰਦਾ, ਜਿਹਨੂੰ ਉਹਨੇ ਖਾਸ ਤੌਰ ਤੇ ਕਿਹਾ ਹੁੰਦਾ ਕਿ ਨੇੜੇ ਜਾ ਕੇ ਪਾ ਲਈ ਤਾਂ ਹਾਂ, ਉਹ ਉਦਾਂ ਹੀ ਉੱਥੇ ਜਾ ਕੇ ਉਹ ਕੈਂਠਾ ਪਾ ਕੇ ਤੁਰਨਾ ਕਿਹੜਾ ਸੌਖਾ ਆ? ਉਹ ਕੈਂਠਾ ਸਾਰੀ ਰਾਹ 'ਚ ਪਾਈ ਜਾਓ, ਲੋਕ ਐਵੇਂ ਦੇਖਦੇ ਰਹਿੰਦੇ ਆ। ਕੈਂਠੇ ਨਾਲ ਫਿਰ ਗਰਮੀ ਵੀ ਲੱਗਦੀ ਆ, ਪਰ ਆਪਾਂ ਤਾਂ ਪਾ ਕੇ ਰੱਖੀਦਾ, ਕੰਮ ਕੁਮ ਵੇਲੇ ਲਾਈਦਾ, ਉਹਨੇ ਉਹੀ ਚੌੜਾ ਹੋਈ ਜਾਣਾ। ਪਰ 25-27 ਸਾਲ ਹੀ ਪਤਾ ਲੱਗ ਜਾਂਦਾ ਜਵਾਈ ਭਾਈ ਕਿੰਨੇ ਕੁ ਜੋਗਾ। ਪਰ ਇਹ ਵੀ ਸੀ ਉਹਨਾਂ ਵੇਲਿਆਂ ਦੇ ਵਿੱਚ, ਤੇ ਅਸੀਂ ਉਹ ਬਜ਼ੁਰਗਾਂ ਨੂੰ ਪੁੱਛਣਾ ਵੀ ਤੁਹਾਡੇ ਵੇਲਿਆਂ 'ਚ ਦੱਸੋ ਕਿ ਕਿਵੇਂ ਹੁੰਦਾ ਸੀ? ਉਹ ਕਹਿੰਦੇ ਪੁੱਤ ਤੁਸੀਂ ਤਾਂ ਲਿਸ਼ਕ ਦੀਆਂ ਗਰਗਾਬੀ ਪਾਈ ਫਿਰਦੇ ਹੋ, ਰਕਾਬੀ ਪਾਈ ਫਿਰਦੇ ਹੋ ਜੀ, ਅਸੀਂ ਨਹੀਂ ਸੀ ਐਂ ਕਰਦੇ। ਅਸੀਂ ਕਹਿਣਾ ਵੀ ਬਾਬਾ ਜੀ ਤੁਸੀਂ ਫਿਰ ਕਿਵੇਂ ਕਰਦੇ ਸੀ? ਉਹ ਕਹਿੰਦੇ ਭਾਈ ਜੁੱਤੀ ਪਤਾ ਨਹੀਂ ਖੱਲ ਦੀ, ਪਤਾ ਨਹੀਂ ਧੌੜੀ ਦੀ, ਜੋ ਵੀ ਉਹ ਦੱਸਦੇ ਹੁੰਦੇ ਧੌੜੀ ਦੀ ਹੁੰਦੀ ਸੀ, ਧੌੜੀ ਦੀ ਜੀ, ਉਹ ਲੈ ਲੈਣੀ, ਲੈ ਕੇ ਫਿਰ ਅਸੀਂ ਭਾਈ ਇੱਕ ਡਾਂਗ ਰੱਖਣੀ ਜਾਂ ਸੋਟੀ ਰੱਖਣੀ, ਸੋਟੀ ਤੇ ਟੰਗ ਲੈਣੀ। ਇਸ ਕੇ ਫਿਰ ਤੁਸੀਂ ਜਦ ਜਾਂਦੇ ਸੀ ਸੋਟੀ ਦੀ ਜੁੱਤੀ ਕਾਹਤੇ ਟੰਗੀ? ਜੁੱਤੀ ਤਾਂ ਪੈਰਾਂ 'ਚ ਪਾਉਣ ਨੂੰ ਹੁੰਦੀ ਹੈ। ਉਹ ਕਹਿੰਦੇ ਉਹਨੂੰ ਤੇਲ ਤੂਲ ਲਾ ਕੇ ਰੱਖਿਆ ਹੁੰਦਾ ਸੀ, ਨਹੀਂ ਉਹ ਪੈਰ ਵੜਦੀ ਸੀ। ਅਸੀਂ ਐਨ ਜਦ ਸੌਰੀ ਜਾਣਾ ਜਾਂ ਰਿਸ਼ਤੇਦਾਰੀ 'ਚ ਜਾਣਾ, ਐਨ ਨੇੜੇ ਜਾ ਕੇ ਫਿਰ ਪੈਰ ਭਰਨਾ, ਮਾਰਨਾ ਪੈਰਾਂ ਤੇ, ਮਿੱਟੀ ਕਿੰਨੀ ਲੱਗੀ, ਡੈਸ਼ਬੋਰਡ ਸਾਫ਼ ਕਰ, ਹਾਂ ਸਾਫ਼ ਕਰਕੇ ਫਿਰ ਜੁੱਤੀ ਪਾ ਲੈਣੀ। ਕਹਿੰਦੇ ਨਹੀਂ ਤਾਂ ਘਸ ਜਿਆ ਕਰਦੀ। ਹੁਣ ਤੁਸੀਂ ਦੇਖੋ ਕਿ ਬਜ਼ੁਰਗਾਂ ਨੇ ਸਰਫੇ ਕਰ ਸਾਦੇ ਕਿੰਨੇ ਸੀ, ਕਿਉਂਕਿ ਉਹਨਾਂ ਦੇ ਪੈਰ ਹੀ ਮੈਨੂੰ ਲੱਗਦਾ ਇੰਨੇ ਸਖਤ ਹੋਏ ਪਏ ਸੀ ਨੰਗੇ ਤੁਰਦਿਆਂ ਦੇ ਕਿ ਛੇਤੀ ਕੰਡਾ ਕੁੰਡਾ ਲੱਗਦਾ ਨਹੀਂ ਸੀ, ਕਿਉਂਕਿ ਹੱਥੀਂ ਖੇਤੀ ਕਰਨੀ, ਸਾਰਾ ਕੁਝ ਹੱਥੀਂ ਕਰਨਾ। ਤੇ ਹੁਣ ਪਰਦੇਸੀਆਂ ਵੱਲ ਨੂੰ ਮੈਂ ਆਉਣਾ ਚਾਹੁੰਦਾ। ਸਾਨੂੰ ਪਤਾ ਕਿ ਪਿੰਡ ਦੀ ਅਹਿਮੀਅਤ ਸਾਡੇ ਵਾਸਤੇ ਕੀ ਹੈ। ਹੁਣ ਮੈਂ ਕਈ ਵਾਰੀ ਪਿੰਡ ਜਾ ਕੇ ਵੀ ਪਿੰਡਿਆਂ ਨਾਲ ਇਹ ਗੱਲ ਸਾਂਝੀ ਕਰਦਾ ਹੁੰਦਾ ਕਿ ਆਪਣੇ ਪਿੰਡ ਦੇ ਵਿੱਚੋਂ ਮੈਂ ਇਕੱਲਾ ਬਾਹਰ ਚਲਾ ਗਿਆ। ਪਿੰਡ ਦਿਆਂ ਨੇ ਹੋ ਸਕਦਾ ਕਦੇ ਦਿਨ ਤਿਉਹਾਰ ਤੇ ਜ਼ਿਆਦਾ ਇਕੱਠੇ ਹੁੰਦੇ ਸੀ, ਕਦੇ ਸੋਚਿਆ ਹੋਵੇ ਯਾਰ ਇੱਥੇ ਉਹ ਵੀ ਹੁੰਦਾ ਸੀ, ਪਰ ਸਾਲ 2 ਸਾਲ ਬਾਅਦ ਸਭ ਭੁੱਲ ਜਾਂਦੇ ਨੇ। ਪਰ ਜਿਹੜਾ ਬੰਦਾ ਪਿੰਡ ਚੋਂ ਬਾਹਰ ਆ ਗਿਆ, ਉਹਨੂੰ ਇਕੱਲੇ ਪਿੰਡ ਦੇ ਜੀ ਦਾ ਚੇਤਾ ਆਉਂਦਾ ਰਹਿੰਦਾ ਕਿ ਯਾਰ ਫਲਾਣਾ ਆਹ ਹੁੰਦਾ ਸੀ, ਉਹ ਹੁੰਦਾ ਸੀ, ਇੱਦਾਂ ਹੁੰਦਾ ਸੀ। ਕਿਉਂਕਿ ਪਿੰਡ ਦੇ ਵਿੱਚ ਤਾਂ ਹੋਰ ਕਿੰਨੇ ਲੋਕ ਵੱਸਦੇ ਆ, ਉਹਨਾਂ ਵਾਸਤੇ ਸ਼ਾਇਦ ਸਮਾਂ ਪੈ ਕੇ ਉਹਦੀ ਅਹਿਮੀਅਤ ਨਹੀਂ ਰਹਿੰਦੀ। ਇਹਨਾਂ ਚੀਜ਼ਾਂ ਨੂੰ ਬਿਆਨ ਹਰਜਿੰਦਰ ਕੰਗ ਨੇ ਨਾ ਇੱਕ ਗਜ਼ਲ ਦੇ ਵਿੱਚ ਕੀਤਾ, ਇੱਕ ਕਵਿਤਾ 'ਚ ਕੀਤਾ। ਮੈਂ ਉਹ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਨੀ ਚਾਹੁੰਦਾ। ਮੈਨੂੰ ਲੱਗਦਾ ਕਿ ਹਰ ਇੱਕ ਦੀ ਅੱਖ ਨਮ ਹੋ ਜਾਊਗੀ। ਸੋ ਉਹਨਾਂ ਦੀ ਜਿਹੜੀ ਚੀਜ਼ ਹੈ, ਕਹਿੰਦਾ ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ ਹਾਂ, ਇੱਥੋਂ ਰਹਿੰਦਾ ਬੰਦਾ ਪਿੰਡ ਜਾ ਕੇ ਆਇਆ,
ਕਹਿੰਦਾ ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ ਹਾਂ ਆਪਣੇ ਹੀ ਗਲ ਲੱਗ ਕੇ ਰੋ ਕੇ ਆਇਆ ਹਾਂ, ਨਾਲ ਗਲ ਨਾਲ ਲਾਉਣ ਵਾਲਾ ਕੋਈ ਨਹੀਂ ਮਿਲਿਆ। ਇਸ ਵਾਰੀ ਜਦ ਪਿੰਡੋਂ ਹੋ ਕੇ ਆਇਆ ਹਾਂ ਆਪਣੇ ਹੀ ਗਲ ਲੱਗ ਕੇ ਰੋ ਕੇ ਆਇਆ ਹਾਂ, ਪੈੜ ਨਹੀਂ ਸੀ ਮੇਰੀ ਹੁਣ ਪੱਗ ਡੰਡੀਆਂ ਤੇ, ਕਿਉਂਕਿ ਅੱਗੇ ਤਾਂ ਰੋਜ਼ਾਨਾ ਤੁਰਦਾ ਸੀ। ਪੈੜ ਨਹੀਂ ਸੀ ਮੇਰੀ ਹੁਣ ਪੱਗ ਡੰਡੀਆਂ ਤੇ, ਪੱਗ ਡੰਡੀਆਂ ਦੇ ਕੋਲ ਖਲੋ ਕੇ ਆਇਆ ਹਾਂ। ਦੇਖੋ ਕੈਸੀਆਂ ਉਹਨੇ ਤਸ਼ਬੀਹਾਂ ਦਿੱਤੀਆਂ ਨੇ। ਕਹਿੰਦਾ ਬੰਦ ਪਏ ਸੀ ਬੂਹੇ ਜੋ ਮੈਂ ਖੋਲੇ ਨਾ, ਬੰਦ ਪਏ ਸੀ ਬੂਹੇ ਜੋ ਮੈਂ ਖੋਲੇ ਨਾ, ਰਹਿ ਗਏ ਸੀ ਜੋ ਖੁੱਲੇ ਢੋ ਕੇ ਆਇਆ ਹਾਂ। ਅੱਗੇ ਲਿਖਦੇ ਨੇ, ਕਹਿੰਦਾ ਜਿਸ ਥਾਂ ਤੋਂ ਖਤ ਕੱਢੇ ਉਸ ਦੇ ਪਾੜਨ ਲਈ, ਕਿਉਂਕਿ ਕਈ ਖਤ ਲਿਖਦੇ ਰਹੇ ਜਵਾਨੀ ਵੇਲੇ, ਉਹ ਲਕੋਇਆ ਆ ਬੰਦਾ, ਪਰ ਉਹਨੂੰ ਇਹ ਸੀ ਹੁਣ ਮੈਂ ਗਿਆ ਕੱਢ ਕੇ ਪਾੜਿਆ ਮੈਂ ਕਿਤੇ ਕਿਸੇ ਦੇ ਹੱਥ ਨਾ ਲੱਗਣ। ਹਰਜਿੰਦਰ ਕੰਗ ਲਿਖਦੇ ਨੇ, ਕਹਿੰਦੇ ਜਿਸ ਥਾਂ ਤੋਂ ਖਤ ਕੱਢੇ ਉਸ ਦੇ ਪਾੜਨ ਲਈ, ਉਸ ਥਾਂ ਤੇ ਹੀ ਫੇਰ ਲਕੋ ਕੇ ਆਇਆ ਹਾਂ। ਹਿੰਮਤ ਨਹੀਂ ਪਈ। ਦੇਖੋ ਹਿੰਮਤ ਨਹੀਂ ਪਈ, ਕਿਉਂਕਿ ਉਹ ਜਜ਼ਬਾਤ ਨੇ, ਉਹਦੀਆਂ ਯਾਦਾਂ ਨੇ। ਜਿਸ ਥਾਂ ਤੋਂ ਖਤ ਕੱਢੇ ਉਸ ਤੇ ਪਾੜਨ ਲਈ, ਉਸੇ ਥਾਂ ਤੇ ਫੇਰ ਲਕੋ ਕੇ ਆਇਆ ਹਾਂ। ਕਹਿੰਦਾ ਮੋਈ ਮਾਂ ਦੇ ਮੈਲੇ ਜਾਏ ਦੁਪੱਟੇ ਨੂੰ, ਮੋਈ ਮਾਂ ਦੇ ਮੈਲੇ ਜਾਏ ਦੁਪੱਟੇ ਨੂੰ, ਸੀਨੇ ਲਾ ਲਾ ਰੋ ਰੋ ਧੋ ਕੇ ਆਇਆ ਹਾਂ। ਬਹੁਤ ਸਾਰੇ ਲੋਕਾਂ ਦੀ ਇਹ ਦਾਸਤਾਨ ਹੈ, ਕਿਸੇ ਨਾ ਕਿਸੇ ਮਜਬੂਰੀ ਕਰਕੇ ਆਪਣਿਆਂ ਦੇ ਉਹ ਭੋਗ ਤੱਕ ਨਾ ਜਾ ਸਕੇ। ਕਈ ਕੱਚੇ ਸੀ ਵਿਚਾਰਿਆਂ ਕੋਲ, ਪੇਪਰ ਨਹੀਂ ਸੀ, ਕਈਆਂ ਦੀਆਂ ਕੋਈ ਹੋਰ ਮਜਬੂਰੀਆਂ ਸੀ। ਇਸੇ ਚੀਜ਼ ਨੂੰ ਕਲਮਬੱਧ ਹਰਜਿੰਦਰ ਕੰਗ ਕਰਦੇ ਨੇ। ਕਹਿੰਦੇ ਮੋਈ ਮਾਂ ਦੇ ਮੈਲੇ ਜਾਏ ਦੁਪੱਟੇ ਨੂੰ, ਸੀਨੇ ਲਾ ਲਾ ਰੋ ਰੋ ਧੋ ਕੇ ਆਇਆ ਹਾਂ। ਆ ਕੇ ਸਭਨਾਂ ਨੂੰ ਮਿਲਿਆ ਹਾਂ ਹੱਸ ਹੱਸ ਕੇ, ਵਾਪਸ ਆ ਗਿਆ। ਆ ਕੇ ਸਭਨਾਂ ਨੂੰ ਮਿਲਿਆ ਹਾਂ ਹੱਸ ਹੱਸ ਕੇ, ਦੱਸਿਆ ਨਹੀਂ ਮੈਂ ਕਿੰਨਾ ਰੋ ਕੇ ਆਇਆ ਹਾਂ, ਦੱਸਿਆ ਨਹੀਂ ਮੈਂ ਕਿੰਨਾ ਰੋ ਕੇ ਆਇਆ ਹਾਂ। ਬੈਨੀਪਾਲ ਸਾਹਿਬ, ਕਈ ਵਾਰੀ ਨਾ ਜਦੋਂ ਵਿਦੇਸ਼ਾਂ ਤੋਂ ਲੋਕ ਜਾਂਦੇ ਆ ਜੀ, ਤੇ ਆਮ ਤੌਰ ਤੇ ਪਿੰਡ ਵਾਲੇ ਜੇ ਕੋਈ ਆਣ ਕੇ ਪੁੱਛੇ ਕਿ ਉਹ ਫਲਾਣਾ ਸੂ ਆਇਆ, ਹਾਂਜੀ ਆਇਆ, ਕਿੱਥੇ ਹੁੰਦਾ, ਘਰੇ ਹੀ ਹੁੰਦਾ। ਅਸਲ ਦੇ ਵਿੱਚ ਉਹ ਘਰੇ ਨਹੀਂ ਹੁੰਦਾ, ਉਹ ਆਪਣੇ ਸੰਸਾਰ 'ਚ ਹੁੰਦਾ। ਇਹ ਵੀ ਕਈ ਵਾਰੀ ਹੁਣ ਨਵੇਂ ਨਿੱਕੇ ਨਿਆਣੇ ਕਹਿ ਦਿੰਦੇ ਆ ਕਿ ਯਾਰ ਹੋਟਲ 'ਚ ਕਮਰਾ ਲੈ ਲਓ, ਇੱਥੇ ਆ ਕੇ ਤੁਸੀਂ ਹਰ ਵਾਰੀ ਇਹ ਪਹਿਲਾਂ ਟੂਟੀਆਂ ਤੁਹਾਡੀਆਂ ਬੰਦ ਹੁੰਦੀਆਂ, ਤੁਸੀਂ ਮਿਸਤਰੀ ਸੱਦ ਕੇ ਉਹ ਠੀਕ ਕਰਾਉਂਦੇ ਹੋ, ਮੁੜ ਕੇ ਇੱਕ ਅੱਧਾ ਬਾਲਾ ਡਿੱਗਣ ਵਾਲਾ ਹੁੰਦਾ, ਮੁੜ ਕੇ ਉਹਨੂੰ ਸੈੱਟ ਕਰਾਉਂਦੇ ਹੋ, ਫਿਰ ਇਹ ਕਰਦੇ ਹੋ ਕਿ ਭਾਈ ਵਿਹੜੇ ਦੇ ਵਿੱਚ ਕਈ ਕੁਛ ਹੀ ਕਰਨ ਵਾਲਾ ਹੁੰਦਾ, ਬਹੁਤ ਸਮੱਸਿਆਵਾਂ ਹੁੰਦੀਆਂ, ਪਰ ਤੁਸੀਂ ਐਵੇਂ ਘਰ ਕਾਹਤੋਂ ਆ ਕੇ ਰਹਿੰਦੇ ਹੋ, ਉਦੋਂ ਵੱਧ ਪੈਸੇ ਤੁਸੀਂ ਘਰ ਲੈ ਲਏ, ਹੋਟਲ ਦਾ ਕਮਰਾ ਇੰਨੇ ਦਾ ਆਉਂਦਾ। ਬੈਨੀਪਾਲ ਸਾਹਿਬ, ਅਸਲ ਦੇ ਵਿੱਚ ਮਸਲਾ ਪੈਸੇ ਧੇਲੇ ਦਾ ਹੁੰਦਾ ਹੀ ਨਹੀਂ। ਬੰਦਾ ਤਾਂ ਉਸ ਵੇਲੇ ਜਦੋਂ ਘਰ ਦੇ ਵਿੱਚ ਇੱਕ ਕਦਮ ਤੁਰਦਾ ਤੇ ਨਾਲ 5 ਸਾਲ ਦਾ ਆਪਣਾ ਬਚਪਨ ਦਾ ਸਫ਼ਰ ਤੈਅ ਕਰਦਾ। ਜਦੋਂ ਉਹ ਬੰਦਾ ਘਰ ਦੀ ਪੁਰਾਣੀ ਜਿੱਥੇ ਖੁਰਲੀ ਹੁੰਦੀ ਸੀ ਉਹਦੇ ਕੋਲ ਦੀ ਤੁਰਦਾ, ਤੇ ਉਹ ਖੁਰਲੀ ਦੇ ਕੋਲ ਦੀ ਥੋੜ੍ਹੀ ਤੁਰਦਾ। ਜਿੰਨੀ ਵਾਰੀ ਉਹਨੇ ਬਲਦਾਂ ਦੀ ਪਿੱਠ ਦੇ ਉੱਤੇ ਹੱਥ ਫੇਰਿਆ ਹੁੰਦਾ, ਜਿੰਨੀ ਵਾਰੀ ਉਹਨੇ ਕੋਈ ਮੱਝ ਜਾਂ ਗਾਂ ਉੱਥੋਂ ਖੋਲ੍ਹ ਕੇ ਦੂਜੀ ਥਾਂ ਬੰਨੀ ਹੁੰਦੀ ਹੈ, ਉਹਨੂੰ ਤਾਂ ਉੱਥੇ ਸੰਗਲਾਂ ਦਾ ਖੜਾਕ ਸੁਣਦਾ ਹੈ, ਉਹਨੂੰ ਤਾਂ ਉੱਥੇ ਛੀਓ ਛੀ, ਜਿੰਨੀ ਵਾਰੀ ਉਹਨੇ ਬਾਲਟੀ ਪਾਣੀ ਦੀ ਉੱਥੇ ਮੂਹਰੇ ਰੱਖ ਕੇ ਪਾਣੀ ਪਿਆਇਆ ਹੁੰਦਾ, ਉਹਦੇ ਕਟੜੂ ਬਛੜੂ ਜਿਹੜੇ ਆ ਇੱਧਰ ਉੱਧਰ ਕੀਤੇ ਹੁੰਦੇ, ਕਦੇ ਕਦੇ ਖੁਰ ਵੀ ਉਹ ਪੈਰਾਂ 'ਤੇ ਰੱਖ ਦਿੰਦੇ ਆ, ਉਹਨੂੰ ਉਹ ਸਾਰੀਆਂ ਚੀਜ਼ਾਂ ਨਜ਼ਰ ਆਉਂਦੀਆਂ। ਕਿੱਥੇ ਬਹਿ ਕੇ ਉਹਨੇ ਚੌਂਕਾ ਘਰ ਦਾ ਕਿੱਥੇ ਸੀ, ਕਿੱਥੇ ਬਹਿ ਕੇ ਰੋਟੀ ਖਾਧੀ, ਕਿੱਥੇ ਆਪਣੇ ਭਾਈਆਂ ਭੈਣਾਂ ਦੇ ਨਾਲ ਖੇਡਦਿਆਂ ਖੇਡਦਿਆਂ ਕਿੱਥੇ ਸੱਟ ਲਵਾਈ, ਕਿੱਥੇ ਰੋਂਦੇ ਸੀ, ਕਦੋਂ ਵੱਡਾ ਮਨਾਉਂਦਾ ਸੀ, ਕਦੋਂ ਛੋਟੇ ਨੂੰ ਉਹ ਮਨਾਉਂਦਾ ਸੀ। ਨਿੱਕੀਆਂ ਨਿੱਕੀਆਂ ਚੀਜ਼ਾਂ ਕਿ ਜਦੋਂ ਉਹ ਘਰ ਬਣਦਾ ਸੀ ਉਦੋਂ ਬਾਪੂ ਕੀ ਕਹਿੰਦਾ ਸੀ ਕਿ ਭਾਈ ਇੱਥੇ ਮੈਂ ਪੁੱਤ ਤੈਨੂੰ ਕਮਰਾ ਪਾ ਕੇ ਦੇਣਾ, ਇਹ ਮੇਰੇ ਪੁੱਤ ਦਾ ਕਮਰਾ ਹੋਊ, ਇਹ ਮੇਰੀ ਧੀ ਦਾ ਕਮਰਾ ਹੋਊ, ਇਹ ਮੇਰੀ ਲਾਡੋ ਰਾਣੀ ਦਾ ਕਮਰਾ ਹੋਊ। ਉਹ ਸਾਰੀਆਂ ਚੀਜ਼ਾਂ ਜਦੋਂ ਉਹਦੇ ਕੰਨ 'ਚ ਪੈਂਦੀਆਂ ਨਾ, 5 ਸਟਾਰ ਹੋਟਲ ਹੋਵੇ, 3 ਸਟਾਰ ਹੋਟਲ ਹੋਵੇ, ਭਾਵੇਂ ਉੱਥੇ ਸਵਿਮਿੰਗ ਪੂਲ ਹੋਵੇ, ਉਹਦੇ ਸਾਹਮਣੇ ਉਹ ਕੁਛ ਨਹੀਂ। ਪਰ ਹਾਂ, ਜੇ ਇਸ ਬੰਦੇ ਨੇ ਅਜੇ ਉਸ ਚੀਜ਼ ਦਾ ਅਹਿਸਾਸ ਨਹੀਂ ਕੀਤਾ ਨਾ ਬੈਨੀਪਾਲ ਸਾਹਿਬ, ਉਹਦੇ ਲਈ ਉਹ ਪਿੰਡ ਕੁਛ ਨਹੀਂ, ਉਹਦੇ ਲਈ ਉਹ ਪੁਰਾਣਾ ਘਰ ਕੁਛ ਨਹੀਂ। ਪਰ ਭਾਵੇਂ ਕੰਧਾਂ ਜਿਹੜੀਆਂ ਸੀਮੈਂਟ ਛੱਡਦੀਆਂ ਹੋਣ, ਪਲਾਸਟਰ ਛੱਡਦੀਆਂ ਹੋਣ, ਭਾਵੇਂ ਉੱਥੇ ਬਹੁਤ ਸਾਰੀ ਨਮੀ ਜਿਹੀ ਆਉਂਦੀ ਹੋਵੇ, ਹੋ ਸਕਦਾ ਕਿ ਉਹ ਕੀੜਾ ਮਕੌੜਾ ਵੀ ਨਿਕਲਦਾ ਹੋਵੇ, ਪਰ ਉਹ ਯਾਦਾਂ ਜਿਹੜੀਆਂ ਹੁੰਦੀਆਂ ਪਿੰਡ ਦੀਆਂ, ਘਰ ਦੀਆਂ, ਪਰਿਵਾਰ ਦੀਆਂ, ਆਲੇ ਦੁਆਲੇ ਦੀਆਂ, ਉਹ ਉਹਨਾਂ ਸਾਰੀਆਂ ਚੀਜ਼ਾਂ ਤੇ ਭਾਰੂ ਪੈਂਦੀਆਂ। ਬਾਠ ਸਾਹਿਬ, ਮੈਨੂੰ ਹੁਣ ਕਿੰਨੇ ਵਰੇ ਹੋ ਗਏ, ਜਦੋਂ ਵੀ ਪੰਜਾਬ ਜਾਈਦਾ ਮੈਨੂੰ ਅੱਧੀ ਰਾਤ ਹੋ ਜੇ, ਮੈਂ ਕਿਸੇ ਹਨੇਰਾ ਸਵੇਰਾ ਮੈਨੂੰ ਜਿੱਥੇ ਮਰਜ਼ੀ ਹੋ ਜੇ, ਅੱਜ ਤੱਕ ਮੈਂ ਵਾਹ ਲੱਗਦੀ ਕਿਤੇ ਰਾਤ ਆਪਣੇ ਪਿੰਡ ਤੋਂ ਬਗੈਰ ਨਹੀਂ ਕੱਟੀ। ਭਾਵੇਂ ਕਿੰਨਾ ਹੀ ਜ਼ਰੂਰੀ ਕੰਮ ਹੋਵੇ, ਮੈਨੂੰ ਹੁੰਦਾ ਜਿਹੜਾ 4 ਘੰਟੇ 'ਚ ਕੰਮ ਕੀਤਾ ਜਾਣ ਵਾਲਾ 2 ਘੰਟੇ 'ਚ ਵੀ ਨਿਬੇੜਿਆ ਜਾ ਸਕਦਾ, ਮਿਲਣਾ ਹੀ ਸੀ। ਅਗਲੇ ਨੂੰ 2 ਘੰਟਿਆਂ 'ਚ ਮਿਲ ਕੇ ਭਾਵੇਂ ਉਹ ਬਠਿੰਡਿਓਂ ਮੁੜ ਕੇ ਆਉਣਾ ਪਵੇ, ਭਾਵੇਂ ਅੰਮ੍ਰਿਤਸਰ ਸਾਹਿਬ ਤੋਂ ਮੁੜ ਕੇ ਆਉਣਾ ਪਵੇ, ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਯਾਰ ਜਿੰਨੀਆਂ ਰਾਤਾਂ ਨੇ ਨਾ ਜਾ ਕੇ ਪਿੰਡ ਕੱਟ ਲਈਏ। ਮੈਨੂੰ ਲੱਗਦਾ ਸ਼ਾਇਦ ਪਿੰਡ ਵਾਲੇ ਉਸ ਚੀਜ਼ ਦੀ ਅਹਿਮੀਅਤ ਨੂੰ ਭਾਵੇਂ ਨਾ ਸਮਝਦੇ ਹੋਣ, ਕਿਉਂਕਿ ਉਹ ਤਾਂ ਉਸੇ ਹੀ ਪਿੰਡ ਵਿੱਚ ਰਹਿੰਦੇ ਆ। ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜਾ ਵੀ ਬੰਦਾ ਪਿੰਡ ਦਾ ਜਾਂਦਾ ਉਹਨੂੰ ਆਪ ਸਤਿ ਸ੍ਰੀ ਅਕਾਲ ਬੁਲਾ ਦਈਏ। ਹੁਣ ਕਈ ਵਾਰੀ ਨੇ ਜਦੋਂ ਹੁਣ ਲਗਭਗ ਤੁਹਾਨੂੰ 20-22 ਸਾਲ ਬਾਹਰ ਆਇਆਂ ਨੂੰ ਹੋ ਜਾਂਦੇ ਨੇ, ਹੁਣ ਜਿਹੜੇ ਬੱਚੇ ਉਸ ਵਕਤ 5 ਜਾਂ 7 ਸਾਲ ਦੇ ਸੀ, 5-7 ਸਾਲਾਂ ਦੀ ਆਪਾਂ ਨੂੰ ਜਿਹੜੀ ਬਹੁਤ ਜ਼ਿਆਦਾ ਮੈਮਰੀ ਹੁੰਦੀ ਆ, ਉਹ ਯਾਦ ਨਹੀਂ ਰਹਿੰਦੀਆਂ, ਗੱਲਾਂ ਬਾਤਾਂ ਭੁੱਲ ਜਾਂਦੀਆਂ ਨੇ। ਹੁਣ ਉਹ ਹੋ ਸਕਦਾ 20-25 ਸਾਲ ਦੇ ਹੋਏ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਯਾਰ ਇਹ ਕੌਣ ਹੈ।
ਪਰ ਮੈਂ ਉੱਥੇ ਜਿਹੜੇ ਭਤੀਜੇ ਭਾਣਜੇ ਰਹਿੰਦੇ ਉਹਨਾਂ ਨੂੰ ਪੁੱਛਦਾ ਹੁੰਦਾ, ਇਹ ਵੀ ਮੁੰਡਾ ਕੌਣ ਤੁਰਿਆ ਜਾਂਦਾ? ਉਹਨਾਂ ਨੇ ਕਹਿਣਾ ਜੀ ਇਹ ਚਾਚਾ ਜੀ ਫਲਾਣਾ। ਮੈਂ ਉਹਨੂੰ ਕਹਿਣਾ ਯਾਰ ਰੁਕ ਫਿਰ। ਉਹਨਾਂ ਨੇ ਕਈ ਵਾਰੀ ਸੰਗ ਲੱਗਣੀ, ਸੰਗ ਝਿਜਕ ਹੁੰਦੀ ਨਾ, ਝਿਜਕ ਹੁੰਦੀ ਆ, ਆਪਸ 'ਚ ਕਦੇ ਮਿਲੇ ਹੀ ਨਹੀਂ। ਫਿਰ ਉਹਨੂੰ ਦੱਸਿਆ ਅੱਛਾ ਸਾਨੂੰ ਇਹ ਤਾਂ ਪਤਾ ਜੀ ਤੁਸੀਂ ਫਲਾਣੇ ਦੇ ਭਰਾ ਹੋ, ਪਰ ਅਸੀਂ ਮਿਲੇ ਨਹੀਂ ਸੀ ਕਦੇ ਤੁਹਾਨੂੰ। ਅੱਛਾ ਐਤਕੀ ਮੈਂ ਗਿਆ, ਮੈਂ ਕਿਹਾ ਵੀ ਇੱਦਾਂ ਕਰਿਓ ਤੁਸੀਂ ਮੈਨੂੰ ਦੱਸਣਾ ਨਹੀਂ, ਕਿਉਂਕਿ ਕਈਆਂ ਦੇ ਮੁੜਨਗੇ ਬਿਲਕੁਲ ਆਪਣੇ ਬਾਪ ਵਰਗੇ ਹੁੰਦੇ। ਆਪੇ ਮੈਂ ਪਹਿਲਾਂ ਪਛਾਣਨਾ ਕਿ ਨਿਗਾਹ ਠੀਕ ਹੈ, ਨਿਗਾਹ ਠੀਕ ਹੈ। ਤੇ ਮੈਂ ਤੁਹਾਨੂੰ ਦੱਸਾਂ ਵੀ ਮੈਨੂੰ ਪਤਾ ਲੱਗਦਾ ਉਹ 'ਚੋਂ 3-4 ਜਵਾਕ ਤਾਂ ਇਹੋ ਜਿਹੇ ਸੀ ਜਿਹੜੇ ਬਿਲਕੁਲ ਇੱਦਾਂ ਲੱਗਦਾ ਸੀ ਵੀ ਜਿਵੇਂ ਉਹ ਹੂ ਬਹੂ ਉਹਦੇ ਬਾਪ ਹੀ ਖੜੇ ਹੋਣ, ਕਾਪੀ। ਤੇ ਕਈਆਂ ਦੀ ਪਛਾਣ ਨਹੀਂ ਆਉਂਦੀ। ਪਰ ਇਹਦੇ ਨਾਲ ਇਹ ਹੈਗਾ ਕਈ ਜਿਹੜੇ ਹਮ ਉਮਰ ਵੀ ਹੁੰਦੇ ਆ ਨਾ, ਉਹ ਆਪਣੇ ਮਨ ਦੇ ਵਿੱਚ ਇੱਕ ਆਪਾਂ ਤਸਵੀਰ ਬਣਾ ਲੈਂਦੇ ਹਾਂ। ਪਿੰਡ ਦੇ ਵਿੱਚ ਇਕੱਠੇ ਹੀ ਖੇਡਦੇ ਰਹੇ, ਇਕੱਠੇ ਹੀ ਸਕੂਲ 'ਚ ਪੜ੍ਹਦੇ ਰਹੇ। ਪਰ ਉਹ ਮੈਂ 2-3 ਵਾਰੀ ਗਿਆ, ਮੈਂ ਫਿਰ ਪੁੱਛਿਆ ਪਿੰਡ ਜਾ ਕੇ, ਮੈਂ ਕਿਹਾ ਯਾਰ ਮੈਂ ਉਹਨਾਂ ਦੇ ਘਰ 1-2 ਵਾਰੀ ਜਾ ਆਇਆ ਤੇ ਉਹ ਮਿਲਣ ਨਹੀਂ ਮੈਨੂੰ ਆਏ, ਕੀ ਕਾਰਨ? ਉਹ ਕਹਿੰਦੇ ਨਹੀਂ ਵੀ ਉਹ ਡਿਊਟੀ ਤੇ ਲੱਗੇ ਹੋਏ ਨੇ, ਨਹੀਂ ਮਿਲੇ ਹੋਣੇ। ਮੈਂ ਕਿਹਾ ਠੀਕ ਹੈ। ਜਦੋਂ ਮੈਂ ਫਿਰ ਤੀਜੀ ਵਾਰੀ ਗਿਆ, ਮੈਂ ਕਿਹਾ ਵੀ ਨਹੀਂ ਐਤਕੀ ਤਾਂ ਧਾ ਕੇ ਹੀ ਨਾ ਮਿਲਣਾ ਜ਼ਰੂਰ ਹੈ ਜੀ। ਮੈਂ ਜਾਂਦਿਆਂ ਨੂੰ ਰੋਕ ਲਿਆ, ਸਕੂਟਰ ਤੇ ਜਾਣ। ਮੈਂ ਕਿਹਾ ਰੁਕੋ ਰੁਕ ਗਏ। ਸਤਿ ਸ਼੍ਰੀ ਅਕਾਲ ਵੀਰ ਜੀ। ਮੈਂ ਕਿਹਾ ਵੀਰ ਜੀ ਕਿੱਥੋਂ ਹੋ ਗਿਆ? ਉਹ ਆਪਾਂ ਹਮ ਉਮਰ ਬੰਦੇ ਇੱਕ ਵਿੱਥ ਹੋ ਜਾਂਦੀ ਨਾ ਕਿ ਪਤਾ ਨਹੀਂ ਬੰਦਾ ਬਾਹਰੋਂ ਆਇਆ ਤੇ ਆਕੜ ਹੋ ਗਈ। ਨਹੀਂ ਜੀ। ਮੈਂ ਕਿਹਾ ਜੀਜੂ ਵਾਲਾ ਕੰਮ ਛੱਡ, ਪਹਿਲਾਂ ਵਾਲੇ ਤੇ ਉਸੇ ਤੇ ਆ ਜਦ ਆਪਾਂ ਖੇਡਦੇ ਹੁੰਦੇ ਸੀ। ਮੈਂ ਕਿਹਾ ਮੈਨੂੰ ਇਹ ਦੱਸ, ਮੈਂ 2 ਵਾਰੀ ਜਾਂ 3 ਵਾਰੀ ਆ ਕੇ ਗਿਆ, ਪਹਿਲਾਂ ਪਤਾ ਲੱਗਿਆ ਤੈਨੂੰ ਕਿ ਨਹੀਂ? ਮੈਂ ਤੈਨੂੰ ਤੇ ਸੀ। ਮੈਂ ਕਿਹਾ ਪਤਾ ਲੱਗਿਆ ਤੈਨੂੰ? ਕਹਿੰਦਾ ਜੀ ਮੈਨੂੰ ਪਤਾ ਲੱਗ ਗਿਆ ਸੀ। ਮੈਂ ਕਿਹਾ ਜੀ ਕੱਢ ਵਿੱਚੋਂ, ਤੂੰ ਕਿਹਾ ਪਤਾ ਲੱਗ ਗਿਆ ਸੀ? ਕਹਿੰਦਾ ਪਤਾ ਲੱਗ ਗਿਆ। ਮੈਂ ਵੈਸੇ ਇਹ ਹੋ ਸੋਚਿਆ ਪਤਾ ਨਹੀਂ ਹੁਣ ਯਾਰ ਤੁਸੀਂ ਉਹ ਚੰਗੇ ਮੁਲਕ ਚਲੇ ਗਏ, ਪਤਾ ਨਹੀਂ ਤੁਸੀਂ ਹੁਣ ਵੱਡੇ ਹੋ ਗਏ ਹੋਵੋਗੇ। ਮੈਂ ਕਿਹਾ ਨਾ ਮੈਂ ਵੱਡਾ ਹੋਇਆ, ਸਾਡੇ ਕੋਲ ਮੁਸ਼ਕਲ ਆਵੇ ਕਿਤੇ। ਹਾਂ ਮੈਂ ਕਿਹਾ ਨਾ ਇਹ ਕੋਈ ਅਮੀਰੀ ਗਰੀਬੀ ਆ, ਨਾ ਕੋਈ ਵੱਡਾ ਛੋਟਾ ਹੈ, ਮੈਂ ਵੀ ਉਹੀ ਆ, ਤੁਸੀਂ ਵੀ ਉਹੀ ਹੋ, ਆਪਣੀਆਂ ਸਾਂਝਾਂ ਵੀ ਉਹੀ ਨੇ। ਪਰ ਕਈ ਵਾਰੀ ਜਦੋਂ ਅਸੀਂ ਕਿਸੇ ਤੋਂ ਦੂਰ ਰਹਿਣ ਲੱਗ ਪੈਂਦੇ ਹਾਂ, ਸਾਡੀ ਵਿੱਥ ਇੰਨੀ ਕੁ ਬਣ ਜਾਂਦੀ ਹੈ, ਬੰਦਿਆਂ ਨੂੰ ਇਹ ਲੱਗਣ ਲੱਗ ਜਾਂਦਾ ਕਿ ਸ਼ਾਇਦ ਇਹ ਬੰਦਾ ਹੁਣ ਉਹ ਰਿਹਾ ਹੀ ਨਹੀਂ ਹੋਣਾ। ਪਰ ਪਿੰਡ ਦੀਆਂ ਸਾਂਝਾਂ, ਭਾਵੇਂ ਅਸੀਂ ਸ਼ਹਿਰ 'ਚ ਜਾ ਕੇ ਵਸ ਗਏ, ਭਾਵੇਂ ਅਸੀਂ ਕਿਸੇ ਬਾਹਰਲੇ ਮੁਲਕ 'ਚ ਜਾ ਕੇ ਵਸ ਗਏ, ਸਾਡੇ 'ਚੋਂ ਪਿੰਡ ਨਹੀਂ ਨਿਕਲਣਾ, ਨਾ ਪਿੰਡ ਕੱਢਿਆ ਜਾ ਸਕਦਾ। ਬੈਨੀਪਾਲ ਸਾਹਿਬ ਇੱਥੇ ਨਾ ਇੱਕ ਗੱਲ ਬੜੀ ਇੰਪੋਰਟੈਂਟ ਆ, ਮੈਨੂੰ ਲੱਗਦਾ ਉਹ ਸਾਨੂੰ ਸਾਰਿਆਂ ਨੂੰ ਚੇਤੇ ਰੱਖਣੀ ਚਾਹੀਦੀ। ਉਹ ਇਹ ਹੈ ਕਿ ਜਿਹੜਾ ਤਾਂ ਪਿੰਡ 'ਚ ਬੱਚਾ ਨਾ ਜੀ, ਉਹਦੇ ਲਈ ਜਦੋਂ ਇੱਧਰੋਂ ਬਾਹਰੋਂ ਕੋਈ 25-27-10 ਸਾਲੀ ਜਾਂਦਾ, ਉਹਦੇ ਲਈ ਇਹ ਹੁੰਦਾ ਕਿ ਮੈਂ ਇਹਨਾਂ ਨੂੰ ਕਿਵੇਂ ਬੁਲਾਵਾਂ ਵੀ ਇਹ ਪਤਾ ਨਹੀਂ ਕੀ ਸੋਚ ਬਦਲੀ ਨਾ ਗਏ। ਜਿਹੜਾ ਬੰਦਾ ਇੱਧਰੋਂ ਜਾਂਦਾ ਉਹ ਕਹਿੰਦਾ ਯਾਰ ਨਿੱਕੇ ਨਿਆਣੇ ਸਾਨੂੰ ਕੋਈ ਬੁਲਾਉਂਦੇ ਨਹੀਂ। ਇੱਕ ਵਾਰੀ ਅਸਲ 'ਚ ਥੋੜੀ ਜਿਹੀ ਦੂਰੀ ਨਾ ਘਟਾਉਣ ਦੀ ਲੋੜ ਆਹੀ ਚੀਜ਼ ਮੈਂ ਰੋਕ ਹਾਂ ਵੀ ਉਹ ਘਟਾਉਣ ਦੀ ਬਹੁਤ ਵੱਡੀ ਪੱਧਰ ਤੇ ਲੋੜ ਆ। ਨਹੀਂ ਤਾਂ ਇਦਾਂ ਵੀ ਹੋ ਜਾਂਦਾ ਕਈ ਵਾਰੀ ਯਾਰ ਉਹ ਤਾਂ ਉਹਦੇ ਨਾਲ ਘੁੰਮਦਾ ਤੂੰ। ਹੁਣ ਜਿਹੜਾ ਬੰਦਾ ਬਾਹਰੋਂ ਗਿਆ ਉਹਨੂੰ ਸਾਰੀ ਚੀਜ਼ ਦਾ ਨਹੀਂ ਪਤਾ, ਉਹਨੇ 1-2 ਬੰਦਿਆਂ ਦੇ ਨਾਲ ਤਾਂ ਸਾਥ ਆਪਣਾ ਰੱਖਣਾ ਨਾ, ਉਹ ਦੂਜੇ ਕਹਿ ਰਹੇ ਨਹੀਂ ਯਾਰ ਉਹ ਤਾਂ ਉਹਨਾਂ ਨਾਲ ਘੁੰਮਦਾ, ਸਾਡੇ ਨਾਲ ਤਾਂ ਉਹਨੇ ਅੱਖ ਹੀ ਨਹੀਂ ਮਿਲਾਈ। ਉਹ ਕਈ ਦੂਰੀਆਂ ਪੈਦਾ ਹੋ ਜਾਂਦੀਆਂ। ਤੇ ਬੈਨੀਪਾਲ ਸਾਹਿਬ ਜਦੋਂ ਨਾ ਆਟੇ ਵਾਲੀ ਥੈਲੀ ਦਾ ਤੁਸੀਂ ਜ਼ਿਕਰ ਕੀਤਾ ਸੀ, ਮੈਨੂੰ ਸਿੱਧੀ ਪਿੰਡ ਵਾਲੀ ਆਟੇ ਦੀ ਚੱਕੀ ਚੇਤੇ ਆ ਗਈ। ਹੁਣ ਆਟੇ ਵਾਲੀ ਚੱਕੀ ਦਾ ਦੇਖੋ ਕਿਆ ਸੱਭਿਆਚਾਰ ਹੈ। ਉੱਥੇ ਆਮ ਤੌਰ ਤੇ ਜੇ ਤੁਸੀਂ ਆਟਾ ਪਿਸਾਉਣ ਨਹੀਂ ਵੀ ਗਏ, ਪਿਹਾਉਣ ਹੀ ਕਹਿ ਦਿੱਤਾ ਸੀ ਉਦੋਂ। ਪਿਹਾਉਣ ਹੀ ਕਹਿੰਦੇ ਸੀ, ਪਿਹਾਉਣ ਤੇ ਆਓ ਤੁਸੀਂ, ਹੁਣ ਤੇ ਆਉਨੇ ਆ ਜੇ ਪਿੰਡ ਦੀ ਗੱਲ ਹੋ ਰਹੀ ਹੈ। ਗੱਲ ਹੁਣ ਨਿਆਣੇ ਨਿੱਕਿਆਂ ਨੂੰ ਕੀ ਹੁੰਦਾ ਹੈ, ਕਿਸੇ ਦਾ ਸਾਈਕਲ ਹੱਥ ਆ ਗਿਆ ਝੂੰ। ਆਮ ਤੌਰ ਤੇ ਆਹ ਮੰਨ ਲਓ ਕਮਰੇ ਦੇ ਵਿੱਚ ਆਟੇ ਵਾਲੀ ਚੱਕੀ ਹੈ, ਮੂਹਰੇ 10 ਫੁੱਟ ਦੀ ਗਲੀ ਆ, ਇਧਰਲੇ ਪਾਸੇ ਛੋਟੀ ਜਿਹੀ ਕੰਧ ਹੈ ਜਾਂ ਕੋਈ ਪੱਥਰ ਪਿਆ, ਉੱਥੇ ਇੱਕ ਬੰਦਾ ਆਮ ਤੌਰ ਤੇ ਬੈਠਾ ਹੈ, ਉਹਦੇ ਕੱਪੜੇ ਆਟੇ ਨਾਲ ਲਿਬੜੇ ਹੈ, ਉਹਦੀ ਦਾੜੀ ਵੀ ਆਟੇ ਨਾਲ ਲਿਬੜੀ ਹੈ, ਉਹਦੇ ਭਰਵੱਟੇ ਤੇ ਵੀ ਆਟਾ ਪਿਆ ਹੈ, ਉਹਦੇ ਪਰਨੇ ਤੇ ਵੀ ਆਟਾ ਪਿਆ। ਤੁਹਾਨੂੰ ਪਤਾ ਹੀ ਹੁੰਦਾ ਸੀ ਕਿ ਭਾਈ ਇਹ ਆਟੇ ਦੀ ਚੱਕੀ ਵਾਲਾ ਬੰਦਾ ਹੈ। ਤੇ ਆਮ ਤੌਰ ਤੇ ਉਹਦੇ ਕੋਲੇ ਵੀ 2-4 ਬੈਠੇ ਹੁੰਦੇ ਸੀ। ਫਿਰ ਅਖਬਾਰ ਪੜ੍ਹੀ ਜਾਣਾ, ਕਈਆਂ ਨੇ ਬੈਠੇ ਅਖਬਾਰ ਪੜ੍ਹੀ ਜਾਣਾ। ਤੇ ਉਹਦੇ ਤੋਂ ਬਾਅਦ ਉਹਨਾਂ ਨੇ ਕਈ ਵਾਰੀ ਰੋਕੇ, ਉਹ ਸੁਣ ਉਹ ਤੂੰ ਚੱਲਿਆ ਨਾ ਉਧਰ ਨੂੰ ਫਲਾਣੇ ਸੁਨੇਹਾ ਦੇਂਦੀ ਆਟਾ ਉਹਦਾ ਹੋ ਗਿਆ, ਛੇਤੀ ਲੈ ਜਾਵੇ, ਇੱਥੇ ਕਿ ਰੱਖਣ ਨੂੰ ਥਾਂ ਨਹੀਂ ਹੈਗਾ ਬੋਰਾ, ਨਾਲੇ ਦਬਕਾ ਜਾ ਮਾਰ ਦੇਣਾ। ਤੇ ਜਦੋਂ ਫਿਰ ਘਰ ਦੇ ਵਿੱਚ ਪਹਿਲਾਂ 2 ਦਿਨ ਪ੍ਰੋਸੀਜਰ ਚੱਲਣਾ। ਪ੍ਰੋਸੀਜਰ ਕੀ ਚੱਲਣਾ ਕਿ ਪਹਿਲਾਂ ਤਾਂ ਦਾਣੇ ਡਰਮ ਚੋਂ ਕੱਢੋ, ਸੁਕਾਓ। ਕਈ ਵਾਰੀ ਬੀਬੀਆਂ ਨੇ ਧੋਣੇ ਵੀ, ਧੋਂਦੇ ਲਗਭਗ ਮੋਸਟਲੀ ਮੈਨੂੰ ਲੱਗਦਾ 99% ਲੋਕ ਧੋਂਦੇ ਹੀ ਸੁੱਚੇ ਕਰ ਲੈਣੇ ਉਹ। ਉਹਦੇ ਵਿੱਚੋਂ ਜੇ ਕਿਤੇ ਕਈ ਵਾਰੀ ਕਣਕ ਜੇ ਗਿੱਲੀ ਵੱਢ ਹੋ ਗਈ ਹੋਵੇ ਨਾ, ਉਹਦੇ ਵਿੱਚ ਮਿੱਟੀ ਦੀਆਂ ਬੱਟੀਆਂ ਵੀ ਹੁੰਦੀਆਂ ਸੀ। ਉਹ ਪਹਿਲਾਂ ਕੱਲੀ ਚੁਗਣੀ ਬੀਬੀਆਂ ਨੇ ਛੱਟ ਕੇ ਪੀਣ ਕਰਨਾ ਸਵਾਰ ਕੇ। ਹੁਣ ਉਹ ਜਿਹੜਾ ਸਵਾਰ ਕੇ ਪੀਣ ਕਰਨਾ, ਉਹਦੇ ਤੋਂ ਬਾਅਦ ਫਿਰ ਉਹ ਦਾਣੇ ਜਿਹੜੇ ਆ ਬੋਰੇ 'ਚ ਪਾਉਣੇ, ਉੱਪਰੋਂ ਮੂੰਹ ਚੰਗੀ ਤਰ੍ਹਾਂ ਬੰਨਣਾ, ਫੇਰ ਕਹਿਣਾ ਕਿ ਹੁਣ ਚੱਕੀ ਤੇ ਛੱਡਿਆ। ਪਹਿਲਾਂ ਇਹ ਵੀ ਕਹਿਣਾ ਦੇਖ ਕੇ ਆ ਚੱਕੀ ਖੁੱਲੀ ਆ। ਉਹਦੇ ਤੋਂ ਬਾਅਦ ਜਦੋਂ ਚੱਕੀ ਤੇ ਛੱਡਣ ਜਾਣਾ ਤਾਂ ਫਿਰ ਤਕੀਦ ਕਰਨੀ ਕਿ ਇਹ ਚੰਗੀ ਤਰ੍ਹਾਂ ਲਿਜਾਈ, ਰਾਹ ਦੇ ਵਿੱਚ ਕਿਤੇ ਸਿੱਟ ਨਾ ਲਈ। ਉਹ ਜਦੋਂ ਬੰਦਾ ਥੋੜਾ ਜਿਹਾ ਛੋਟਾ ਹੁੰਦਾ ਉਦੋਂ ਇੱਕ ਇੱਧਰਲੇ ਪਾਸੇ ਬੱਖੀ ਜੀ ਉਹਨਾਂ ਲਾਈ ਹੋਣੀ, ਇੱਕ ਹੱਥ ਨਾਲ ਹੈਂਡਲ ਫੜੀ ਲੈ ਜਾਣਾ। ਤੇ ਉੱਥੇ ਜਾ ਕੇ ਉਹ ਫਿਰ ਜਿਹੜੇ ਭਾਜੀ ਹੁੰਦੇ, ਤਾਇਆ ਚਾਚਾ ਅੰਕਲ ਜੋ ਮਰਜ਼ੀ ਕਹਿ ਲਓ, ਉਹਨਾਂ ਨੇ ਇੱਕ ਤਾਂ ਕਾਲਾ ਤੇਲ ਰੱਖਿਆ ਹੋਣਾ ਬੋਤਲ 'ਚ, ਉਹਦੇ ਵਿੱਚ ਡੀਖਾ ਪਾਇਆ ਹੋਣਾ, ਉਹਨੂੰ ਪਹਿਲਾਂ ਉੱਪਰੋਂ ਲਾਉਣਾ। ਨਾਂ ਲਿਖਿਆ ਬੋਰੇ ਦੇ ਉੱਤੇ, ਹਨਾ ਕਈ ਵਾਰ ਇਦਾਂ ਨਹੀਂ ਲਿਖਿਆ, ਆ ਪਿਛਲੀ ਵਾਰੀ ਤਾਂ ਬੋਰੇ ਦੇ ਉੱਤੇ ਲਿਖਿਆ ਸੀ, ਚੱਲ ਲਿਖਣਾ। ਹੁਣ ਨਿਆਣੇ ਨੂੰ ਕਈ ਵਾਰੀ ਲਿਆ ਮੈਂ ਲਿਖਦਾ, ਉਹ ਫਿਰ ਕਈ ਵਾਰੀ ਬਿਸ਼ਨੇ ਦੀ ਥਾਂ ਦੇ ਉੱਤੇ, ਕਰਮੇ ਦੀ ਥਾਂ ਦੇ ਉੱਤੇ ਲਿਖਿਆ ਜਾਂਦਾ, ਜਿੰਨਾ ਕੁ ਉਹਨਾਂ ਨੂੰ ਆਉਂਦਾ ਹੁੰਦਾ ਸੀ ਉਸ ਹਿਸਾਬ ਨਾਲ ਲਿਖਦੇ ਸੀ, ਪਰ ਉਹਨਾਂ ਨੂੰ ਪਛਾਣ ਹੁੰਦੀ ਸੀ। ਉਹਦੇ ਤੋਂ ਬਾਅਦ ਉਹਨਾਂ ਨੇ ਉਹ ਚੱਕਣਾ, ਪੁਰਾਣਾ ਤੱਕੜ ਹੁੰਦਾ ਸੀ, ਸਾਨੂੰ ਨਹੀਂ ਪਤਾ ਉਹ ਕੀ ਸਹੀ ਤੋਲਦਾ ਸੀ ਕੀ ਨਹੀਂ। ਬੱਟੇ ਵੀ ਪੱਥਰ ਦੇ ਹੁੰਦੇ ਕਈ ਵਾਰੀ, ਵੱਡੇ ਸਾਰੇ। ਉਹ ਆ ਛੋਟਾ ਪਾ, ਉਹ ਇੱਕ ਪਾਸੇ ਉਹਨੇ ਪਹਿਲਾਂ ਲੱਤ ਰੱਖਣੀ, ਉੱਪਰ ਫਿਰ ਬੋਰਾ ਰੱਖਣਾ,
ਤੇ ਨਾਲ ਇਹ ਜਦੋਂ ਮਾੜਾ ਜਿਹਾ ਦੇਖਣਾ, ਸਾਨੂੰ ਅੱਜ ਤੱਕ ਹਿਸਾਬ ਨਹੀਂ ਲੱਗਿਆ, 7 ਕੁ ਛੋਟੇ ਛੋਟੇ ਬੱਟੇ ਇੱਧਰ ਪਾ ਲੈਣੇ, 15 ਕੁ ਉਧਰਲੇ ਪਾਸੇ ਪਾ ਲੈਣੇ, ਉਹ ਇੱਕ ਕਾਪੀ ਚੱਕਣੀ, ਪਹਿਲਾਂ ਕਾਪੀ ਠਾ ਕਰਕੇ ਦੁਬਾਰੀ ਮਾਰਨੀ, ਉਹ ਤੋੜਨਾ, ਉਹ 'ਚੋਂ ਖਾਸਾ ਕੁਛ 5 ਕਿਲੋ ਆਟਾ ਉਹ ਝੋੜਨਾ ਹੈ ਨਾ, 5 ਕਿਲੋ ਆਟਾ ਉੱਡਣਾ। ਫਿਰ ਉਹਦੇ ਤੋਂ ਬਾਅਦ ਜਾ ਕੇ ਉਹਨਾਂ ਨੇ ਲਿਖਣਾ, ਅੱਛਾ ਆ ਮੋਟੇ ਅੱਖਰਾਂ 'ਚ ਏਡੇ 'ਚ ਇੰਨਾ, ਅੰਕਲ ਜੀ ਫਿਰ ਕਦੋਂ ਨੂੰ ਲੈ ਜਾਈਏ, ਤਾਇਆ ਜੀ ਚਾਚਾ ਜੀ ਪਰਸੋਂ ਲੈ ਜੀ, ਕਦੋਂ ਕਿ ਲੈ ਜਾਈਏ, ਉਹ ਜੇ ਫਿਰ ਬੱਤੀ ਰਹੀ ਜਾਂ ਤੇਲ ਆ ਜੀ ਮੈਂ ਲੈਣ ਜਾਣਾ, ਜੇ ਇੰਜਣ ਦੂਜਾ ਵੀ ਹੁੰਦਾ ਸੀ ਕਈ ਵਾਰੀ, ਤੇ ਲੈਣ ਜਾਣਾ ਤਾਂ ਫਿਰ ਪਰਸੋਂ ਨੂੰ ਫਿਰ 2 ਕੁ ਗੇੜੇ ਉਹਨਾਂ ਨੇ ਮਰਾਉਣੇ। ਉਹਦੇ ਤੋਂ ਬਾਅਦ ਫਿਰ ਜਦੋਂ ਬੈਨੀਪਾਲ ਸਾਹਿਬ ਲੈਣ ਜਾਣਾ ਆਟਾ, ਉਹਦਾ ਵੀ ਸੱਭਿਆਚਾਰ ਹੁੰਦਾ ਸੀ, ਪਹਿਲਾਂ ਦੇਖ ਤੇਰਾ ਬੋਰਾ ਕਿੱਥੇ ਪਿਆ, ਹੁਣ ਬੋਰਾ ਕਿੱਥੇ ਦਿਸੇ, ਕਿਉਂਕਿ ਜੋ ਆਟਾ ਬੋਰੇ ਨਾਲ ਬੋਰੇ ਜੋੜੇ ਪਏ, ਆਟਾ ਉੱਤੇ ਪਿਆ ਹੋਇਆ ਉਹਦੇ, ਉਹਨੇ ਕਹਣਾ ਉਹ ਆ ਤੇਰਾ, ਚਲੋ ਜੀ ਉਹਨੇ ਹੀ ਫਿਰ ਚੱਕਣਾ, ਫਿਰ ਵਿੱਚੋਂ ਕਾਟ ਕੱਟਣੀ, ਇੰਨੀ ਤੇਰੀ ਕਾਟ ਬਣ ਗਈ, ਫਿਰ ਕਾਪੀ ਐ ਦੇਖਣੀ, ਫਿਰ ਕਾਪੀ ਤੋਂ ਕੱਟਣਾ, ਉਹ ਤੋਂ ਬਾਅਦ ਉੱਪਰ ਰੱਖ ਦੇਣਾ। ਤੇ ਕਈ ਵਾਰੀ ਉਹ ਘਰ ਜਾ ਕੇ ਬੀਬੀ ਨੇ ਵੀ ਕਹਿਣਾ ਇਹ ਆਟਾ ਆਪਣਾ ਨਹੀਂ, ਹਾਂ ਉਹ ਕਈ ਵਾਰੀ ਇਹ ਹੁੰਦਾ ਕਿ 2 ਕਿਲੋ ਪਹਿਲਾਂ ਕੱਢ ਕੇ ਕਿਸੇ ਦਾ ਪੂਰਾ ਕਰਤਾ, 2 ਕਿਲੋ ਦੂਜਾ ਕੱਢ ਕੇ ਪੂਰਾ ਕਰਤਾ, ਪਰ ਕਈ ਵਾਰੀ ਬੀਬੀਆਂ ਵਾਪਸ ਵੀ ਭੇਜ ਦਿੰਦੀਆਂ ਸੀ, ਜਾਂ ਬਟਾ ਕੇ ਲਿਆ ਆਟਾ ਦੂਜਾ ਲਿਆ। ਜਿਹੜਾ ਤੁਸੀਂ ਇਹ ਜ਼ਿਕਰ ਕੀਤਾ ਨਾ, ਸਾਡਾ ਪਿੰਡ ਛੋਟਾ ਜਾਂ ਸਾਡੇ ਪਿੰਡ ਚੱਕੀ ਨਹੀਂ, ਨਾਲ ਦੇ ਪਿੰਡ ਜਾਣਾ ਪੈਂਦਾ, ਬਹੁਤੀਆਂ ਸੇਵਾਵਾਂ ਬਾਹਰੋਂ ਹੀ ਲੈਂਦੇ ਸੀ ਕਿਉਂਕਿ ਪਿੰਡ ਛੋਟਾ ਜੀ। ਅਸੀਂ ਮੈਨੂੰ ਯਾਦ ਆ ਕਿ ਉਹ ਆਟਾ ਚੱਕੀ ਵਾਲੇ ਨਾਲ ਮੁਹੱਬਤ ਪ੍ਰੇਮ ਪਿਆਰ ਬਹੁਤ। ਹੁਣ ਜਿਹੜੇ ਬੰਦੇ ਦੀ ਮੈਂ ਪਹਿਲਾਂ ਸਾਈਕਲ ਵਾਲੀ ਕਹਾਣੀ ਸੁਣਾਈ ਆ, ਉਹ ਪਾਤਰ ਬੜੇ ਵਧੀਆ ਸੀ, ਅੱਜ ਕੱਲ੍ਹ ਦੁਨੀਆ ਤੇ ਹੈ ਨਹੀਂ ਜੀ, ਜਿੱਥੇ ਵੀ ਉਹਨਾਂ ਦੀ ਰੂਹ ਹੈ ਸਵਰਗ 'ਚ ਵਾਸਾ ਹੋਵੇ, ਥੋੜੇ ਸਾਲ ਹੋਏ ਆ ਉਹ ਸਵਰਗ ਸੁਧਾਰ ਗਏ। ਮੈਨੂੰ ਯਾਦ ਹੈ ਸਾਡੇ ਤਾਇਆ ਦੇ ਥਾਂ ਲੱਗਦੇ ਸੀ ਪਿੰਡ 'ਚ, ਉਹ ਵਿਚਾਰੇ ਜਦੋਂ ਸਾਈਕਲ ਵੱਡੀ ਉਮਰ ਦਾ ਬੰਦਾ ਹੋ ਕੇ ਸਿੱਖਦਾ ਨਾ, ਉਹ ਕਈ ਵਾਰੀ ਡਰਾਈਵਰ ਚੰਗਾ ਨਹੀਂ ਬਣਦਾ, ਐਂ ਹੀ ਕਰਦਾ। ਉਹ ਵਿਚਾਰਿਆਂ ਨੇ ਹੁਣ ਗਰੀਬ ਸੀ, ਆਲੇ ਦੁਆਲੇ ਬੱਲੀਆਂ ਬੁੱਲੀਆਂ ਚੁੱਕ ਕੇ ਕਣਕ ਇਕੱਠੀ ਕੀਤੀ, ਕਦੇ ਕਿਸੇ ਥੋੜ੍ਹੀ ਬਹੁਤੀ ਵੱਢ ਕੇ ਖਾਣ ਜੋਗੇ ਦਾਣੇ ਬੰਦਾ ਕਰ ਲੈਂਦਾ। ਹੁਣ ਉਹ ਤਾਇਆ ਜੀ ਨਾਲ ਦੇ ਪਿੰਡ ਥੋੜਾ ਮੀਂਹ ਪਿਆ ਹੋਇਆ ਸੀ, ਰਸਤਾ ਸੀ ਉਹ ਕੱਚਾ ਉਹਨਾਂ ਦਿਨਾਂ 'ਚ, ਹੁਣ ਉਹ ਪੱਕੀ ਸੜਕ ਬਣੀ ਹੋਈ ਹੈ, ਤੇ ਉਹ ਆਟਾ ਪਿਹਾਉਣ ਗਏ ਘਰੋਂ, ਉਹਦੇ ਪਿੱਛੇ ਸਾਈਕਲ ਦੇ ਥੈਲਾ ਰੱਖ ਦਿੱਤਾ, ਉਹ ਕਿਤੇ ਮੂੰਹ ਥੋੜਾ ਜਿਹਾ ਢਿੱਲਾ ਰਹਿ ਗਿਆ। ਉਹ ਜਦ ਪਿੰਡ ਤੋਂ ਥੋੜੀ ਦੂਰ ਗਏ ਕਿਤੇ, ਉਹ ਹੌਲੀ ਪਲਾਸਟਿਕ ਦੀ ਬੋਰੀ ਥੈਲਾ ਸੀ, ਉਹ ਹੌਲੀ ਖਿਸਕਦਾ ਪਹਿਲਾਂ ਦਾਣਾ ਇੱਕ ਡਿੱਗਦਾ ਗਿਆ, ਹੌਲੀ ਡਿੱਗਦਾ ਗਿਆ, ਪਿੱਛੇ ਨਹੀਂ ਮੁੜ ਕੇ ਦੇਖੋ, ਕੋਈ ਅਣਜਾਣ ਬੰਦਾ ਦੇਖਦਾ ਵੀ ਦੱਬੀ ਚੱਲੀਏ, ਉਹ ਨਹੀਂ ਹੁੰਦਾ ਬੰਦੇ ਨੂੰ ਕਿਹਾ ਬੜੀ ਹੌਲੀ ਚੱਲਦਾ ਵੀ। ਤੇ ਕਣਕ ਵੀ 25-30 ਕਿਲੋ 50 ਹੋਣੀ ਹੈ ਵਿਚਾਰੀ, 40 ਕਿਲੋ ਹੋਣੀ ਹੈ, 35 ਹੋਣੀ ਹੈ। ਜਦੋਂ ਜਾ ਕੇ ਨਾਲ ਦੇ ਪਿੰਡ ਜਾ ਕੇ ਉਤਰੇ, ਜਾਂ ਪਿੱਛੇ ਦੀ ਠਾਹ ਦੇਣੇ ਉਤਰੇ, ਉਹ ਚਰਨਜੀਤ ਸੀ, ਅੱਜ ਕੱਲ੍ਹ ਉਹ ਵੀ ਅਮਰੀਕਾ ਰਹਿੰਦੇ ਨੇ ਚੱਕੀ ਵਾਲੇ। ਉਹ ਕਹਿੰਦੇ ਵੀ, ਉਹਦਾ ਨਾਂ ਸੀ ਰੌਣਕੀ, ਕਹਿੰਦੇ ਵੀ ਰੌਣਕੀ ਤਾਇਆ ਤੂੰ ਕਿੱਧਰ ਨੂੰ ਗੇੜਾ ਮਾਰਨਾ ਆ? ਉਹ ਕਹਿੰਦਾ ਮੈਂ ਆਟਾ ਪਿਹਾਉਣਾ, ਕਹਿੰਦਾ ਪਿੱਛੇ ਤਾਂ ਖਾਲੀ ਥੈਲਾ। ਅੱਛਾ ਖਾਲੀ ਹੈ। ਹੁਣ ਇੱਕ ਗਰੀਬ ਬੰਦੇ ਦੀ ਕਣਕ ਰਸਤੇ 'ਚ ਰਹਿ ਜੇ, ਪੱਲੇ ਕੱਖ ਨਹੀਂ ਰਹਿੰਦਾ। ਹੁਣ ਇਹ ਹੈਰਾਨੀ ਦੀ ਹੱਦ ਹੈ ਕਿ ਉਹਨੂੰ ਪਤਾ ਹੀ ਨਹੀਂ ਲੱਗਿਆ, ਜਾਂ ਉਹ ਡਰ 'ਚ ਇੰਨਾ ਸੀ ਕਿਉਂਕਿ ਅਣਜਾਣ ਜੇ ਸੀ ਸਾਈਕਲ ਤੋਂ, ਉਹਨਾਂ ਨੇ ਉਤਰਨਾ ਵੀ ਬਹੁਤ ਔਖੇ ਜਿਹੇ ਹੋ ਕੇ, ਚੜ੍ਹਨਾ ਵੀ ਪਹਿਲਾਂ ਭਜਾਉਣਾ ਸਾਈਕਲ, ਫਿਰ ਉੱਤੇ ਚੜ੍ਹਨਾ ਛਾਲ ਜੀ ਮਾਰ ਕੇ। ਅੱਛਾ ਜਦੋਂ ਮਾੜੀ ਕਿਸਮਤ ਬੰਦੇ ਦੀ ਹੁੰਦੀ ਹੈ ਨਾ, ਉਹਦੀ ਵਾਈਫ, ਉਹਦੀ ਘਰ ਵਾਲੀ, ਥੋੜ੍ਹੀ ਦੇਰ ਬਾਅਦ ਉਹ ਕੱਖ ਕੰਡੇ ਵਾਸਤੇ ਘਰੋਂ ਨਿਕਲੀ, ਰਸਤਾ ਉਹੀ ਸੀ। ਉਹਨੇ ਦੇਖਿਆ ਕਣਕ ਕਿਰੀ ਹੋਈ ਆ, ਜਿਹਨੇ ਹੱਥੀਂ ਕੱਲੀ ਚੁਗੀ ਹੋਵੇ, ਉਹਨੂੰ ਉਹਦੀ ਤਾਂ ਖੁਸ਼ਬੂ ਅੰਦਰ ਵਸੀ ਪਈ ਹੁੰਦੀ ਹੈ। ਸਾਡੇ ਘਰ ਵੀ ਬਾਹਰ ਸੀ, ਉਹ ਲੰਘੀ ਜਾਂਦੀ ਸੀ, ਦੇਖਿਆ, ਕਹਿੰਦੀ ਭਾਈ ਇੱਧਰ ਨੂੰ ਤੁਹਾਡਾ ਤਾਇਆ ਗਿਆ ਸੀ? ਅਸੀਂ ਕਿਹਾ ਹਾਂ ਤਾਈ ਵੀ ਗਿਆ ਸੀ, ਦੇਖਿਆ ਵੀ ਉਹ ਜਾਂਦੇ ਸੀ। ਕਹਿੰਦੀ ਉਹਦੇ ਵਾਲਾ ਸਾਡੇ ਵਾਲੇ ਦਾ ਹੀ ਬੇੜਾ ਬੈਠਿਆ। ਫਿਰ ਅਸੀਂ ਕਿਹਾ ਵੀ ਬੇੜਾ ਬੈਠੇ ਦਾ ਕੀ ਮਤਲਬ? ਕਹਿੰਦੀ ਆ ਲਿਆਓ ਮੈਨੂੰ ਭਾਈ ਰੜਕਾ ਦਿਓ। ਹੁਣ ਇਹ ਦੇਖੋ ਘੱਟੋ 1.5 ਕਿਲੋਮੀਟਰ ਦੂਰ ਪਿੰਡ ਹੈ। ਉਹ ਮੈਨੂੰ ਪਤਾ ਹੈ ਵਿਚਾਰੀ ਕਿਵੇਂ ਸਿਰੇ ਤੱਕ ਥੋੜਾ ਜਿੱਥੇ ਤੱਕ ਅਸੀਂ ਕਿਹਾ ਵੀ ਇੱਥੋਂ ਤਾਂ ਰਹਿਣ ਦਿਓ, ਕੋਈ ਗੱਲ ਨਹੀਂ, ਥੋੜਾ ਬਹੁਤਾ ਹੋਇਆ, ਅਸੀਂ ਆਟਾ ਲੈ ਜਿਓ ਅੱਜ। ਜਿੱਥੇ ਜਾ ਕੇ ਜ਼ਿਆਦਾ ਖਿਲ ਰਿਹਾ, ਹੁਣ ਉਹ ਖਿਲ ਰਿਹਾ ਮਾੜਾ ਹੀ, ਪਰ ਸਿਰੇ ਤੱਕ ਥੈਲਾ ਖਾਲੀ ਹੋ ਗਿਆ, ਕਿਉਂਕਿ ਉਹ ਉਨੀ ਕੀ ਗਲੀ ਜੀ ਹੋਈ, ਉਹ ਚੋਂ ਕਿ ਡਿੱਗਦਾ ਰਿਹਾ, ਅੱਧਾ ਪਚੱਧਾ ਜਾਂ ਉਹ ਸਿਰੇ ਤੱਕ ਲੈ ਗਿਆ। ਪਰ ਉਹ ਚੱਕੀ ਵਾਲਾ ਬੰਦਾ ਬੜਾ ਚੰਗਾ ਸੀ, ਉਹਨੇ ਪੁੱਛਿਆ ਵੀ ਤਾਇਆ ਇਹ ਦੱਸ ਤੇਰੇ ਕੋਲ ਕਣਕ ਕਿੰਨੀ ਸੀ? ਉਹ ਕਹਿੰਦਾ ਵੀ 35 ਕਿਲੋ ਦੇ ਨੇੜੇ ਤੇੜੇ ਸੀ। ਉਹ ਕਹਿੰਦਾ ਇਦਾਂ ਕਰ, ਤੁਹਾਡੇ ਪਿੰਡ ਦਿਆਂ ਦੀ ਆਟਾ ਹੈ, ਮੈਂ ਕਿਲੋ ਸਾਰਿਆਂ ਚੋਂ ਪਾ ਕੇ ਤੇਰਾ ਥੈਲਾ ਪੂਰਾ ਕਰ ਦੇਣਾ। ਪਰ ਇਹ ਇਸ ਤਰ੍ਹਾਂ ਦੇ ਪਾਤਰ ਲਗਭਗ ਹਰੇਕ ਪਿੰਡ ਵਿੱਚ ਨੇ। ਤੁਹਾਡੀਆਂ ਵੀ ਜੇਕਰ ਇਸ ਤਰ੍ਹਾਂ ਦੀਆਂ ਯਾਦਾਂ ਨੇ, ਜਾਂ ਤੁਸੀਂ ਬਚਪਨ ਦੇ ਵਿੱਚ ਜਿਸ ਤਰ੍ਹਾਂ ਅਸੀਂ ਇਹ ਚੀਜ਼ਾਂ ਆਲੇ ਦੁਆਲੇ ਵੇਖੀਆਂ ਵੀ ਨੇ, ਕਈਆਂ ਤੋਂ ਸੁਣੀਆਂ ਵੀ ਨੇ, ਜੇਕਰ ਤੁਹਾਡੇ ਕੋਲ ਇਸ ਤਰ੍ਹਾਂ ਦੀ ਤੁਹਾਡੇ ਪਿੰਡ ਨਾਲ ਜੁੜੀ ਕੋਈ ਨਿੱਘੀ ਯਾਦ ਹੈ ਜਿਹੜੀ ਸਾਡੇ ਨਾਲ ਤੇ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਜਾ ਸਕਦੀ ਹੋਵੇ, ਜ਼ਰੂਰ ਲਿਖ ਦਿਓ। ਬਿਲਕੁਲ ਬੈਨੀਪਾਲ ਸਾਹਿਬ, ਮੁੱਕ ਦੀ ਗੱਲ ਤਾਂ ਇੱਥੇ ਕੀ ਆ ਕਿ ਜਿਹੜਾ ਪਿੰਡ ਆ ਨਾ, ਉਹ ਪਿੰਡ ਇੱਥੇ ਵੱਸਦਾ ਤੇ ਸਾਰਿਆਂ ਦੇ ਵੱਸਦਾ। ਕਿਸੇ ਦਾ ਤਜਰਬਾ ਕੌੜਾ ਹੋਊਗਾ, ਕਿਸੇ ਨਾਲ ਪਿੰਡ 'ਚ ਵਧੀਕੀ ਵੀ ਹੋਈ ਹੋਊਗੀ, ਕੋਈ ਪਿੰਡ ਦੇ ਵਿੱਚ ਬਹੁਤ ਮਾਰਖੋਰਾ ਬੰਦਾ ਵੀ ਹੋਊਗਾ, ਕਿਸੇ ਦੇ ਕੁੱਟ ਵੀ ਪੈ ਗਈ ਹੋਣੀ, ਕਿਸੇ ਨਾਲ ਧੱਕਾ ਵੀ ਹੋ ਗਿਆ ਹੋਣਾ, ਪਰ ਫਿਰ ਵੀ ਪਿੰਡ ਹੀ ਆ। ਕਿਉਂਕਿ ਜਿਹਦੀਆਂ ਗਲੀਆਂ ਨੰਗੇ ਪੈਰੀਂ ਛੂਣ ਛੋਕਾ ਖੇਡਦੇ ਆ, ਲੁਕਣ ਮਚਾਈ ਖੇਡਦੇ ਆ, ਬੀਬੀਆਂ ਨੇ ਕੁੜੀਆਂ ਨੇ ਗੀਟੇ ਖੇਡਦੇ ਆ, ਪਿੱਠੂ ਗਰਮ ਖੇਡਦੇ ਆ, ਉਹ ਲੰਘਾਈ ਹੈ।
ਬਾਂਦਰ ਕਿੱਲਾ ਖੇਡਦਿਆਂ ਲੰਘਾਈ ਹੈ, ਸੱਟਾਂ ਵੀ ਲਵਾਈਆਂ, ਨਹੁੰ ਵੀ ਪਟਾਏ, ਗੋਡੇ ਤਾਂ ਛੇਲੇ ਹੋਏ ਰਹਿੰਦੇ ਸੀ ਕਿਉਂਕਿ ਨਿੱਕਰ ਹੀ ਹੁੰਦੀ ਸੀ ਤਾਂ ਨਿੱਕਰ ਦੇ ਵਿੱਚ ਗੋਡਾ ਤਾਂ ਛੇਲੇ ਹੋਇਆ ਰਹਿਣਾ। ਹੁਣ ਉਸ ਪਿੰਡ ਦੇ ਵਿੱਚੋਂ ਚੱਕੀ ਦੇ ਕੋਲ ਜਿੱਥੇ ਚੱਕੀ ਹੁੰਦੀ, ਹੁਣ ਤਾਂ ਬੰਦ ਹੋ ਗਿਆ ਕੰਮ ਬਹੁਤਾ, ਹੁਣ ਤਾਂ ਚੱਕੀਆਂ ਪਿੰਡਾਂ ਆਉਂਦੀਆਂ ਨੇ ਜੀ, ਮੋਬਾਈਲ ਕੰਮ ਆ, ਮੋਬਾਈਲ ਕੰਮ ਆ। ਹੁਣ ਉਸ ਚੱਕੀ ਦੇ ਨੇੜੇ ਘਰ ਬਣ ਗਿਆ ਹੋਊਗਾ, ਪਰ ਜਦੋਂ ਲੰਘਦੇ ਹੋ ਦ੍ਰਿਸ਼ ਉਹੀ ਹੁੰਦਾ। ਹੁਣ ਹੋ ਸਕਦਾ ਕਿ ਜਿੱਥੇ ਉਹ ਲੋਹਾਰ ਬਾਬਾ ਕੰਮ ਕਰਦਾ ਸੀ ਉੱਥੇ ਕੁਝ ਹੋਰ ਖੜਾ ਹੋ ਗਿਆ ਹੋਵੇ, ਉੱਥੇ ਕੁਝ ਵੀ ਨਾ ਹੋਵੇ, ਪਰ ਜਦੋਂ ਤੁਸੀਂ ਲੰਘਦੇ ਹੋ ਤਾਂ ਉਸ ਲੋਹਾਰ ਬਾਬੇ ਦੀ ਜਿਹੜੀ ਹੈ ਸਾਰੀ ਜ਼ਿੰਦਗੀ ਤੁਹਾਡੇ ਨਾਲ ਨਾਲ ਲੰਘਦੀ ਹੈ। ਬੜਾ ਕੁਝ ਬੈਨੀਪਾਲ ਸਾਹਿਬ ਪਿੰਡ ਦੇ ਵਿੱਚੋਂ ਜਿਹੜਾ ਉਹ ਗਵਾਚ ਗਿਆ, ਬਹੁਤ ਕੁਝ ਨਵਾਂ ਚੰਗਾ ਬਣਿਆ ਵੀ ਹੈ। ਪਰ ਸਭ ਤੋਂ ਵੱਡੀ ਗੱਲ, ਇੱਕ ਗੱਲ ਚੇਤੇ ਰੱਖੀਏ ਕਿ ਜਦੋਂ ਕੋਈ ਬੰਦਾ ਸ਼ਹਿਰੋਂ ਪਿੰਡ ਜਾਵੇ, ਵਿਦੇਸ਼ੋਂ ਪਿੰਡ ਜਾਵੇ, ਜੇ ਕਿਸੇ ਦੇ ਨਾਲ ਮਾੜਾ ਮੋਟਾ ਕੋਈ ਧੱਕਾ ਮੁੱਕੀ ਅੱਜ ਤੱਕ ਕੀਤੀ ਕੁਤੀ ਹੈ ਨਾ, 2-4 ਮਿੰਟ ਉਹਦੇ ਕੋਲੇ ਬਹਿ ਕੇ ਜ਼ਰੂਰ ਆਵੇ ਬੰਦਾ। ਇੱਥੋਂ ਤੱਕ ਕਿ ਪਿੰਡ ਦੇ ਵਿੱਚ ਹੋ ਸਕਦਾ ਕੋਈ ਲੋੜਵੰਦ ਹੋਵੇ, ਉਹ ਤੁਹਾਡੇ ਤੱਕ ਝਿਜਕਦਾ ਨਾ ਪਹੁੰਚਦਾ ਹੋਵੇ, ਤੁਹਾਡੇ ਕੋਲੇ 4 ਛਿੱਲੜ ਹੋਣ, ਤੁਸੀਂ ਇਹ ਕਹੋ ਕਿ ਭਾਈ ਉਹਨੇ ਕਿਹੜਾ ਮੈਨੂੰ ਆ ਕੇ ਕਿਹਾ, ਉਹ ਦੂਰੀ ਜਿਹੜੀ ਹੈ ਉਹ ਸਾਨੂੰ ਕਿਤੇ ਨਾ ਕਿਤੇ ਮਿਟਾਉਣੀ ਪਊਗੀ। ਪਰ ਇੰਨੀ ਗੱਲ ਬੈਨੀਪਾਲ ਸਾਹਿਬ ਜ਼ਰੂਰ ਹੈ ਕਿ ਪੰਜਾਬੀਆਂ ਦੇ ਇਹ ਚੀਜ਼ ਹਿੱਸੇ ਆਈ ਹੈ। ਸ਼ਾਇਦ ਹੋ ਸਕਦਾ ਬਹੁਤ ਸਾਰੇ ਭਾਈਚਾਰਿਆਂ ਦੇ ਵਿੱਚ ਕਦੇ ਇੰਨੀ ਸਾਂਝ ਰਹੀ ਨਹੀਂ ਹੋਣੀ। ਆਪਣੀ ਵੀ ਇਹ ਗੱਲ ਹਿੱਸੇ ਆਈ ਹੈ ਕਿ ਆਪਾਂ ਦੋਵੇਂ ਤਿੰਨੇ ਚੀਜ਼ਾਂ ਦੇਖੀਆਂ, ਪਿੰਡ ਦਾ ਉਹ ਪੁਰਾਣਾ ਸਮਾਂ ਵੀ ਦੇਖਿਆ, ਫਿਰ ਬਦਲਦੇ ਸਮਿਆਂ ਦੇ ਵਿੱਚ ਮੌਜੂਦਾ ਦੌਰ ਵੀ ਵੇਖਿਆ। ਇਹ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ 골ਡਨ ਪੀਰੀਅਡ ਸੀ, ਜਿਹਨੂੰ ਜਿੰਨਾ ਕੁ ਬਚਾ ਕੇ ਰੱਖ ਸਕੀਏ ਚੰਗਾ। ਪਿੰਡ ਦੀ ਤੁਸੀਂ ਗੱਲ ਕੀਤੀ ਸੀ, ਕੋਈ ਵਿਆਹ ਸ਼ਾਦੀ ਹੋਣੀ, ਮੈਨੂੰ ਯਾਦ ਹੈ ਉਹਨਾਂ ਵੇਲਿਆਂ 'ਚ ਪਿੰਡ ਦੇ ਘਰਾਂ ਦੇ ਵਿੱਚ ਕਾਰਡ ਨਹੀਂ ਸੀ ਦਿੱਤੇ ਜਾਂਦੇ ਜੀ। ਪਿੰਡ ਦਾ ਉਹਨੂੰ ਲਾਗੀ ਕਹਿੰਦੇ ਸੀ। ਉਹਨੂੰ ਕਹਿਣਾ ਭਾਈ ਫਲਾਣਿਆਂ ਦੇ ਸੁਨੇਹਾ ਦੇ ਆਈ, ਫਲਾਣੇ ਨੂੰ ਕਹਿਣਾ, ਕਈਆਂ ਥਾਂ ਚੁੱਲ੍ਹੇ ਨੀਂਦਾ ਕਹਿ ਦਿੰਦੇ ਨੇ, ਕਈ ਵਾਰੀ ਚੁੱਲ੍ਹੇ ਨਿਉਂਤਾ, ਅਸਲ 'ਚ ਸ਼ਬਦ ਤਾਂ ਨਿਉਂਤਾ, ਸਾਡੇ ਤਾਂ ਨੀਂਦਾ ਹੀ ਕਹਿੰਦੇ ਨੇ ਵੀ ਨੀਂਦਾ ਦੇ ਆਈ ਬਈ। ਉਹ ਚੁੱਲ੍ਹੇ ਨਿਉਂਤਾ ਜਦੋਂ ਦੇਣਾ, ਉਹਨਾਂ ਨੂੰ ਦੱਸ ਦੇਣਾ ਭਾਈ ਆਹ ਦੇਖ ਲਓ ਅੱਜ ਤੋਂ ਲੈ ਕੇ 4 ਦਿਨਾਂ ਤੱਕ ਘਰੇ ਰੋਟੀ ਨਹੀਂ ਪਕਾਉਣੀ, ਸਾਰੇ ਟੱਬਰ ਨੇ ਤੁਸੀਂ ਇੱਧਰ ਆ ਕੇ ਖਾਣੀ ਹੈ, ਉੱਥੇ ਹੀ ਛਕਣਾ, ਉੱਥੇ ਹੀ ਛਕਣੀ। ਉਹਨਾਂ ਵਿੱਚੋਂ ਕਈ ਹੋਣੇ ਭਾਈ 4 ਬੰਦੇ ਸਾਡੇ ਦਿਹਾੜੀ ਲੱਗੇ ਹੋਏ ਨੇ, ਉਹਨਾਂ ਦਾ ਬਾਪੂ ਵੀ ਆ ਨਹੀਂ ਸਕਦਾ, 5 ਜਣਾਂ ਦੀ ਪਾ ਦਿਓ, ਚੱਕਵੀਂ ਰੋਟੀ ਥੋੜੀ ਜਿਹੀ ਵੱਧ ਦੇਣੀ ਪੈਂਦੀ। ਕਈਆਂ ਨੇ ਕਹਿਣਾ ਆ ਚੱਕਵੀਂ ਵਾਲਾ ਭੈਣੇ ਨਹੀਂ ਠੀਕ ਕੰਮ, ਉਹ ਚਲੋ ਤੁਹਾਨੂੰ ਕਿਹਾ ਹੋਇਆ ਲੈ ਜਾਓ ਤੁਸੀਂ, ਫਿਰ ਆਪ ਵੀ ਤੁਸੀਂ ਜਦੋਂ ਹੋਊਗਾ ਨਾ ਤੁਸੀਂ ਖਿਆਲ ਰੱਖਿਓ। ਇਹਦੇ ਨਾਲ ਨਾਲ ਜਦੋਂ ਇਸ ਤਰ੍ਹਾਂ ਦੀਆਂ ਵਿਆਹ ਸ਼ਾਦੀਆਂ ਦੇ ਦਿਨ ਆਉਣੇ, ਫਿਰ ਉਹਨੇ ਕਹਿਣਾ ਇਹ ਦੱਸੀ ਫਲਾਣੇ ਦੇ ਕਹਿਤਾ ਸੀ, ਕਹਿਤਾ ਦੁੱਧ ਨੂੰ ਨਹੀਂ ਕਿਹਾ ਉਹਨਾਂ ਦੇ, ਜਾ ਦੁਬਾਰੇ ਜਾ, ਉਹਨਾਂ ਨੇ ਦੁੱਧ ਨੂੰ ਕਹਿ ਕੇ ਆ, ਨਾਲ ਉਹਨਾਂ ਨੂੰ ਇਹ ਵੀ ਕਹੀਂ ਭਾਈ ਜਿਹੜੇ ਤੁਹਾਡੇ ਮੰਜੇ ਦੇਣੇ ਨੇ ਜਾਂ ਤਾਂ ਸਾਨੂੰ ਬਿਸਤਰਾ ਵਧੀਆ ਦਿਓ, ਜੇ ਨਹੀਂ ਦੇਣਾ ਤਾਂ ਸਾਡੇ 4 ਪ੍ਰਾਹੁਣੇ ਪਾਇਓ ਇੱਧਰ। ਉਹ ਜਣੀ ਐਡਜਸਟਮੈਂਟ ਕਰਿਓ ਜ਼ਰੂਰ, ਐਡਜਸਟਮੈਂਟ ਕਰਿਓ। ਉਹ ਵੀ ਇੱਕ ਤਰ੍ਹਾਂ ਦੇ ਨਾਲ ਹੱਕ ਹੀ ਹੁੰਦਾ ਸੀ ਕਿ ਭਾਈ ਜਦੋਂ ਉਹ ਕਰਦੇ ਰਹੇ ਆ ਤੇ ਆਪਾਂ ਵੀ ਕਰਨਾ, ਤੇ ਇੰਨਾ ਕੁ ਹੱਕ ਹੋਣਾ ਵੀ ਚਾਹੀਦਾ ਸੀ। ਬਿਲਕੁਲ। ਸੋ ਇਹ ਲਗਭਗ ਮੈਨੂੰ ਲੱਗਦਾ ਕਿ ਉਹਨਾਂ ਵੇਲਿਆਂ ਦੀਆਂ ਚੰਗੀਆਂ ਗੱਲਾਂ ਨੇ ਕਈ ਵਾਰੀ ਲਾਗੀ ਦੀ ਗਲਤੀ ਨਾ ਉਮਰਾਂ ਭਰ ਦੇ ਫਰਕ ਪਵਾ ਦਿੰਦੇ ਸੀ। ਉਹਨਾਂ ਨੇ ਆਪਣੇ ਛੋਟੇ ਬੱਚੇ ਨੂੰ ਕਹਿਣਾ ਤੂੰ ਫਲਾਣੇ ਦੇ ਜਾਓ, ਕਈ ਵਾਰੀ ਆਪਾਂ ਬਾਹਰ ਖੇਡਦੇ ਆ, ਉਹਨੇ ਜਾਣਾ ਨਾ, ਉਹਨੇ ਕਹਿਣਾ ਵੀ ਤੁਸੀਂ ਨਹੀਂ ਭਾਈ ਸਾਡੇ ਵਿਆਹ 'ਚ ਆਏ, ਤੁਸੀਂ ਅੱਜ ਅਖੰਡ ਪਾਠ ਦਾ ਭੋਗ, ਕਹਿੰਦੇ ਸਾਨੂੰ ਤਾਂ ਕਿਹਾ ਹੀ ਨਹੀਂ, ਉਹ ਰੁੱਸੇ ਫਿਰੀ ਜਾਣਾ, ਰੁੱਸੇ ਜਾਣਾ, ਮੁੜ ਕੇ ਤਾਂ ਲੜਾਈਆਂ ਝਗੜਿਆਂ ਤਾਂ ਗੱਲ ਕੋਈ ਗੱਲ ਨਹੀਂ, ਹੁਣ ਤਾਂ ਤੁਸੀਂ ਏਦਾਂ ਹੀ ਕਰਨਾ, ਹੁਣ ਤਾਂ ਤੁਸੀਂ ਪੋਚਾ ਫੇਰਨਾ ਹੀ ਆ ਉੱਤੇ, ਤਾਂ ਬੀਬੀਆਂ ਨੇ ਫਿਰ ਵਿਹੜੇ ਜਾਣੇ ਠੋਕ ਠੋਕ ਕੇ ਐ ਬਾਹਾਂ ਕੱਢ ਕੇ। ਪਰ ਉਦੋਂ ਚੰਗੀ ਗੱਲ ਇਹ ਸੀ, ਉਦੋਂ ਹੀ ਪਤਾ ਲੱਗਦਾ ਸੀ ਉਹਨਾਂ ਦੇ ਦੁੱਧ ਨਹੀਂ ਆਇਆ, ਕੋਈ ਗੜਬੜ ਹੈ, ਦੁੱਧ ਉਹਨਾਂ ਦੇ ਹੈਗਾ, ਫਿਰ ਉਹਨੇ ਜਾ ਕੇ ਪੁੱਛਣ ਦੁੱਧ ਨਹੀਂ ਆਇਆ, ਕਹਿੰਦੇ ਸਾਨੂੰ ਸੁਨੇਹਾ ਹੀ ਨਹੀਂ ਭੇਜਿਆ, ਫਿਰ ਉਹ ਸਾਹਮਣੇ ਉਹਦੇ ਲਾਹ ਪਾ ਕਰ ਦੇਣੀ ਜਿਹੜਾ ਸੱਦਾ ਦੇਣ ਭੇਜਿਆ ਹੁੰਦਾ। ਸੋ ਇਹ ਕੁਝ ਚੰਗੀਆਂ ਗੱਲਾਂ ਸੀ। ਸਾਡੇ 'ਚੋਂ ਤਾਂ ਸਾਡਾ ਪਿੰਡ ਅੱਜ ਤੱਕ ਨਿਕਲਿਆ ਨਹੀਂ, ਇਹ ਨਿਕਲਣਾ ਵੀ ਨਹੀਂ ਆਖਰੀ ਦਮ ਤੱਕ। ਸੋ ਬਾਠ ਸਾਹਿਬ, ਮੈਨੂੰ ਲੱਗਦਾ ਜਿੰਨੇ ਦਰਸ਼ਕ ਆਪਣੇ ਨਾਲ ਜੁੜੇ ਹੋਏ ਨੇ, ਭਾਵੇਂ ਉਹ ਇਸ ਵਕਤ ਕਿਸੇ ਪਿੰਡ 'ਚ ਦੇਖ ਰਹੇ ਨੇ, ਭਾਵੇਂ ਕਿਸੇ ਬਾਹਰਲੇ ਮੁਲਕ 'ਚ, ਪਿੰਡ ਨਾਲ ਉਹ ਵੀ ਇਸ ਤਰ੍ਹਾਂ ਜੁੜੇ ਹੋਣਗੇ। ਬਿਲਕੁਲ ਬੈਨੀਪਾਲ ਸਾਹਿਬ, ਪਿੰਡ ਦਰਸ਼ਕਾਂ ਜਿਹੜੇ ਆਪਣੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਦੇ ਵਿੱਚੋਂ ਵੀ ਨਹੀਂ ਨਿਕਲਣਾ। ਹਾਂ, ਜੇ ਤੁਹਾਡੇ ਪਿੰਡਾਂ 'ਚ ਸਾਂਝ ਇੱਦਾਂ ਦੀ ਹੈਗੀ ਆ ਤਾਂ ਟਿੱਪਣੀ ਕਰਿਓ ਜ਼ਰੂਰ, ਤੇ ਪਿੰਡਾਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਹੈਗੀਆਂ, ਹੋਰ ਪ੍ਰੋਗਰਾਮਾਂ ਦੇ ਵਿੱਚ ਵੀ ਅਸੀਂ ਸਾਂਝੀਆਂ ਕਰਨੀਆਂ, ਪਰ ਪਿੰਡ ਨੂੰ ਜਾਇਓ ਜ਼ਰੂਰ, ਪਿੰਡ ਆਵਾਜ਼ਾਂ ਮਾਰਦਾ। ਕੋਈ ਗੱਲ ਨਹੀਂ, ਮਾੜੀ ਮੋਟੀ ਹਵੀ ਨਵੀ ਜਿਹੜੀ ਹੈ ਨਾ ਤਬਦੀਲੀ ਹੈ, ਉਹਨੂੰ ਸਵੀਕਾਰ ਹੀ ਕਰੀਏ। ਕਈ ਵਾਰੀ ਪਿੰਡਾਂ ਦੇ ਉਲਾਂਭੇ ਹੁੰਦੇ, ਹੁਣ ਤਾਂ ਪਹਿਲਾਂ ਵਰਗਾ ਰਿਹਾ ਹੀ ਨਹੀਂ, ਬਹੁਤ ਕੁਝ ਪਹਿਲਾਂ ਵਰਗਾ ਹੈਗਾ, ਸਾਂਭਣ ਦੀ ਲੋੜ ਹੈ। ਗੱਡੀਆਂ ਵਾਲੀ ਤਾਰੋ ਨਾ, ਇੱਕ ਬਚਨ ਬੇਦਲ ਬੜਰੁੱਖਾਂ ਵਾਲੇ ਦੀ ਕਿਤਾਬ, ਉਹਦੇ ਵਿੱਚੋਂ ਉਹ ਨਜ਼ਮ ਸੀਗੀ, ਉਹਦੀ ਕਿਤਾਬ ਦਾ ਨਾਂ ਹੀ ਪਿੰਡ ਆਵਾਜ਼ਾਂ ਮਾਰਦਾ। ਜੇ ਤੁਸੀਂ ਉਹ ਪੜ੍ਹ ਲਓ ਨਾ, ਤੁਹਾਨੂੰ ਪੁਰਾਣੇ ਪਿੰਡ ਕਿਹੋ ਜਿਹੇ ਹੁੰਦੇ ਸੀ, ਪਿੰਡਾਂ ਦਾ ਸੱਭਿਆਚਾਰ ਕਿਹੋ ਹੁੰਦਾ ਸੀ, ਸਮਾਜ ਕਿਹੋ ਜਿਹਾ ਹੁੰਦਾ ਸੀ, ਸਾਂਝਾਂ ਕਿਹੋ ਜਿਹੀਆਂ ਹੁੰਦੀਆਂ ਸੀ। ਤੁਹਾਨੂੰ ਜੇਕਰ ਉਹ ਬਚਪਨ ਦੇ ਦਿਨ ਤੁਸੀਂ ਪਿੰਡ 'ਚ ਨਹੀਂ ਵੀ ਬਿਤਾਏ ਜਾਂ ਹੰਢਾਏ, ਤੁਹਾਨੂੰ ਅਸਲ ਤਸਵੀਰ ਪਿੰਡ ਦੀ ਦਿਖ ਜਾਏਗੀ। ਉਮੀਦ ਹੈ ਕਿ ਅਸੀਂ ਕੋਸ਼ਿਸ਼ ਜਿਹੜੀ ਕੀਤੀ ਹੈ ਸਾਰਥਕ ਰਹੀ ਹੋਣੀ ਹੈ। ਧੰਨਵਾਦ ਬਾਠ ਸਾਹਿਬ, ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਦੋਸਤੀ, ਇਹ ਸੀ ਸਾਡਾ ਪਿੰਡ। ਤੁਹਾਨੂੰ ਕਿਵੇਂ ਲੱਗਿਆ? ਆਪਣੀਆਂ ਖੂਬਸੂਰਤ ਟਿੱਪਣੀਆਂ ਸਾਡੇ ਤੱਕ ਜ਼ਰੂਰ ਪੁੱਜਦੀਆਂ ਕਰਿਓ। ਹੁਣ ਸਮਾਂ ਸਮਾਪਤ ਹੈ, ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਮ ਹੈ। ਕੱਲ ਫਿਰ ਕਿਸੇ ਨਵੇਂ ਅਤੇ ਨਵੇਕਲੇ ਪ੍ਰੋਗਰਾਮ ਨਾਲ ਮੁੜ ਮਿਲਾਂਗੇ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ, ਰੱਬ ਰਾਖਾ, ਧੰਨਵਾਦ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।